ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਾਰਸਈ ਹਰ ਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਾਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਛੁਕ ਸੈਲ ਪਰ ਰਾਖ ਹੈ ਫਿਰ ਤਹਿ ਪਸ਼ੂ ਚਰਾਵਤ ਹੈ। ਏਕ ਧੇਨ ਸੁੰਦਰ ਸਰਬੰਗ ਪਾਵਕ ਬਹੁ ਕਪਲਾ ਤਿਸ ਰੰਗ। ਕੁਸ਼ਕ ਸੈਲ ਪਰ ਰਾਹਕ ਰਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਰਮ ਪਵਿੱਤਰ ਸਤ ਸੰਗਤ ਹਜ਼ੂਰੀ ਦੇ ਅੰਦਰ ਨਾਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਮਹਾਨ ਪਾਵਨ ਪਵਿੱਤਰ ਭਜਨ ਬੰਦਗੀ ਅਸਥਾਨ ਗੁਰਦੁਆਰਾ ਸ੍ਰੀ ਭੋਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਅਮਾਵਸ ਦੇ ਦਿਹਾੜੇ ਦਿਨ ਦੇ ਚੌਥੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰਨ ਹਿਤ ਜੁੜ ਮਿਲ ਬੈਠੇ ਹਾਜ਼ਰੀਆਂ ਭਰ ਰਹੇ ਗੁਰ ਅਸਥਾਨਾਂ ਦੀਆਂ ਮੱਸਿਆ ਦਾ ਦਿਹਾੜਾ ਜਾਣ ਕੇ ਯਾਤਰਾਵਾਂ ਕਰ ਰਹੇ ਸੇਵਾਵਾਂ ਕਰ ਰਹੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਸਾਹਿਬ ਜੀ ਨੇ ਬਹੁਤ ਹੀ ਸਾਡੇ 'ਤੇ ਤਰਸ ਖਾਧਾ ਹੈ, ਰਹਿਮਤ ਕੀਤੀ ਹੈ ਜੋ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ। ਜੇ ਕੋਈ ਆਖੇ ਵੀ ਮਹਾਰਾਜ ਅੱਜ ਮੱਸਿਆ ਏ ਤੇ ਸਾਨੂੰ ਕੀ ਕਰਨਾ ਚਾਹੀਦਾ ਤਾਂ ਸਾਹਿਬ ਕਹਿੰਦੇ ਅਮਾਵਸ ਮਹਿ ਆਸ ਨਿਵਾਰਹੁ ਅੰਤਰਜਾਮੀ ਰਾਮ ਸਮਾਰਹੁ। ਕਹਿੰਦੇ ਭਾਈ ਮੱਸਿਆ ਦੇ ਦਿਹਾੜੇ ਦੇ ਇਹ ਕੰਮ ਕਰ ਵੀ ਜਿਹੜੀ ਆਸ ਲਾਈ ਰੱਖਦਾ ਨਾ ਕਦੀ ਕਿਸੇ ਕੋਲ ਕਦੀ ਕਿਸੇ ਕੋਲ ਕਦੀ ਕਿਤੇ ਉਹ ਮਿਲ ਜੂ ਕਦੀ ਕਿਤੇ ਉਹ ਕਹਿੰਦੇ ਇਹੋ ਜਿਹੀਆਂ ਆਸਾਂ ਨੂੰ ਨਿਵਰਤ ਕਰ। ਫਿਰ ਮਹਾਰਾਜ ਕਿੱਥੋਂ ਮੰਗਾਂ? ਕਹਿੰਦੇ ਅੰਤਰਜਾਮੀ ਹੈ, ਮੰਗਣ ਦੀ ਲੋੜ ਨਹੀਂ ਹੈ। ਰਾਮ ਪਰਮੇਸ਼ਰ ਦਾ ਨਾਮ ਜਪ, ਉਹ ਵਾਹਿਗੁਰੂ ਆਪਣੇ ਆਪ ਹੀ ਸਭ ਤੇਰੇ ਤੇ ਬਖਸ਼ਿਸ਼ਾਂ ਕਰੇਗਾ। ਨਾਮ ਜਪਣ ਦਾ ਹੁਕਮ ਹੈ। ਮੱਸਿਆ ਦਾ ਦਿਹਾੜਾ ਤਾਂ ਸਫਲਾ ਹੈ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪਵਿੱਤਰ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਚੰਡੀ ਪ੍ਰਗਟ ਕਰਨੀ ਹੈ। ਸਤਿਗੁਰੂ ਗਰੀਬ ਨਿਵਾਸ ਸਾਹਿਬ ਜੀ ਨੇ ਚੰਡੀ ਦਾ ਰੂਪ ਗੁਰੂ ਮਹਾਰਾਜ ਦੀ ਦ੍ਰਿਸ਼ਟੀ ਦੇ ਵਿੱਚ ਉਹ ਹੈ ਜਿਹਨੂੰ ਮਹਾਰਾਜ ਨੇ ਕੁਦਰਤ ਕਿਹਾ ਹੈ। ਪੰਡਤ ਦੀ ਦ੍ਰਿਸ਼ਟੀ ਦੇ ਵਿੱਚ ਹੈ 4 ਬਾਹਾਂ ਵਾਲੀ, 8 ਬਾਹਾਂ ਵਾਲੀ, ਕਾਲੇ ਮੂੰਹ ਵਾਲੀ, ਲਾਲ ਮੂੰਹ ਵਾਲੀ, ਉਹਨੇ ਕਈ ਤਰ੍ਹਾਂ ਦੇ ਉਹਦੇ ਰੰਗ ਕੱਸੇ ਨੇ। ਚੰਡੀ ਪ੍ਰਗਟ ਕਰਨ ਦੇ ਲਈ ਪਹਿਲਾਂ ਸਤਿਗੁਰੂ ਜੀ ਬ੍ਰਾਹਮਣ ਵਾਲੀ ਚੰਡੀ ਦਾ ਮੌਕਾ ਦੇਣਗੇ ਵੀ ਤੂੰ ਕਰ ਹਾਂ ਪ੍ਰਗਟ ਵੀ 8 ਬਾਹਾਂ ਵਾਲੀ ਹੁੰਦੀ ਹੈ ਤੇ ਦਰਸ਼ਨ ਕਰਾ। ਸਾਹਿਬ ਨੇ ਇਨਕਾਰ ਨਹੀਂ ਕੀਤਾ ਵੀ ਕੁਝ ਨਹੀਂ ਹੁੰਦਾ। ਸਾਹਿਬ ਕਹਿੰਦੇ ਅੱਛਾ ਜੀ ਸਾਨੂੰ 4 ਬਾਹਾਂ ਵਾਲੀ ਕਰਾਓ ਦਰਸ਼ਨ ਹੈਗੀ ਚੰਡੀ। ਪੰਡਤ ਕਹਿੰਦਾ ਮੈਂ ਕਰਾ ਦੂੰਗਾ ਮਹਾਰਾਜ, ਪਰ ਉਹਦੇ ਲਈ ਜਿਹੜਾ ਹੈ ਨਾ ਜੱਗ ਕਰਾਉਣ ਦੇ ਲਈ ਬੜੀ ਮਾਇਆ ਚਾਹੀਦੀ। ਗੁਰੂ ਸਾਹਿਬ ਕਹਿੰਦੇ ਮਾਇਆ ਦੀ ਕਮੀ ਨਹੀਂ। ਫਿਰ ਕਹਿੰਦਾ ਵੀ ਮਹਾਰਾਜ ਮੈਂ 1 ਲੱਖ ਲਊਂਗਾ, ਬੜਾ ਕੁਝ ਕਰਦਿਆਂ ਕਰਾਉਂਦਿਆਂ ਦਾ 1 ਲੱਖ ਲਊਂ ਚੰਡੀ ਪ੍ਰਗਟ ਕਰਨ ਦਾ। ਸਾਹਿਬ ਕਹਿੰਦੇ 1.25 ਲੱਖ ਦੇ ਦਾਂਗੇ, ਤੂੰ 1 ਲੱਖ ਮੰਗਦਾ।
ਸਾਰੀ ਸਮੱਗਰੀ ਇਕੱਠੀ ਕਰ ਲਈ महाराज ने, 1.25 ਲੱਖ देना भी मन लिया। फिर कहता महाराज मैं अपने वालों मंत्र तो पढ़ूंगा, चंडी सिद्ध होवे ना होवे मेरे वस की गल नहीं। आंदा ये तुसी करनी है महाराज, मैं नहीं कर सकता। सो इस तरह दी गल्लां बातां चल रही। सारी समग्री भी महाराज साहब जी ने लै आंदी है। कहता तुहाडे शरीर तो ही प्रगट होनी है। साहब कहते प्रगट तो साडे शरीर तो ही होवेगी, एक तू अपने जौहर तां विखा। सच कह भी चंडी तां असीं प्रगट करांगे जिहड़ी असली चंडी है। पर जिन्हों तू चंडी मानदा, जिन्हों तू दुर्गा मानदा, जिन्हों तू देवी मानदा, पहलां दे ओहदे दर्शन करा हां जे हुंदे ने। इस तरह की विचार लैके कलगीधर साहब ने कहा भी कोई दिन जिहड़ा है रखना तो वेख किवें है। कहंदा महाराज विसाख महीने की पूर्णमासी जिहड़ी है ना, उस दिन जग आपां आरंभ करांगे पहले दिन। फिर जिवें जिवें मैं कहा उस तरह करियो महाराज, मेरे कहे अनुसार चलियो। साहब कहंदे गल ही कोई नहीं। गुरां ने सारे सिखां नूं भी हुक्म करता भी पंडित जी जो कहने में किंतु परंतु ना करियो, भी गुरु घर चाह नहीं हुंदा, वो नहीं हुंदा। कहंदे इहदा पा जो घेड़ना, इहदी जो कवे उही मन्नी जाओ। जिवें ब्राह्मण केशव दास कहेगा उस तरह तुसीं करना है। बाद नूं बहाना ना बने भी तुसीं आखे नहीं सी लगे तां नहीं महाराज मैं चंडी प्रगट कर सकिया। इवें दिन सोध लिया। कहंदे विसाख महीने की पूर्णमासी जिहड़ी है ना, एक पंडित कहता सोहना देना है, इन्हें अपने हिसाब नाल खोजिया। महाराज कहते जो तेनों चंगा लगता तू कर। तो हुण कहता महाराज इउं करो भी दिन थोड़े ने, कोई इहो जी थां लभो भी जिहड़ी एकांत होवे, जिहड़ी पवित्र होवे साडे शास्त्रां दे अनुसार। सतगुरु महाराज जी ने इस तरह ने बेनती की है। कल इत्थों तिकर कथा सुनी सी। ਇਹ ਤੋਂ ਅੱਗੇ ਫਿਰ ਮਹਾਰਾਜ ਨੈਣੇ ਦੇ ਟਿੱਲੇ ਦੀ ਦੱਸ ਪਾਉਣਗੇ, ਜਿਹਨੂੰ ਹੁਣ ਨੈਣੇ ਜੱਟ ਦੇ ਟਿੱਲੇ ਤੋਂ ਨੈਣਾ ਦੇਵੀ ਦਾ ਮੰਦਿਰ ਬਣ ਗਿਆ। ਸਹੀ ਉਹ ਕਿਵੇਂ ਨਾਮ ਬਦਲਿਆ ਉਹ ਵੀ ਵਿੱਚੇ ਸਾਰਾ ਆ ਜਾਣਾ। ਤੇ ਫਿਰ ਜਿਵੇਂ ਇੱਥੇ ਜਾ ਕਰਕੇ ਹਵਨ ਆਰੰਭ ਹੁੰਦਾ, ਜਿਵੇਂ ਕਲਗੀਧਰ ਲੀਲਾ ਪਰਸ਼ੋਤਮ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਤਕ ਕਰਦੇ ਆ, ਜਿਵੇਂ ਜਿਵੇਂ ਪੰਡਤ ਕਹਿੰਦਾ ਉਸੇ ਤਰ੍ਹਾਂ ਹੀ ਹੂਤੀਆਂ ਪਾਉਂਦੇ ਨੇ। ਇਹ ਸਾਰਾ ਪ੍ਰਸੰਗ ਆਪਾਂ ਸਰਵਣ ਕਰਾਂਗੇ। आओ चोजी प्रीतम चिट्टियां बाजां वाले गुरु कलगीधर दा पवित्र इतिहास सुनीए, जिहदे विच पखंड दा खंडन करन दे लई, पखंड दा जिहड़ा इन्हां दा पाज है उहनूं जाहिर करन दे लई पहिलां महाराज साहब जी आप उहदे अनुसार ही हो के चल रहे ने। ਇਹ कथा सुनन तो पहिलां धरो ध्यान, एकाग्रता बख्शो। आखो सतनाम श्री वाहिगुरु साहिब जी। सतनाम श्री वाहिगुरु साहिब जी। कुशक सैल पर राह करहै। धन गुरु कलगीधर महाराज नूं कहंदा भी सतगुरु जी हुण जग की समग्री भी तुसीं मंगा ली है, सब कुछ तैयारी कर ली है। इन्हें लख मंगया सी, महाराज कहंदे 1.25 ਲੱਖ दे देंगे। ये बड़ा खुश है भी इन्नी माया। 1.25 ਲੱਖ अज दे समय भी कोई पूजा नहीं किसी को दिंदा महाराज। उदों कहंदे कोई नहीं देंगे, तू चंडी विखा सानूं, असीं वेखीए भी 4 बाहां वाली 8 बाहां वाली दे दर्शन तो करा जिन्हों तू कहना मैं चंडी सिद्ध की है। फिर कहंदा महाराज हुण इदां करो भी पुन्निया तो पहिलां विसाख की पूर्णमासी ते आपां आरंभ करांगे, सोहणी थां लभो। ये सतगुरु कलगीधर महाराज जी कहन लगे भी थां तां एक है, कहते भी इत्थों ना कुशक सैल पर राह करहैं। सतगुरु साहब जी सोहनी थां इहनूं दस्सण वास्ते, उच्ची पहाड़ी दस्सण वास्ते जिथे कोई आउंदा जांदा नहीं, गुरु कलगीधर साहब जी कहन लगे हे केशवदास जी ਇੱਥੇ ਨੇੜੇ ਹੀ ਕੁਝ ਪਹਾੜਾਂ ਦੇ ਉੱਤੇ ਕੋਈ ਜ਼ਿਮੀਂਦਾਰ ਕਿਸਾਨ ਰਹਿੰਦੇ ਹਨ। ਫਿਰ ਤਾਂ ਹੈ ਪਸ਼ੂ ਚਰਾਵਤੇ ਹਨ। ਉਹ ਕੀ ਕਰਦੇ ਨੇ ਵੀ ਉਹਨਾਂ ਗਾਵਾਂ ਤੇ ਮੱਝਾਂ ਰੱਖੀਆਂ ਹੋਈਆਂ ਨੇ, ਪਹਾੜਾਂ ਦੇ ਉੱਤੇ ਫਿਰਦੇ ਤੁਰਦੇ ਆਪਣੇ ਪਸ਼ੂਆਂ ਨੂੰ ਚਾਰਦੇ ਹਨ, ਉਹਨਾਂ ਦਾ ਦੁੱਧ ਚੋ ਕੇ ਵੇਚਦੇ ਨੇ। ਏਕ ਧਿਨ ਸੁੰਦਰ ਸਰਬੰਗ। ਤੇ ਉੱਥੋਂ ਦੀ ਇੱਥੇ ਕੋਈ ਇੱਕ ਗੱਲ ਦੱਸਦੇ ਨੇ। ਮਹਾਰਾਜ ਸਾਹਿਬ ਜੀ ਇਸ ਗੱਲ ਦੀ ਪ੍ਰੋੜਤਾ ਨਹੀਂ ਕਰ ਰਹੇ ਜਿਹੜੀ ਗੱਲ ਦੱਸਣ ਲੱਗੇ। साहब कहते भी इस इलाके में गल दसते है भी उस पहाड़ी के उत्ते जिथे जिमींदार ने पशु रखे ने, एक जिमींदार सी, एक धन सुंदर सरबंग, जिहदे सारे ही बड़े सोहणे अंग, इहो जी एक सोहनी गऊ सी। पावन बहु कपला तिस रंग। कहते भी पावन बहु, कहते बड़ी पवित्र गां है, लोकां दे विच मानता है। कपला रंग दी सी, जो सनातन दे विच जिहड़ी कपला गऊ है ना, इहनूं बड़ी वड्डी ते उच्ची ते पवित्र मन्निया।
ਇਹਦੇ ਵਿੱਚ ਥੋੜਾ ਜਿਹਾ ਰੰਗ ਕਾਲਾ ਹੁੰਦਾ ਜਾਂ ਇਹ ਬਾਕੀ ਸਾਰਾ ਚਿੱਟਾ ਜਾਂ ਭੂਰਾ ਜਿਹਾ ਹੁੰਦਾ। ਸਾਹਿਬ ਕਹਿੰਦੇ ਇੱਕ ਕਪਲਾ ਗਊ ਉੱਥੇ ਚਰਦੀ ਸੀ ਮੱਝਾਂ ਦੇ ਨਾਲ। ਹਰਤ ਹਰਤ ਤ੍ਰਿਣ ਚਰਤ ਉਚੇਰੇ। ਬਾਦਸ਼ਾਹ ਕਹਿੰਦੇ ਇਹ ਪੰਡਤ ਜੀ ਦੱਸਦੇ ਨੇ ਵੀ ਹਰਿਆ ਹਰਿਆ ਘਾਹ ਚਰਦਿਆਂ ਉੱਚੀ ਚੋਟੀ ਪਹਾੜੀ ਦੇ ਉੱਤੇ ਚੜ ਗਏ। ਫਿਰ ਕੇ ਸਿਖਰ ਜਾਏ ਕਬੀਰ। ਇੱਕ ਵਾਰ ਦੀ ਕਹਿੰਦੇ ਗੱਲ ਹੈ ਵੀ ਗਾਂ ਜਿਹੜੀ ਹੈ ਨਾ ਘਾਹ ਚਰਦਿਆਂ ਉਹ ਜਿਹੜੀ ਸਭ ਤੋਂ ਉੱਚੀ ਚੋਟੀ ਹੈ, ਜੋ ਸਭ ਤੋਂ ਉੱਚਾ ਪਹਾੜ ਹੈ, ਉਹਦੇ ਸਿਖਰ ਦੇ ਉੱਤੇ ਪਹੁੰਚ ਗਏ। ਸਭ ਥਲ ਪਰ ਥਿਰ ਹਵੇ ਕਰ ਰਹਿ। ਤੇ ਉੱਥੇ ਕਹਿੰਦੇ ਵੀ ਜਾ ਕਰਕੇ ਨਾ ਕੁਝ ਸਮਾਂ ਸਭ ਥਲ ਪਰ ਥਿਰ ਹੋਇਆ ਕਰ ਰਹਿ। ਉੱਚੀ ਚੋਟੀ ਤੇ ਕਹਿੰਦੇ ਉਹ ਗਾਂ ਚੁਗਦਿਆਂ ਚਲੇ ਜਾਂਦੀ। ਇਹ ਨੈਣੇ ਦਾ ਟੱਲਾ ਵੱਜਦਾ ਸੀ ਜਿੱਥੇ ਹੁਣ ਨੈਣਾ ਦੇਵੀ ਕਹਿੰਦੇ ਨੇ। ਉਹ ਕਥਾ ਮਹਾਰਾਜ ਦੱਸ ਰਹੇ ਨੇ। ਸਾਹਿਬ ਕਹਿੰਦੇ ਪੰਡਤ ਜੀ ਥਾਂ ਸੋਹਣੀ ਹੈ ਨਾ, ਤੁਸੀਂ ਕਹਿੰਦੇ ਚਾਹੀਦੀ ਤੇ ਇਕਾਂਤ। ਕਹਿੰਦੇ ਵੀ ਉੱਥੇ ਇੱਕ ਕਪਲਾ ਗਊ ਜਿਹੜੀ ਤੁਹਾਡੇ ਵੇਦਾਂ 'ਚ ਜਿਹੜੀ ਹੈ ਬੜੀ ਮਹਾਨ ਮੰਨੀ, ਉਹ ਘਾਹ ਚਰਦਿਆਂ ਤੇ ਚੋਟੀ ਦੇ ਉੱਤੇ ਜਾ ਕੇ ਕਿੰਨਾ ਚਿਰ ਖਲੋਤੀ ਰਹਿੰਦੀ। ਦੁਗਧ ਸ਼ਰਬਤ ਅਸਥਨ ਤੇ ਹੈ। ਤੇ ਇੱਕ ਦਿਨ ਇਦਾਂ ਦੀ ਖੇਡ ਹੋਈ ਵੀ ਘਾਹ ਚਰਦਿਆਂ ਜਿਹੜੀ ਗਾਂ ਹੈ ਉੱਚੀ ਪਹਾੜੀ ਤੇ ਪਹੁੰਚ ਗਈ। ਉਹ ਜਦੋਂ ਉੱਚੀ ਪਹਾੜੀ ਤੇ ਪਹੁੰਚੀ ਇੱਕ ਥਾਂ ਖਲੋ ਗਈ। ਖਲੋਤੀ ਤੇ ਆਪਣੇ ਆਪ ਹੀ ਅਸਥਨਾਂ ਦੇ ਵਿੱਚੋਂ ਦੁੱਧ ਸਿੰਮਣ ਲੱਗ ਪਿਆ। ਜੇਤਕ ਪੈ ਹੋਵਤ ਤਿਸ ਕੇਰਾ। ਤੇ ਜਿੰਨਾ ਕੁ ਮਹਾਰਾਜ ਕਹਿੰਦੇ ਵੀ ਦੱਸਦੇ ਆ ਵੀ ਉਹਦਾ ਦੁੱਧ ਹੈ ਸੀ ਉਹਦੇ ਥਣਾਂ ਦੇ ਵਿੱਚ। ਸੀਚਤ ਹੈ ਸੋ ਥਾਨ ਭਲੇਰਾ। ਉਹ ਸਹੀਜੇ ਕਰਦੇ ਆ। ਉਹ ਕਹਿੰਦੇ ਵੀ ਚੰਗੀ ਤਰ੍ਹਾਂ ਉਹ ਇੱਕੋ ਹੀ ਥਾਂ, ਥੋੜੀ ਜੀ ਥਾਂ ਤੇ ਜਿੱਥੇ ਗਾਂ ਖਲੋਤੀ ਰਹੀ ਤੇ ਉਹਦੇ ਥਣਾਂ ਦੇ ਵਿੱਚੋਂ ਦੁੱਧ ਕਹਿੰਦੇ ਸਿਮਦਾ ਰਿਹਾ। ਸਿਮਦਿਆਂ ਸਾਰਾ ਦੁੱਧ ਥਣਾਂ ਦਾ ਨਿਕਲ ਆਇਆ। ਬਾਹਰ ਮਿਲੇ ਸਭ ਧੇਨਨ ਸੰਗ। ਤੇ ਫੇਰ ਜਦੋਂ ਇਸ ਤਰ੍ਹਾਂ ਦਾ ਕੋਈ ਕਹਿੰਦੇ ਕੰਮ ਹੋ ਗਿਆ ਤੇ ਜਿੱਥੇ ਬਾਕੀ ਗਾਵਾਂ ਚਰਦੀਆਂ, ਬਾਕੀ ਮੱਝਾਂ ਚਰਦੀਆਂ, ਉਹਨਾਂ ਦੇ ਨਾਲ ਆ ਕਰਕੇ ਉਹ ਵਿਚਰਨ ਲੱਗ ਪੈਂਦੇ। ਹਵੇ ਸੰਧਿਆ ਤਜ ਸੈਲ ਉਤੰਗ। ਆ ਜਦੋਂ ਸੰਧਿਆ ਦਾ ਸਮਾਂ ਹੁੰਦਾ ਤਾਂ ਪਹਾੜੀ ਛੱਡ ਕੇ, ਕਿਉਂਕਿ ਲੋਕ ਪਹਿਲਾਂ ਇਦਾਂ ਹੀ ਗਾਵਾਂ ਉਧਰ ਹਾਲਾਂ ਵੀ ਪਹਾੜਾਂ ਜਿਵੇਂ ਹੀ ਪਸ਼ੂ ਖੁੱਲੇ ਛੱਡ ਦਿੰਦੇ ਨੇ, ਉਹ ਲਾਗੇ ਚੋਕ ਕੇ ਪਿਛਲੇ ਜੇ ਪੈਰ ਆਪੇ ਘਰ ਨੂੰ ਆ ਜਾਂਦੇ ਨੇ। ਤੇ ਮਹਾਰਾਜ ਕਹਿੰਦੇ ਪੰਡਤ ਜੀ ਦੱਸਦੇ ਨੇ ਵੀ ਇਦਾਂ ਸੰਧਿਆ ਦਾ ਸਮਾਂ ਜਿਹਾ ਹੋਇਆ ਤਾਂ ਜਦੋਂ ਫਿਰ ਉਹ ਗਾਵਾਂ ਸਾਰੀਆਂ ਆਪੋ ਆਪਣੇ ਘਰਾਂ ਨੂੰ ਵਾਪਸ ਆਈਆਂ। ਚੱਲ ਆਵਤ ਪੁਣੇ ਆਪਣੇ ਧਾਮੋਂ। ਆਪਣੇ ਘਰ ਦੇ ਵਿੱਚ ਜਦੋਂ ਪਸ਼ੂ ਚੱਲ ਕੇ ਵਾਪਸ ਪਹੁੰਚੇ। ਜਿਸ ਤੇ ਧੇਨ ਸੁਨੈਨਾ ਨਾਮੋ। ਤੇ ਜਿਸ ਕਹਿੰਦੇ ਵੀ ਗਊ ਦਾ ਮਾਲਕ ਸੀ ਨਾ ਜਿਹੜੀ ਗਾਂ ਦਾ ਦੁੱਧ ਆਪਣੇ ਆਪ ਹੀ ਥਣਾਂ ਦੇ ਵਿੱਚੋਂ ਪਹਾੜੀ ਦੇ ਉੱਤੇ ਸਿਮ ਗਿਆ, ਉਹ ਜਿਹਦੀ ਗਾਂ ਸੀ ਜਿਹਦੇ ਕੋਲ, ਉਹਦਾ ਨਾਮ ਸੀ ਨੈਣਾ ਜੱਟ। ਉਹਦੇ ਨਾਮ ਤੇ ਹੀ ਨੈਣੇ ਦਾ ਟੱਲਾ ਵੱਜਦਾ ਸੀ। ਕਹਿੰਦੇ ਵੀ ਨੈਣੇ ਦਾ ਟੱਲਾ, ਉੱਚੇ ਥਾਂ ਨੂੰ ਟੱਲਾ ਕਹਿ ਦਿੰਦੇ ਹੁੰਦੇ ਸਨ। ਤੇ ਉਹਦੇ ਨਾਮ ਤੇ ਨੈਣੇ ਦਾ ਟੱਲਾ ਵੱਜਦਾ, ਜਿਹਨੂੰ ਬਾਅਦ ਵਿੱਚ ਨੈਣਾ ਦੇਵੀ ਕਹਿਣ ਲੱਗ ਪਏ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਉਹ ਜਿਹੜੀ ਗਾਂ ਜਦੋਂ ਵਾਪਸ ਆਈ ਤੇ ਜਿਹਦੇ ਕੋਲ ਉਹ ਗਾਂ ਸੀ, ਜਿਹੜਾ ਉਹਦਾ ਮਾਲਕ ਸੀ, ਉਹਦਾ ਨਾਮ ਸੀ ਨੈਣਾ ਜੱਟ। ਚੋਵਨ ਲਗੇ ਬੈਠ ਕਰ ਤਰੇ। ਉਹ ਬਸ ਆਪਣੇ ਪਸ਼ੂ ਚੋਂਦਾ ਜਦੋਂ ਉਸ ਕਪਲਾ ਗਊ ਦੇ ਥੱਲੇ ਬਹਿ ਕੇ ਉਹਦੇ ਥਣ ਧੋਤੇ ਤੇ ਜਦੋਂ ਚੌਣ ਲੱਗਾ ਦੁੱਧ ਵਿੱਚੋਂ, ਆਸਨ ਸ਼ੋਸ਼ੇ ਹੀਰਨ ਕਰੇ। ਉਹ ਵੇਖ ਕੇ ਹੈਰਾਨ ਹੋ ਗਿਆ ਵੀ ਕਹਿੰਦਾ ਹੈ ਵੀ ਗਊ ਦੇ ਤੇ ਥਣਾਂ ਦੇ ਵਿੱਚ ਦੁੱਧ ਹੀ ਨਹੀਂ ਹੈ, ਇਹ ਤਾਂ ਦੁੱਧ ਹੀ ਨਹੀਂ ਲਾ ਰਹੀ, ਦੁੱਧ ਹੀ ਨਹੀਂ ਪਸਮਾ ਰਹੇ। ਕਾਰਨ ਕੋਈ ਨਾ ਮਨ ਮੈਂ ਪਾਇਓ। ਆ ਮਨ ਵਿੱਚ ਕੋਈ ਕਾਰਨ ਪਤਾ ਨਾ ਲੱਗਾ, ਕਿਉਂਕਿ ਪਹਿਲੇ ਦਿਨ ਗੱਲ ਹੋਈ ਸੀ ਨਾ ਵੀ ਨਹੀਂ ਤਾਂ ਰੋਜ਼ ਹੀ ਗਾਂ ਆਉਂਦੀ ਚਰ ਕੇ ਤੇ ਇਹ ਦੁੱਧ ਜਿਹੜਾ ਸੀ ਬਾਲਟੀ ਭਰ ਕੇ ਚੋ ਲੈਂਦਾ। ਅੱਜ ਚੋਣ ਲੱਗਾ ਤੇ ਇਹਦੇ ਥਣਾਂ ਦੇ ਵਿੱਚ ਦੁੱਧ ਹੀ ਹੈ ਨਹੀਂ। ਹੈਰਾਨ ਹੋ ਗਿਆ ਨੈਣਾ ਜੱਟ, ਕਹਿੰਦਾ ਵੀ ਕਾਰਨ ਤਾਂ ਕੋਈ ਨਹੀਂ ਹੈ। ਕਿਨੋਂ ਨਿਕਾਸਿਓ ਪੈ ਬਿਸਮਾਇਓ। ਜਾਂ ਇਸ ਤਰ੍ਹਾਂ ਲੱਗਦਾ ਇਹ ਕਹਿੰਦਾ ਵੀ ਹੈਰਾਨੀ ਦੀ ਗੱਲ ਹੈ। ਕਹਿੰਦੇ ਵੀ ਇਉਂ ਜਾਪਦਾ ਵੀ ਜਿਹੜਾ ਕੰਮ ਅੱਗੇ ਨਹੀਂ ਨਾ ਕਦੀ ਹੋਇਆ ਅੱਜ ਹੋ ਗਿਆ। ਉਹ ਕਿਹੜਾ ਵੀ ਕਿਸੇ ਨੇ ਮੇਰੀ ਗਾਂ ਲੱਗਦਾ ਚੋਰੀ ਆ, ਗਾਂ ਦਾ ਦੁੱਧ ਕੱਢ ਲਿਆ ਹੈ ਚੋਰੀ ਛਿਪੇ। ਦਿਵਸ ਆਗਲੇ ਤਿਮਹੀ ਹੋਈ। ਇੱਕ ਦਿਨ ਪਹਿਲੇ ਦਿਨ ਗੱਲ ਹੋਈ ਸੀ, ਉਹਨੇ ਅਣਗੋਲੀ ਜੀ ਕਰ ਦਿੱਤੀ ਵੀ ਚਲੋ ਆਪਾਂ ਨੂੰ ਪਤਾ ਨਹੀਂ ਵੀ ਕੀ ਕਾਰਨ ਹੈ। ਮਹਾਰਾਜ ਕਹਿੰਦੇ ਪੰਡਤ ਜੀ ਫਿਰ ਅਗਲੇ ਦਿਨ ਵੀ ਕਹਿੰਦੇ ਵੀ ਜਦੋਂ ਗਾਂ ਉੱਚੇ ਥਾਂ ਤੇ ਚਰਨ ਗਈ ਤਾਂ ਉਸ ਦਿਨ ਵੀ ਉਸੇ ਤਰ੍ਹਾਂ ਹੋਈ। ਨੈਣੇ ਸ਼ੀਰ ਨ ਪਾਇਓ ਕੋਈ। ਉਹ ਉਸੇ ਤਰ੍ਹਾਂ ਪਹਾੜੀ ਤੇ ਗਈ ਉੱਚੇ ਥਾਂ ਤੇ, ਇੱਕੇ ਥਾਂ ਤੇ ਉਹਦਾ ਸਾਰਾ ਥਣਾ ਚੋਂ ਦੁੱਧ ਸਿਮ ਗਿਆ। ਤੇ ਜਦੋਂ ਦੂਜਾ ਦਿਨ ਹੋਇਆ ਤੇ ਦੂਜੇ ਦਿਨ ਵੀ ਜਦੋਂ ਨੈਣਾ ਜੱਟ ਨੈਣਾ ਰਾਹਕ ਗਊ ਚੌਣ ਲੱਗਾ ਤੇ ਉਹਨੂੰ ਦੁੱਧ ਪ੍ਰਾਪਤ ਨਾ ਹੋਇਆ ਗਾਂ ਦੇ ਥਣਾਂ ਦੇ ਵਿੱਚੋਂ। ਖੋਜ ਰਹੇ ਹੋ ਕਿਨਹੂ ਨਾ ਬਤਾਇਓ। ਕਹਿੰਦਾ ਇੱਕ ਦਿਨ, 2 ਦਿਨ, 3, 4, 5 ਦਿਨ ਹੋ ਗਏ। ਫੇਰ ਤਾਂ ਕਹਿੰਦੇ ਵੀ ਗੁੱਸਾ ਚੜ ਗਿਆ ਉਹਨੂੰ। ਕਹਿੰਦਾ ਵੀ ਇਹ ਮੇਰੀ ਗਾਂ ਮੈਂ ਚਰਨੀ ਛੱਡਦਾ, ਉਹ ਲੱਗਦਾ ਵੀ ਕੋਈ ਚੋ ਕੇ ਲੈ ਜਾਂਦਾ ਚੋਰੀ ਛੱਪੇ। ਲੋਕਾਂ ਨੂੰ ਪੁੱਛਣ ਲੱਗਾ, ਕਹਿਣ ਲੱਗਾ ਤੂੰ ਕਦੇ ਮੇਰੀ ਗਾਂ ਕਿ ਨਹੀਂ ਚੋਈ, ਮੇਰੀ ਗਾਂ ਦਾ ਦੁੱਧ ਚੋ ਕੇ ਤੂੰ ਤਾਂ ਨਹੀਂ ਲੈ ਜਾਂਦਾ। ਕਦੀ ਕਿਸੇ ਨੂੰ ਕਹਿੰਦਾ, ਕਦੀ ਕਿਸੇ ਨੂੰ।
ਨਾਲੇ ਕਹਿੰਦਾ ਫਿਰਦਾ ਮੈਨੂੰ ਸੱਚੋ ਸੱਚ ਦੱਸ ਦੇ, ਜੇ ਮੈਨੂੰ ਪਤਾ ਲੱਗ ਗਿਆ ਨਾ ਫਿਰ ਮੈਂ ਜੱਟਾਂ ਵਾਲੀ ਕਰੂੰ ਡਾਂਗ ਫੇਰੂੰਗਾ, ਹੁਣ ਹਟ ਜਾਓ ਮੇਰੀ ਗਾਂ ਨੂੰ ਚੋਣਾ। ਕਹਿੰਦਾ ਮੈਂ ਤਾਂ ਵੇਖ ਰਿਹਾ 1 ਦਿਨ 2 ਦਿਨ 3 ਦਿਨ ਹਫ਼ਤਾ ਹੋ ਗਿਆ ਵੀ ਰੋਜ਼ ਮੇਰੀ ਕੋਈ ਗਊ ਤੁਹਾਡੇ ਚੋਂ ਚੋ ਕੇ ਲੈ ਜਾਂਦਾ ਹੈ। ਇੱਦਾਂ ਕਹਿੰਦੇ ਵੀ ਲੜਦਾ। ਉਹ ਕਹਿੰਦੇ ਅਸੀਂ ਗਾਂ ਤੇਰੀ ਕੀ ਕਰਨੀ ਹੈ, ਵੀ ਸਾਡੀਆਂ ਦੇ ਆਪਣੀਆਂ ਮੱਝਾਂ ਗਾਵਾਂ ਹੈਗੀਆਂ, ਅਸੀਂ ਤਾਂ ਉਹਨਾਂ ਦਾ ਦੁੱਧ ਚੋ ਲੈਨੇ, ਤੇਰੀ ਗਾਂ ਦਾ ਦੁੱਧ ਚੋ ਕੇ ਕੀ ਕਰਨਾ ਹੈ। ਪਰ ਨੈਣਾ ਜਿਹੜਾ ਇਹ ਲੋਕਾਂ ਨੂੰ ਪੁੱਛਦਾ ਫਿਰਦਾ ਹੈ, ਨਾਲੇ ਲੜਦਾ ਝਗੜਦਾ ਧਮਕੀਆਂ ਦਿੰਦਾ ਏ। ਖੋਜ ਰਹਿਓ ਕਿਛ ਭੇਵ ਨ ਪਾਏ। ਬੜਿਆਂ ਨੂੰ ਕਹਿੰਦੇ ਧਮਕੀ ਜੀ ਦੇ ਕੇ ਪੁੱਛਿਆ, ਮੇਰਾ ਗੁੱਸਾ ਬੜਾ ਖਰਾਬ ਜੇ, ਫੇਰ ਮੈਂ ਕਿਉਂ ਵੀ ਮੈਂ ਲਿਹਾਜ਼ ਨਹੀਂ ਕਰਨਾ ਕਿਸੇ ਦਾ। ਪਰ ਪੁੱਛਦਾ ਰਿਹਾ, ਕੋਈ ਇਹਨੂੰ ਖੋਜ ਖਬਰ ਨਹੀਂ ਮਿਲੀ ਵੀ ਜਿਹੜੀ ਗਾਂ ਹੈ ਉਹਦਾ ਦੁੱਧ ਕੌਣ ਚੋਂਦਾ, ਇਹਦੇ ਕਿੱਥੇ ਜਾਂਦਾ ਹੈ। ਛੋਰੀ ਧਿਨ ਪਰ ਭਾਤੀ ਕਾਲ। ਹੁਣ ਫਿਰ ਇਹਨੇ ਕੀ ਕੀਤਾ ਵੀ ਕੁਝ ਦਿਨ ਲੰਘਣ ਤੋਂ ਬਾਅਦ ਕਹਿੰਦਾ ਵੀ ਆਪਾਂ ਇਉਂ ਕਰਦੇ ਵੀ ਇਹਦੇ ਮਗਰ ਮਗਰ ਰਹਿੰਦੇ ਆ, ਤੇ ਅੰਮ੍ਰਿਤ ਵੇਲੇ ਜਦੋਂ ਕੋਈ ਪਸ਼ੂ ਛੱਡਦੇ ਸਨ ਇਹਨੇ ਗਾਂ ਨੂੰ ਖੋਲ ਦਿੱਤਾ, ਰੱਸਾ ਇਹਦੇ ਗਲ ਦੇ ਵਿੱਚੋਂ ਲਾਹ ਦਿੱਤਾ। ਛਪ ਕੇ ਚਲਿਓ ਭਿਖਨ ਹਿਤ ਨਾਲ। ਤੇ ਆਪ ਕਹਿੰਦੇ ਲੁਕ ਛੁਪ ਕੇ ਥੋੜਾ ਸੱਜੇ ਖੱਬੇ ਹੋ ਕੇ ਪਿੱਛੇ ਪਿੱਛੇ ਦੂਰ ਦੂਰ ਜਿੱਧਰ ਗਾਂ ਜਾਂਦੀ ਉਹਦੇ ਮਗਰ ਮਗਰ ਜਾਂਦਾ ਵੀ ਅੱਜ ਮੌਕੇ ਤੇ ਫੜੂੰਗਾ, ਜਿਹੜਾ ਦਾ ਆ ਗਿਆ ਕਹਿੰਦਾ ਉੱਥੇ ਚੰਗੀ ਜੁੱਤੀ ਗੇੜੂੰਗਾ, ਚੰਗੀ ਡਾਂਗ ਗੇੜੂੰਗਾ ਉਸਦੇ। ਦੂਰ ਦੂਰ ਸੋ ਦੇਖਤ ਰਹਿਓ। ਏਦਾਂ ਦੂਰ ਦੂਰ ਤੀਕਰ ਖਲੋਤਾ ਹੋਇਆ ਵੇਖਦਾ ਹੈ, 4 ਚੁਫੇਰੇ ਵੀ ਹੁਣ ਕੋਈ ਇਹਨੂੰ ਚਾਉਣ ਆਉਂਦਾ, ਹੁਣ ਕੋਈ ਇਹਦਾ ਦੁੱਧ ਕੱਢਣ ਆਉਂਦਾ ਹੈ। 3 ਪਹਿਰ ਲਗਨ ਹੈ ਕਿਛ ਲਹਿਓ। 3 ਪਹਿਰ ਲੰਘ ਗਏ, ਸਵੇਰ ਦੀ ਗਾਂ ਛੱਡੀ ਹੈ, 3 ਪਹਿਰ ਲੰਘ ਗਏ, ਪਰ ਇਹਨੇ ਵੇਖਿਆ ਵੀ ਹਾਲਾਂ ਤੀਕਰ ਤਾਂ ਕੋਈ ਗੱਲ ਨਹੀਂ ਹੋਈ, ਨਾ ਕਿਸੇ ਨੇ ਗਾਂ ਚੋਈ ਆ ਤੇ ਨਾ ਕੋਈ ਹੋਰ ਕਾਰਨ ਹੋਇਆ ਏ। 4 ਘੜੀ ਦਿਨ ਜਬ ਹੂੰ ਜਾਨਾ। ਜਦੋਂ 4 ਘੜੀਆਂ ਦਿਨ ਬਾਕੀ ਰਹਿ ਗਏ, ਇਹਨੇ ਜਾਣਿਆ ਵੀ ਲੱਗਦਾ ਵੀ ਮੇਰਾ ਵਹਿਮ ਹੈ ਜਾਂ ਅੱਜ ਕਿਸੇ ਨੂੰ ਪਤਾ ਲੱਗ ਗਿਆ ਵੀ ਮੈਂ ਮਗਰ ਆਇਆ ਹਾਂ। ਪਹੁੰਚੇ ਸੁਰ ਭੇ ਤਾਹੇ ਸਥਾਨਾ। ਪਰ ਜਦੋਂ 4 ਘੜੀਆਂ ਦਿਨ ਬਾਕੀ ਰਹਿ ਗਿਆ, ਜਿਹੜੀ ਗਾਂ ਸੀ ਨਾ ਉਹ ਕਪਲਾ ਗਊ ਨੈਣੇ ਜੱਟ ਦੀ, ਉਹ ਜਿੱਥੇ ਉੱਚੇ ਪਹਾੜ ਤੇ ਉੱਚੇ ਟਿੱਲੇ ਦੇ ਰੋਜ਼ ਹੀ ਪਹੁੰਚਦੀ ਸੀ ਜਿਸ ਥਾਂ ਤੇ, ਚਲਦਿਆਂ ਚਲਦਿਆਂ ਕਹਿੰਦੇ ਗਾਂ ਉਸ ਥਾਂ ਤੇ ਚਲੇ ਗਈ। ਉੱਪਰ ਖਰੀ ਸ਼ਰਵੇ ਥਨ ਤਵੈ। ਆ ਇੱਕ ਥੋੜੀ ਜੀ ਥਾਂ ਹੈ, ਕੋਈ 2-3 ਗਿੱਠਾਂ ਜੀਆਂ, ਉਹਦੇ ਉੱਤੇ ਜਾ ਕੇ ਖਲੋ ਗਈ। ਉੱਤੇ ਜਦੋਂ ਖਲੋਤੀ ਆ ਤੇ ਉਹਦੇ ਅਸਥਨਾਂ ਦੇ ਵਿੱਚੋਂ ਸਹਿਜੇ ਸਹਿਜੇ ਕਰਦਿਆਂ ਦੁੱਧ ਚੋਣ ਲੱਗ ਪਿਆ। ਜਿਸੋ ਦੁਗਧ ਸੀਚ ਥਲ ਸਭੈ। ਆ ਥਣਾਂ ਦੇ ਵਿੱਚੋਂ ਦੁੱਧ ਨਿਕਲਿਆ ਤੇ ਜਿਹੜੀ ਉਹਦੇ ਹੇਠਾਂ ਥਾਂ ਸੀ ਉਹਦੇ ਵਿੱਚ ਸਿੰਚ ਗਿਆ, ਸਿਮ ਗਿਆ। ਤਿਨ ਪਰ ਕਰਮਾ ਫਿਰ ਕਰ ਕਰੀ। ਨੈਣਾ ਵੇਖ ਰਿਹਾ ਸਾਰੀ ਗੱਲ ਵੀ ਇਹ ਗੱਲ ਕੀ ਬਣ ਰਹੀ ਵੀ ਦੁੱਧ ਆਪਣੇ ਆਪ ਇਹਦੇ ਥਣਾਂ ਚੋਂ ਵਗ ਰਿਹਾ ਹੈ। ਫਿਰ ਕੀ ਹੋਇਆ ਵੀ ਜਦੋਂ ਦੁੱਧ ਗਾਂ ਦੇ ਥਣਾਂ ਦੇ ਵਿੱਚੋਂ ਸਾਰਾ ਨਿਕਲ ਗਿਆ, ਫਿਰ ਉਸ ਥਾਂ ਦੀਆਂ 3 ਪ੍ਰਕਰਮਾਂ ਗਾਂ ਨੇ ਕੀਤੀਆਂ। ਸੀਸ ਨਵਾਏ ਸਦਨ ਕੋ ਫਿਰੀ। ਤੇ 3 ਪ੍ਰਕਰਮਾਂ ਕਰਕੇ ਤੇ ਸਿਰਜਿਆ ਗਾਂ ਨੇ ਝੁਕਾਇਆ ਤੇ ਆਪਣੇ ਘਰ ਵੱਲ ਨੂੰ ਵਾਪਸ ਮੁੜ ਆਈ। ਹੁਣ ਨੈਣਾ ਗਮਨਿਓ ਤਿਸ ਥਾਨਾ। ਪਰ ਨੈਣਾ ਕਹਿੰਦਾ ਇਹ ਤਾਂ ਥਾਂ ਇੱਥੇ ਸਾਰਾ ਦੁੱਧ ਗਊ ਦੇ ਆਪਣੇ ਆਪ ਥਣਾਂ ਚੋਂ ਕਹਿੰਦਾ ਵੀ ਸਿਮ ਗਿਆ। ਮੈਂ ਵੀ ਹੋ ਗਿਆ ਇੰਨੇ ਦਿਨ ਕਦੀ ਕਿਸੇ ਦੇ ਗੱਲ ਪੈਣਾ, ਕਦੀ ਕਿਸੇ ਦੇ, ਕਦੀ ਕਿਸੇ ਨਾਲ ਡਾਂਗ ਸੋਟਾ ਖੜਕਾਉਣ ਤੱਕ ਗਿਆ, ਕਦੀ ਕਿਸੇ ਦੇ ਨਾਲ। ਕਹਿੰਦਾ ਵੀ ਇਹ ਥਣਾਂ ਦੇ ਵਿੱਚੋਂ ਦੁੱਧ ਤਾਂ ਆਪਣੇ ਆਪ ਗਾਂ ਦੇ ਵਗ ਗਿਆ। ਵੇਖਿਆ ਵੀ ਗਾਂ ਜਿੱਥੇ ਮੱਥਾ ਟੇਕ ਰਹੀ, ਪ੍ਰਕਰਮਾ ਕੀਤੀ ਵੀ ਇਹੋ ਜਿਹੀ ਕੀ ਥਾਂ ਹੈ। ਇਹ ਵੇਖ ਕਰਕੇ ਨੈਣਾ ਜ਼ਿਮੀਂਦਾਰ ਉਸ ਥਾਂ ਤੇ ਚਲਾ ਗਿਆ। ਅਬਿਲੋਕਤ ਮਨ ਭਇਓ ਹਿਰਨ। ਵੇਖ ਕੇ ਮਨ ਵਿੱਚ ਬੜਾ ਹੈਰਾਨ ਹੋਇਆ ਵੀ ਸਾਰੀ ਥਾਂ ਦੁੱਧ ਦੇ ਨਾਲ ਗਿੱਲੀ ਹੋਈ ਹੈ, ਦੁੱਧ ਜਿਹੜਾ ਇਹ ਥਣਾਂ ਦੇ ਵਿੱਚੋਂ ਸਾਰਾ ਸਿਮਿਆ ਹੋਇਆ ਏ। ਨਾਮੋ ਕੀਨ ਘਰ ਕੋ ਚਲਿਆ। ਕਹਿੰਦਾ ਜਿਹਨੂੰ ਗਾਂ ਨੇ ਨਮਸਕਾਰ ਕੀਤੀ, ਕੀ ਪਤਾ ਕਿਹੋ ਜਿਹੀ ਜਗ੍ਹਾ ਹੋਵੇਗੀ। ਇਹ ਨੈਣਾ ਜ਼ਿਮੀਂਦਾਰ ਵੀ ਉੱਥੇ ਮੱਥਾ ਟੇਕ ਕੇ ਤੇ ਵਾਪਸ ਘਰ ਨੂੰ ਆ ਗਿਆ। ਬੁੱਧਵੰਤਨ ਕੇ ਨਿਕਟ ਬਤਾਏ। ਕੋਈ ਸਿਆਣੇ ਜਿਹੜੇ ਇਹਦੇ ਨਗਰ ਦੇ ਸਨ, ਉਹਨਾਂ ਦੇ ਨਾਲ ਜਾ ਕੇ ਨੇ ਸਲਾਹ ਕੀਤੀ, ਗੱਲ ਦੱਸੀ ਵੀ ਐਵੇਂ ਕਈ ਦਿਨਾਂ ਦਾ ਮੇਰੀ ਗਾਂ ਮੈਂ ਚੋਣ ਲੱਗਦਾ ਸੀ ਤੇ ਦੁੱਧ ਨਹੀਂ ਸੀ ਮਿਲਦਾ, ਪਰ ਅੱਜ ਮੈਂ ਮਗਰ ਜਾ ਕੇ ਵੇਖਿਆ ਵੀ ਇੱਕ ਥਾਂ ਤੇ ਗਾਂ ਖਲੋਂਦੀ ਹੈ ਤੇ ਉਹਦੇ ਥਣਾਂ ਦੇ ਵਿੱਚੋਂ ਆਪਣੇ ਆਪ ਸਾਰਾ ਦੁੱਧ ਸਿਮ ਜਾਂਦਾ ਹੈ। ਸ਼ਕਤਵੰਤ ਸੋ ਥਾਨ ਪਛਾਨਾ। ਉਹ ਜਿਹੜੇ ਸਿਆਣੇ ਸਾਨੂੰ ਕਹਿੰਦੇ ਵੀ ਇਹ ਹੈ ਵੀ ਉਹ ਕੋਈ ਥਾਂ ਸ਼ਕਤੀ ਵਾਲਾ ਹੋਵੇਗਾ, ਹੋ ਵੀ ਸਕਦਾ ਹੈ, ਕਿਉਂਕਿ ਜਿਹੜੇ ਮਹਾਤਮਾ ਲੋਕ ਸਨ ਪੁਰਾਣੇ ਸਮਿਆਂ 'ਚ ਉਹ ਉੱਚੇ ਥਾਂ ਵੇਖਦੇ ਸੀ ਵੀ ਜਿੱਥੇ ਕੋਈ ਆਵੇ ਜਾਵੇ ਨਾ ਵੀ ਉੱਥੇ ਬਹਿ ਕੇ ਬੰਦਗੀ ਕਰਦੇ ਹੁੰਦੇ ਸਨ। ਕੋਈ ਬੰਦਗੀ ਵਾਲੀ ਪਵਿੱਤਰ ਥਾਂ ਵੀ ਹੋ ਸਕਦੀ ਹੈ, ਜਾਂ ਉਹ ਗਾਂ ਦੇ ਥਣਾਂ ਦੇ ਵਿੱਚੋਂ ਦੁੱਧ ਪਸ਼ੂ ਦੇ ਕਈ ਵਾਰ ਆਪੇ ਵੀ ਧਾਰਾਂ ਸਿਮਣ ਲੱਗ ਪੈਂਦੀਆਂ, ਥੋੜੀ ਗੱਲ ਵਧਾ ਵੀ ਲੈਂਦੇ ਨੇ, ਫਿਰ ਥੋੜਾ ਬਹੁਤ ਦੁੱਧ ਸਿਮਿਆ ਹੋਵੇ ਤੇ ਉਹਨੇ ਗੱਲ ਵਧਾਤੀ ਹੋਣੀ। ਮਹਾਰਾਜ ਤਾਂ ਇੱਕ ਸਿਰਫ ਦੱਸ ਰਹੇ ਨੇ ਵੀ ਇਦਾਂ ਮੰਨਦੇ ਨੇ ਲੋਕ,
ਵੀ ਉਹਨਾਂ ਆਖਿਆ ਵੀ ਇਹ ਥਾਂ ਕੋਈ ਸ਼ਕਤੀ ਵਾਲੀ ਜਾਪਦੀ ਹੈ। ਨੈਣੇ ਤਬੈ ਸੁਧਾਰਨ ਆ ਠਾਣ ਫੇਰ ਕੀ ਨੈਣਾ ਗਿਆ, ਉਹਨੇ ਥੋੜਾ ਜਿਹਾ ਘਾਹ ਘੂ ਜਿਹਾ ਪੁੱਟਿਆ, ਸੁਧਾਰਤਾ, 4 ਇੱਟਾਂ ਉਹਦੇ ਉੱਤੇ ਰੱਖ ਦਿੱਤੀਆਂ ਕਿ ਇਹ ਕੋਈ ਪਵਿੱਤਰ ਜਗ੍ਹਾ ਹੈ। ਜਾਨ ਚੰਡਕਾ ਤਹਾਂ ਆ ਮਨਾ ਕਹਿੰਦਾ ਵੀ ਇਹ ਕੋਈ ਸ਼ਕਤੀ ਵਾਲੀ ਜਗ੍ਹਾ ਇਹਦੇ ਪੂਜਣੀ ਸ਼ੁਰੂ ਕਰਤੀ। ਐਦਾਂ ਫਿਰ ਨੈਣੇ ਦਾ ਟੱਲਾ ਸੀ, ਕਰਦਿਆਂ ਲੋਕਾਂ ਨੇ ਉਹਨੂੰ ਨੈਣਾ ਦੇਵੀ ਬਣਾਤਾ। ਕਿਉਂਕਿ ਇਸ ਲੋਕ ਦੇ ਜਿਹੜੇ ਇਸ ਦੇਸ਼ ਦੇ ਪੁਰਾਣੇ ਲੋਕ ਨੇ ਨਾ ਜਿਹੜੇ, ਉਹ ਹਰ ਇੱਕ ਚੀਜ਼ ਨੂੰ ਜਿਹੜਾ ਹੈ ਉਹ ਇਸਤਰੀ ਲਿੰਗ ਬਣਾਉਂਦੇ ਨੇ। ਜਿਵੇਂ ਭਾਰਤ ਜਿਹੜਾ ਸੀ ਉਹ ਹੈ ਸੀ ਬੰਦਾ, ਪਰ ਕਹਿ ਦਿੰਦੇ ਨੇ ਭਾਰਤ ਮਾਤਾ। ਇਵੇਂ ਜਿਹੜੀ ਵੀ ਚੀਜ਼ ਦਾ ਆਪਾਂ ਨਾਂ ਲਵਾਂਗੇ ਉਹਦੇ ਗਾੜੀ ਮਾਤਾ ਮਾਂ, ਬਸ ਹਰ ਇੱਕ ਚੀਜ਼ ਦੇ ਨਾਲ ਉਹ ਮਾਂ ਬਣਾ ਦਿੰਦੇ ਨੇ, ਦੇਵੀ ਬਣਾ ਦਿੰਦੇ ਨੇ। ਇਵੇਂ ਹੀ ਉਹ ਥਾਂ ਨੂੰ ਸੁਧਾਰਿਆ ਨੈਣੇ ਨੇ। ਉਹ ਨੈਣੇ ਜੱਟ ਨੇ ਇੱਟਾਂ ਦੀਆਂ ਰੱਖਦੀਆਂ, ਕਹਿੰਦੇ ਕੋਈ ਪਵਿੱਤਰ ਥਾਂ ਹੈ ਵੀ। ਉਹਨੇ ਮੱਥਾ ਟੇਕਿਆ, ਉਹ ਹੋਰ ਵੀ ਟੇਕਣ ਲੱਗ ਪਏ। ਉੱਥੇ ਜਾ ਕੇ ਉਹ ਪੂਜਾ ਕਰਨ ਲੱਗ ਪਿਆ। ਪੂਜਨ ਲਗੇ ਲੋਕ ਆ ਸਮੁਦਾਇ ਫੇਰ ਕੀ ਨੈਣੇ ਦੇ ਕਈ ਲੋਕ ਕਹਿੰਦੇ ਵੀ ਇਸ ਥਾਂ ਦੇ ਉੱਤੇ ਕੋਈ ਸ਼ਕਤੀ ਹੈ। ਕਹਿੰਦੇ ਵੀ ਗਾਂ ਇੱਥੇ ਆ ਕੇ ਰੋਜ਼ ਹੀ ਆਪਣੇ ਥਣਾ ਦਾ ਦੁੱਧ ਸਾਰਾ ਇੱਥੇ ਚੁਆ ਜਾਂਦੀ ਹੈ। ਥਾਂ ਪਵਿੱਤਰ ਮੰਨ ਲਈ। ਇੱਕ ਨੇ ਮੱਥਾ ਟੇਕਿਆ, ਦੂਸਰੇ ਨੇ, ਤੀਸਰੇ ਨੇ। ਟੇਕਦਿਆਂ ਸਾਰੇ ਪੂਜਾ ਕਰਨ ਲੱਗ ਪਏ। ਕਿਉਂ? ਇੱਕ ਕਵੀ ਨੇ ਕਿਹਾ ਹੈ, ਜਗਤ ਕੀ ਭੇਡਾ ਚਾਲ ਚਲਤੇ ਕੇ ਪਿੱਛੇ ਚੱਲੇ, ਪਰ ਪਾਰਥ ਨਾ ਪਛਾਣੇ ਦੇਖੋ ਜਗਤ ਕੀ ਮੂੜਤਾ। ਕਹਿੰਦੇ ਵੀ ਲੋਕ ਭੇਡ ਚਾਲ ਹੈ। ਜੇ ਇੱਕ ਭੇਡ ਖੂਜ ਡਿੱਗੀ ਸਾਰੀਆਂ ਡਿੱਗ ਪੈਂਦੀਆਂ। ਉਹ ਇਹ ਨਹੀਂ ਵੇਖਦੀਆਂ ਵੀ ਉਹ ਡਿੱਗੀ ਅਸੀਂ ਨਾ ਜਾਈਏ, ਸਾਰੀਆਂ ਵਿੱਚ ਇੱਕ ਗਲਤ ਪਾਸੇ ਜਾਂਦੀ ਹੈ, ਸਾਰੀਆਂ ਭੇਡਾਂ ਮਗਰ। ਇਵੇਂ ਉਸ ਨੈਣੇ ਨੇ ਮੱਥਾ ਟੇਕਦਾ, ਕਹਿੰਦਾ ਵੀ ਪਵਿੱਤਰ ਥਾਂ ਹੈ। ਦੂਜਾ ਵੀ ਆਇਆ, ਕਹਿੰਦਾ ਪਵਿੱਤਰ ਥਾਂ। ਤੀਜਾ ਗੱਲ ਕੀ, ਫਿਰ ਮੱਥਾ ਟੇਕਣ ਲੱਗ ਪਏ ਤੇ ਉਹ ਥਾਂ ਦੀ ਪੂਜਾ ਸ਼ੁਰੂ ਹੋ ਗਈ। ਜਨਨ ਕਾਮਨਾ ਪੂਰਨ ਕਰੈ ਫਿਰ ਲੋਕ ਜੇ ਕੋਈ ਪੁੱਛਦਾ ਹੈ ਵੀ ਤੁਸੀਂ ਇੱਥੇ ਮੱਥਾ ਕਿਉਂ ਟੇਕਦੇ ਹੋ, ਕਹਿਣ ਲੱਗੇ ਇੱਥੇ ਕੋਈ ਸ਼ਕਤੀ ਵੱਸਦੀ ਹੈ। ਇਹ ਸਾਡੇ ਦਾਸਾਂ ਦੀਆਂ ਕਾਮਨਾ ਪੂਰੀਆਂ ਕਰਦੀ। ਮੇਰੀ ਇੱਛਾ ਪੂਰੀ ਹੋਈ, ਮੈਂ ਮੰਨਤ ਮਨਾਈ ਸੀ, ਮੇਰੀ ਮੰਨਤ ਪੂਰੀ ਹੋ ਗਈ ਆ। ਜਥਾ ਭਾਵਨਾ ਤੇ ਸਥਲ ਧਰੈ ਇਸ ਤਰ੍ਹਾਂ ਉਹ ਲੋਕ ਕਹਿਣ ਲੱਗੇ ਜਿੱਦਾਂ ਦੀ ਅਸੀਂ ਭਾਵਨਾ ਰੱਖਦੇ ਆ ਉਹ ਸਾਡੀ ਭਾਵਨਾ ਪੂਰੀ ਹੋਣ ਲੱਗ ਪਈ ਆ। ਬ੍ਰਿੰਦ ਮਹਿ ਗਿਰਸੇ ਉੱਚੇ ਜਿੰਨੀਆਂ ਵੀ ਪਹਾੜੀਆਂ ਨੇ, ਉਹਨਾਂ ਸਾਰੀਆਂ ਪਹਾੜੀਆਂ ਜੋ ਕਲਗੀਧਰ ਜੀ ਕਹਿੰਦੇ ਉਹ ਪਹਾੜੀ ਉੱਚੀ ਹੈ ਨੈਣੇ ਦੇ ਟਿੱਲੇ ਵਾਲੀ, ਜਿਹਨੂੰ ਹੁਣ ਨੈਣਾ ਦੇਵੀ ਕਹਿੰਦੇ ਨੇ। ਨਿਖਮ ਪੰਥ ਤੇ ਹਵੇ ਨਾ ਪਹੁੰਚੇ। ਤੇ ਪੰਡਤ ਜੀ ਜਿਵੇਂ ਤੁਸੀਂ ਕਹਿੰਦੇ ਹੋ ਨਾ ਵੀ ਇਕਾਂਤ ਜਾਂ ਥਾਂ ਹੋਵੇ, ਉਹ ਔਖਾ ਬੜਾ ਰਾਹ ਹੈ, ਉਸ ਥਾਂ ਦੇ ਉੱਤੇ ਕੋਈ ਹੋਰ ਦੂਸਰਾ ਨਹੀਂ ਪਹੁੰਚੇਗਾ। ਸਾਵਨ ਮਹਾ ਇਕੰਤ ਭਲੇਰਾ ਇੱਕ ਫਿਰ ਤੁਹਾਡੇ ਮੁਤਾਬਕ ਤੁਸੀਂ ਗਊ ਪਵਿੱਤਰ ਮੰਨੀ ਹੈ, ਗਊ ਦਾ ਦੁੱਧ ਪਵਿੱਤਰ ਮੰਨਿਆ ਹੈ, ਤੇ ਗਊ ਦੇ ਦੁੱਧ ਕਰਕੇ ਉਹ ਤੁਹਾਡੇ ਮੁਤਾਬਕ ਥਾਂ ਪਵਿੱਤਰ ਹੈ। ਸਾਡੇ ਲਈ ਤਾਂ ਸਾਰੀਆਂ ਥਾਵਾਂ ਪਵਿੱਤਰ ਹੈ ਜਿੱਥੇ ਬੈਠ ਕੇ ਰੱਬ ਦੀ ਬੰਦਗੀ ਕਰੀਏ। ਕਲਗੀਧਰ ਪਾਤਸ਼ਾਹ ਕਹਿ ਸਕਦੇ ਸੀ ਵੀ ਇੱਥੇ ਬਹਿ ਜਾਓ, ਆ ਪਵਿੱਤਰ ਜਗ੍ਹਾ ਹੈ। ਬਾਹਮਣ ਨੇ ਕਹਿਣਾ ਸੀ ਨਹੀਂ ਮਹਾਰਾਜ ਤੁਸੀਂ ਮੱਲੋ ਮੱਲੀ ਮੈਨੂੰ ਇੱਥੇ ਬਹਾ ਲਿਆ, ਹੁਣ ਨਹੀਂ ਚੰਡੀ ਪ੍ਰਗਟ ਹੋਣੀ। ਸਾਹਿਬ ਕਹਿੰਦੇ ਵੀ ਇਦਾਂ ਉੱਥੇ ਪਵਿੱਤਰ ਜਗ੍ਹਾ ਹੈ, ਉਹਦਾ ਮਹਾਤਮ ਦੱਸਦੇ ਹਨ। ਨਾਲੇ ਇਕਾਂਤ ਹੈ, ਨਾਲੇ ਭਲਾ ਇਲਾਕਾ ਹੈ, ਹਵਾ ਸੋਹਣੀ ਵਗਦੀ ਏ। ਇਸ ਕਾਰਜ ਕੋ ਨੀਕੋ ਹੈ। ਆ ਵੇਖ ਲੈ ਵੀ ਇਹ ਜਿਹੜਾ ਤੂੰ ਕਾਰਜ ਕਰਨਾ ਹੈ ਨਾ, ਵੀ ਜਗ ਕਰਨਾ ਹੈ, ਫਿਰ ਚੰਡੀ ਪ੍ਰਗਟ ਕਰਨੀ ਹੈ, ਦਰਸ਼ਨ ਕਰਾਉਣੇ ਸਾਨੂੰ ਦੇਵੀ ਦੇ, ਇਸ ਕੰਮ ਕਰਨ ਦੇ ਲਈ ਉਹ ਥਾਂ ਚੰਗੀ ਹੈ। ਸਾਧ ਸੰਗਤ ਇੱਥੋਂ ਤੀਕਰ ਵੇਖੋ 10ਵੇਂ ਪਾਤਸ਼ਾਹ ਤੀਕਰ ਜਿੱਥੇ ਹੁਣ ਨੈਣਾ ਦੇਵੀ ਦਾ ਮੰਦਿਰ ਬਣਿਆ ਨਾ, ਉਸ ਥਾਂ ਤੇ ਕੁਝ ਨਹੀਂ ਸੀ। ਨੈਣੇ ਜੱਟ ਨੇ ਉਸ ਥਾਂ ਨੂੰ ਪਵਿੱਤਰ ਮੰਨ ਕੇ ਵੀ ਮੇਰੀ ਗਊ ਦਾ ਦੁੱਧ ਇੱਥੇ ਆਪਣੇ ਆਪ ਸਿਮਿਆ ਹੈ, ਉਹਨੇ 4 ਇੱਟਾਂ ਰੱਖਤੀਆਂ। ਲੋਕ ਨਾਕਣ ਲੱਗਣ ਲੱਗ ਪਏ, ਫਿਰ ਮੱਥਾ ਟੇਕਣ ਲੱਗ ਪਿਆ। ਹੁਣ ਸਾਡਾ ਲਾਣਾ ਵੀ ਬਹੁਤ ਸਾਉਣ ਦੇ ਮਹੀਨੇ 'ਚ ਅੱਗੋਂ ਪਿੱਛੋਂ ਤਾਂ ਜਾਂਦਾ ਹੀ ਹੈ। ਜਦੋਂ ਸਾਉਣ ਦਾ ਮਹੀਨਾ ਹੁੰਦਾ ਨਾ, ਉਦੋਂ ਬਹੁਤ ਲਾਲ ਝੰਡੀਆਂ ਜੀਆਂ ਲਾਲ ਆ ਕੇ ਜਾਂਦੇ, ਕਹਿੰਦੇ ਨੈਣਾ ਦੇਵੀ ਦੇ ਚੱਲੇ ਆ। ਉਹ ਮੰਨਦੇ ਨੇ ਵੀ ਇੱਥੇ ਨੈਣਾ ਦੇਵੀ ਦੇ, ਕਹਿੰਦੇ ਵੀ ਇੱਥੇ ਨੇਤਰ ਨੇ। ਜਦੋਂ ਪਾਰਬਤੀ ਨੇ ਆਪਣੇ ਆਪ ਨੂੰ ਸਾੜਿਆ ਸੀ ਨਾ, ਉੱਥੇ ਜਿੱਥੇ ਜਿੱਥੇ ਉਹਦਾ ਕੋਈ ਅੰਗ ਡਿੱਗਿਆ ਸਰੀਰ ਦਾ, ਇਹ ਉੱਥੇ ਸਨਾਤਨੀਆਂ ਨੇ ਮੰਦਿਰ ਬਣਾ ਲਏ। ਅਸਲ ਵਿੱਚ ਜਿੱਥੇ ਉਹ ਮੰਨਦੇ ਹਨ ਵੀ ਨੇਤਰ ਡਿੱਗੇ, ਪਾਰਬਤੀ ਦੀਆਂ ਅੱਖਾਂ ਡਿੱਗੀਆਂ, ਉਹ ਤਾਂ ਨੈਣੀਤਾਲ ਹੈ। ਤੇ ਇੱਥੇ ਨੈਣੇ ਦਾ ਟਿੱਲਾ ਸੀ, ਉਹਨੂੰ ਟਿੱਲੇ ਤੋਂ ਨੈਣਾ ਦੇਵੀ ਬਣਾ ਲਿਆ। ਕਈ ਇਤਿਹਾਸਕਾਰਾਂ ਇਹ ਵੀ ਲਿਖਿਆ ਹੈ ਵੀ ਜਿਹੜਾ ਇਹ ਨੈਣਾ ਹੈ ਨਾ, ਇਹਦੇ ਘਰ ਦੇ ਵਿੱਚ ਇੱਕ ਲੜਕੀ ਸੀ, ਜਿੱਤੋਂ ਕਹਿਣ ਲੱਗੇ ਵੀ ਨੈਣਾ, ਤੇ ਨੈਣੇ ਦੀ ਲੜਕੀ ਨੂੰ ਕਹਿਣ ਲੱਗ ਪਏ ਦੇਵੀ, ਨੈਣਾ ਦੇਵੀ। ਨੈਣੇ ਦਾ ਟਿੱਲਾ, ਉਹ ਤੋਂ ਸਹਿਜੇ ਇਸ ਪਾਸੇ ਉਹਨਾਂ ਨੇ ਗਾੜੀ ਮੰਦਿਰ ਬਣਾ ਲਏ। ਗਾਂ ਦੀ ਗਾਂ ਲੋਕ ਸਾਡੇ ਵੀ ਉੱਥੇ ਜਾਂਦੇ, ਕਹਿੰਦੇ ਵੀ ਇਹ ਨੈਣਾ ਦੇਵੀ ਹੈ ਜੀ। ਇੱਦਾਂ ਕਈ ਸਥਾਨ ਬਣੇ ਹਨ ਜਿਨ੍ਹਾਂ ਦਾ ਕੋਈ ਇਤਿਹਾਸ, ਕੋਈ ਮਹਾਤਮ ਨਹੀਂ ਹੈ। ਸਤਿਗੁਰੂ ਸਾਹਿਬ ਕਹਿੰਦੇ ਪੰਡਤ ਜੀ ਜੇ ਜੱਗ ਕਰਨਾ ਹੈ ਨਾ, ਚੰਡੀ ਦਾ ਪੂਜਨ ਕਰਨਾ ਹੈ,
ਤਾਂ ਉਹ ਤੁਹਾਡੇ ਵਾਸਤੇ ਵੇਖ ਲਓ ਇੱਕ ਵਾਰ ਚੱਲ ਕੇ ਬੜੀ ਸੋਹਣੀ ਜਗ੍ਹਾ ਹੈ। ਚਲੋ ਪ੍ਰਾਤ ਕੋ ਹੀਰਨ ਕਰੀਏ। ਚਲੋ ਸਵੇਰੇ ਅਸੀਂ ਨਹੀਂ ਕਹਿੰਦੇ ਵੀ ਉਸੇ ਥਾਂ ਕਰੋ, ਤੁਸੀਂ ਆਪਣੀ ਮਨ ਦੀ ਮਰਜ਼ੀ ਕਰਿਓ। ਦਸਮ ਪਾਤਸ਼ਾਹ ਕਹਿੰਦੇ ਪਰ ਇਹਨਾਂ ਵੀ ਤੁਹਾਨੂੰ ਥਾਂ ਵਿਖਾ ਦੇਵਾਂਗੇ, ਸਾਡੇ ਨਾਲ ਚਲੋ ਸਵੇਰੇ। ਹੁਣ ਸੁਧਾਰ ਪੇ ਹੇਤ ਉਚਰੀ ਹੈ। ਤੇ ਫਿਰ ਨਾਲੇ ਜਿਵੇਂ ਵੀ ਕਹਿੰਦੇ ਵੀ ਸਾਰਾ ਕੋਈ ਉਹਨੂੰ ਸੁਧਾਰਨਾ, ਜੇ ਚੰਗੀ ਲੱਗੇ ਜਗ੍ਹਾ ਕਹਿ ਦਿਓ ਵੀ ਇਹਨੂੰ ਸਾਫ਼ ਕਰ ਦਿਓ, ਸਾਫ਼ ਕਰ ਦਾਂਗੇ। ਇੱਕ ਦਾ ਕੋਠਾ ਵੀ ਉੱਥੇ ਸੱਤ ਦਿਆਂਗੇ। ਸੁਣ ਕੇ ਸ਼ਬਦੀ ਕੇ ਮਨ ਮਾਨੇ। ਆ ਕੇਸ਼ਵ ਦਾਸ ਪੰਡਤ ਨੇ ਮਹਾਰਾਜ ਕੋਲ ਸੁਣ ਕੇ ਗੱਲ ਚੰਗੀ ਤਰ੍ਹਾਂ ਮਨ ਚ ਮੰਨੀ ਵੀ ਸਾਹਿਬ ਜੀ ਚਲੋ ਕੱਲ ਨੂੰ ਮੈਨੂੰ ਥਾਂ ਵਿਖਾ ਦਿਓ। ਭਲੀ ਬਾਤ ਇਵ ਕਹਿ ਕਰ ਬਾਨੀ। ਕਹਿੰਦਾ ਭਲੀ ਬਾਤ ਇਵ ਕਹਿ ਕਰ ਬਾਨੀ। ਮਹਾਰਾਜ ਬੜੀ ਭਲੀ ਗੱਲ ਹੈ, ਚੰਗੀ ਗੱਲ ਹੈ ਜੇ ਇਦਾਂ ਦਾ ਕੋਈ ਮਹਾਤਮ ਹੈ। ਸਾਧ ਸੰਗਤ ਇੱਥੇ ਇੱਕ ਹੋਰ ਗੱਲ ਜੁੜਦੀ ਜੇ, ਜਿਹੜਾ ਕੇਸ਼ਵ ਦਾਸ ਪੰਡਤ ਹੈ ਨਾ, ਇਹ ਉਸ ਵੇਲੇ ਹਿੰਦੂਆਂ ਦੇ ਵਿੱਚੋਂ ਸਭ ਤੋਂ ਵੱਡਾ ਵਿਦਵਾਨ ਪੰਡਤ ਹੈ। ਤੇ ਇਹਨੂੰ ਨੈਣਾ ਦੇਵੀ ਦਾ ਮੰਦਿਰ ਜੇ ਹੁੰਦਾ ਤੇ ਇਹਨੂੰ ਪਤਾ ਨਹੀਂ ਸੀ ਹੋਣਾ ਵੀ ਇੱਥੇ ਨੈਣਾ ਦੇਵੀ ਦਾ ਕੋਈ ਮੰਦਿਰ ਹੈਗਾ ਹੈ। ਇਹਨੂੰ ਤਾਂ ਸਾਰੇ ਸਥਾਨਾਂ ਦਾ ਪਤਾ ਸੀ ਹਿੰਦੂ ਧਰਮ ਦੇ, ਇਹਨੂੰ ਪਤਾ ਨਹੀਂ ਸੀ ਹੋਣਾ। ਜ਼ਰੂਰ ਪਤਾ ਹੁੰਦਾ ਜੇ ਉੱਥੇ ਨੈਣਾ ਦੇਵੀ ਦਾ ਮੰਦਿਰ ਕੋਈ ਹੁੰਦਾ। ਇਹ ਤਾਂ ਬਾਅਦ ਦੀਆਂ ਗੱਲਾਂ ਹਨ। ਸਤਿਗੁਰੂ ਮਹਾਰਾਜ ਤੋਂ ਸੁਣ ਕੇ ਕਹਿੰਦਾ ਪਾਤਸ਼ਾਹ ਬਿਲਕੁਲ ਠੀਕ ਗੱਲ ਹੈ, ਮੈਂ ਤੁਹਾਡੇ ਨਾਲ ਕੱਲ ਸਵੇਰੇ ਚੱਲਾਂਗਾ। ਆਇਸ ਪਾਏ ਗਇਓ ਨਿਜ ਡੇਰੇ। ਗੁਰਾਂ ਦੀ ਆਗਿਆ ਲੈ ਕੇ ਆਪਣੇ ਡੇਰੇ ਚਲਾ ਗਿਆ। ਚਿਤਵਤ ਦੇਵੀ ਕਾਜ ਬਡੇਰੇ। ਸ਼ਹੀਦੀ ਬਾਗ ਦੇ ਵਿੱਚ ਬੈਠਾ ਹੈ, ਸੋਚੀ ਜਾ ਰਿਹਾ, ਕਹਿੰਦਾ ਮੈਂ 1.25 ਲੱਖ ਭੇਟਾ ਮੰਗ ਤੇ ਲਈ ਹੈ ਵੀ ਦੇਵੀ ਪ੍ਰਗਟ ਕਰਾਂਗਾ, ਪਰ ਦੇਵੀ ਪ੍ਰਗਟ ਕਰਨ ਦਾ ਕਹਿੰਦਾ ਕੰਮ ਬੜਾ ਵੱਡਾ ਵੀ ਮੈਂ ਤਾਂ ਸੋਚਿਆ ਸੀ ਵੀ ਗੁਰੂ ਸਾਹਿਬ ਨੂੰ ਡਰਾ ਡਰੂ ਦਊਂਗਾ ਵੀ ਮੈਂ ਤਾਂ ਚੰਡੀ ਪ੍ਰਗਟ ਕਰ ਸਕਦਾ ਵੀ ਤੁਹਾਡੇ ਕੋਲ ਨਹੀਂ ਸੇਵਾ ਨਹੀਂ ਹੋਣੀ। ਹੁਣ ਇਹ ਮਹਾਰਾਜ ਸਾਰੀ ਤਿਆਰੀ ਕਰੀ ਬੈਠੇ, ਸੋਚਦਾ ਵੀ ਕੰਮ ਬੜਾ ਵੱਡਾ ਹੈ ਚੰਡੀ ਪ੍ਰਗਟ ਕਰਨ ਦਾ। ਅਗਲੀ ਪ੍ਰਾਤ ਭਈ ਜਬ ਆਏ। ਅਗਲੀ ਸਵੇਰ ਹੋਈ ਜਦੋਂ ਤਾਂ ਮਹਾਰਾਜ ਦੇ ਕੋਲ ਚੱਲ ਕੇ ਆ ਗਿਆ। ਕਹੇ ਗੁਰੂ ਦੇ ਜਲੀ ਨ ਬੁਲਾਏ। ਸਤਿਗੁਰੂ ਮਹਾਰਾਜ ਸਾਹਿਬ ਜੀ ਨਾਲ ਇਹਦੇ ਗਏ ਨੇ, ਬ੍ਰਾਹਮਣ ਨੂੰ ਬੁਲਾ ਕਰਕੇ ਤੇ ਨੈਣਾ ਦੇਵੀ ਦਾ, ਨੈਣੇ ਦਾ ਜਿੱਥੇ ਟਿੱਲਾ ਹੈ ਉਸ ਪਾਸੇ ਨੂੰ ਚਲੇ ਗਏ। ਸਨੇ ਸਨੇ ਪਰਬਤ ਪਰ ਚੜੇ। ਸਹਿਜੇ ਸਹਿਜੇ ਕਰਦੇ ਆ ਮਹਾਰਾਜ। ਕੁਝ ਸਿੱਖ ਨਾਲ ਨੇ, ਦਸਮ ਪਾਤਸ਼ਾਹ ਨੇ, ਕੇਸ਼ਵ ਦਾਸ ਬ੍ਰਾਹਮਣ ਹੈ ਤੇ ਉਸ ਨੈਣੇ ਦੇ ਟਿੱਲੇ ਦੇ ਉੱਚੀ ਪਹਾੜੀ ਦੇ ਉੱਪਰ ਚੜ ਗਏ ਮਹਾਰਾਜ। ਸਥਾਨ ਦੇਖੋ ਆਨੰਦ ਵੱਡੇ। ਤੇ ਜਦੋਂ ਕੇਸ਼ਵ ਦਾਸ ਨੇ ਉਹ ਥਾਂ ਵੇਖਿਆ ਤੇ ਇਹਦੇ ਮਨ ਵਿੱਚ ਬੜਾ ਆਨੰਦ ਵੱਧ ਗਿਆ। ਕਹਿੰਦਾ ਵੀ ਇਹਦਾ ਥਾਂ ਹੀ ਬੜਾ ਮਹਾਰਾਜ ਸੋਹਣਾ ਹੈ, ਕਿੱਡੀ ਸੋਹਣੀ ਹਵਾ ਆ ਰਹੀ ਹੈ, ਹਰਿਆਵਲਤਾ ਹੈ। ਤੇ ਜਦੋਂ ਉੱਤੋਂ ਚੜ ਕੇ ਤੇ ਉਹਦੇ ਪਿਛਲੇ ਪਾਸੇ ਨੂੰ ਵੇਖਿਆ, ਦੂਰ ਦੂਰ ਤੀਕਰ ਪਾਣੀ ਹੀ ਪਾਣੀ ਹੈ, ਕਿਉਂਕਿ ਬਿਆਸ ਦਰਿਆ ਜਿਹੜਾ ਹੈ ਅਤੇ ਇੱਧਰ ਨੂੰ ਬਾਕੀ ਭਾਖੜਾ ਦੀਆਂ ਨਹਿਰਾਂ, ਸਤਲੁਜ ਦਰਿਆ, ਉਹਦਾ ਸਾਰਾ ਪਾਣੀ ਉੱਥੋਂ ਨਿਕਲਦਾ। ਉਸ ਪਹਾੜੀ ਤੇ ਜਿਹਨੂੰ ਹੁਣ ਨੈਣਾ ਦੇਵੀ ਕਹਿੰਦੇ ਨੇ, ਉੱਥੇ ਖਲੋ ਕੇ ਉਹਦੇ ਪੱਛਮ ਵਾਲੇ ਪਾਸੇ ਨੂੰ ਜਦੋਂ ਵੇਖੀਏ ਤਾਂ ਉਸ ਪਾਸੇ ਦੂਰ ਦੂਰ ਤੀਕਰ ਪਾਣੀ ਹੀ ਪਾਣੀ ਦਿਖਾਈ ਦਿੰਦਾ ਹੈ। ਇਉਂ ਜਾਪਦਾ ਵੀ ਅਗਲੇ ਪਾਸੇ ਹੋਰ ਕੋਈ ਧਰਤੀ ਨਹੀਂ, ਬਿਲਕੁਲ ਪਾਣੀ ਹੀ ਪਾਣੀ ਹੈ। ਉਸੇ ਨੂੰ ਬਿਆਸਾ ਕਹਿੰਦੇ ਨੇ, ਜਿਹੜਾ ਤੁਹਾਡੇ ਲਾਗਿਓਂ ਦੀ ਵਹਿੰਦਾ ਹੈ। ਜਦੋਂ ਉਧਰ ਬਿਆਸ ਦਰਿਆ ਦਾ ਪਾਣੀ ਵੇਖਿਆ, ਹਰਿਆਵਲਤਾ ਵੇਖੀ, ਉੱਚਾ ਥਾਂ ਹੈ, ਨਾ ਕੋਈ ਆਵੇ ਨਾ ਕੋਈ ਜਾਵੇ, ਵੇਖ ਕੇ ਦਾ ਕੇਸ਼ਵ ਦਾਸ ਪੰਡਤ ਬੜਾ ਖੁਸ਼ ਹੋਇਆ, ਕੱਛਾਂ ਵਜਾਉਣ ਲੱਗ ਪਿਆ। ਕਹਿੰਦਾ ਮਹਾਰਾਜ ਬੜੀ ਸੋਹਣੀ ਥਾਂ ਹੈ, ਕਰ ਪਸੰਦ ਸੋ ਥਾਨ ਮਹਾਨਾ। ਤੇ ਪਾਤਸ਼ਾਹ ਜੀ ਨੇ ਉਸੇ ਵੇਲੇ ਕਿਹਾ ਵੀ ਜੇ ਤੈਨੂੰ ਥਾਂ ਪਸੰਦ ਹੈ, ਕਰ ਪਸੰਦ ਸੋ ਥਾਨ ਮਹਾਨਾ। ਕਹਿੰਦਾ ਮਹਾਰਾਜ ਮੈਨੂੰ ਜਗ੍ਹਾ ਪਸੰਦ ਹੈ, ਮੈਂ ਜਗ ਇੱਥੇ ਹੀ ਕਰਾਂਗਾ, ਇੱਥੇ ਚੰਡੀ ਪ੍ਰਗਟ ਕਰਾਂਗਾ। ਕਰਖਤ ਕੇਸ਼ਵ ਦਾਸ ਬਖਾਨਾ। ਕੇਸ਼ਵ ਦਾਸ ਨੇ ਖੁਸ਼ ਹੋ ਕਰਕੇ ਮਹਾਰਾਜ ਜੀ ਨੂੰ ਕਿਹਾ, ਭਲੋ ਸਫਲ ਹੋ ਮਨ ਕੋ ਪਾਏ। ਮਹਾਰਾਜ ਜੀ ਆ ਤਾਂ ਜਗ ਕਰਨ ਦਾ, ਹੋਮ ਕਰਨ ਦਾ ਬੜਾ ਸੋਹਣਾ ਥਾਂ ਪ੍ਰਾਪਤ ਹੋ ਗਿਆ ਜਿਹੜਾ ਤੁਸੀਂ ਵਿਖਾਇਆ ਜਿਸ ਏ। ਦੇ ਮਮ ਵਸ ਨਿਸ਼ਚੈ ਆਏ। ਇਹ ਥਾਂ ਵੇਖ ਕੇ ਪੰਡਤ ਕਹਿੰਦਾ ਮੈਨੂੰ ਮਹਾਰਾਜ ਇਹ ਭਰੋਸਾ ਆ ਗਿਆ ਏ ਹੋਏ ਬਿਦਤ ਜਗਦੰਬਾ ਜੈਸੇ। ਵੀ ਜਿਹਨੂੰ ਮੈਂ ਜਗਦੰਬਾ ਹੈ ਨਾ, ਜਿਹੜੀ ਮੇਰੀ ਮਾਤਾ, ਜਿਹੜੀ ਆਦਿ ਸ਼ਕਤੀ ਹੈ, ਮੈਨੂੰ ਇਉਂ ਲੱਗਦਾ ਵੀ ਉਹ ਜ਼ਰੂਰ ਪ੍ਰਗਟ ਹੋਵੇਗੀ ਹੁਣ। ਸਕਲ ਸਮਾਜ ਮਿਰਤ ਹੈ ਅਸੀਂ। ਕਿਉਂਕਿ ਸਾਰੀਆਂ ਗੱਲਾਂ ਹੀ ਇਦਾਂ ਦੀਆਂ ਮਿਲਦੀਆਂ ਜਾ ਰਹੀਆਂ ਨੇ। ਪਹਿਲਾਂ ਕੋਈ ਜਗ ਕਰਾਉਣ ਵਾਲਾ ਨਹੀਂ ਸੀ ਹੁੰਦਾ, ਤੁਸੀਂ ਜਗ ਕਰਾਉਣ ਦੇ ਯੋਗ ਹੋ, ਸਮੱਗਰੀ ਤੁਸੀਂ ਲੈ ਆਂਦੀ ਹੈ। ਤੁਹਾਡੇ ਜਿੰਨੀ ਕੋਈ ਭੇਟਾ ਨਹੀਂ ਸਾਨੂੰ ਦਿੰਦਾ, ਭੇਟਾ ਤੁਸੀਂ ਦੇਣ ਨੂੰ ਤਿਆਰ ਹੋ। ਹੁਣ ਥਾਂ ਵੀ ਮਹਾਰਾਜ ਬੜੀ ਸੋਹਣੀ ਹੈ, ਮੈਨੂੰ ਲੱਗਦਾ ਵੀ ਦੇਵੀ ਪ੍ਰਗਟ ਹੋ ਕੇ ਰਹੇਗੇ। ਅਚਲ ਅਨਾਸੀ ਸੁਜਾਸ ਤੁਮਾਰ। ਹਾਂ ਮਹਾਰਾਜ ਤੁਸੀਂ ਚੱਲਣ ਤੋਂ ਰਹਿਤ, ਨਾਸ ਤੋਂ ਰਹਿਤ ਹੋ, ਤੁਹਾਡਾ ਬੜਾ ਹੀ ਸ੍ਰੇਸ਼ਟ ਜਸ ਜ਼ਰੂਰ ਜਗ ਵਿੱਚ ਫੈਲੇਗਾ ਜਦੋਂ ਚੰਡੀ ਪ੍ਰਗਟ ਹੋ ਗਏ। ਅਸਰੇ ਗੋ ਸਭ ਜਗਤ ਮਝਾਰਾ। ਸਾਰੇ ਜਗਤ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੀ ਜੈ ਜੈਕਾਰ ਹੋਵੇਗੀ।
ਚਕਰਵਾਤ ਭੂਪਤ ਬਹੁਆਏ ਵੱਡੇ ਵੱਡੇ ਚੱਕਰਵਰਤੀ ਰਾਜੇ ਮਹਾਰਾਜ ਇਸ ਤੋਂ ਪਹਿਲਾਂ ਸੰਸਾਰ ਵਿੱਚ ਹੋ ਚੁੱਕੇ ਹਨ। ਧਰਤਾ ਸਰਬ ਸ਼ਕਤ ਉਪਜੈ ਬੜੀਆਂ ਉਹਨਾਂ ਕੋਲ ਸ਼ਕਤੀਆਂ ਸੀ, ਬੜੇ ਵੱਡੇ ਰਾਜ ਭਾਗ ਉਹਨਾਂ ਦੇ ਅੰਦਰ ਹੈਗੇ ਸਨ। ਇਸ ਦੇ ਕਾਜ ਨ ਐਸੇ ਸਰੇ ਪਰ ਮਹਾਰਾਜ ਕਿਸੇ ਕੋਲੋਂ ਆਹ ਕਾਰਜ ਨਹੀਂ ਸਵਰਿਆ। ਚੰਡੀ ਨੂੰ ਪ੍ਰਗਟ ਕਰਨ ਵਾਲਾ ਜੱਗ ਨਹੀਂ ਕਿਸੇ ਨੇ ਕਰਾਇਆ। ਜਸ ਉਤਸ਼ਾਹ ਆਪਨੇ ਧਰਿਓ ਜਿਵੇਂ ਚੰਡੀ ਪ੍ਰਗਟ ਕਰਨ ਦਾ ਉਦਮ ਉਤਸ਼ਾਹ ਤੁਸੀਂ ਧਾਰਨ ਕੀਤਾ ਹੈ। ਆਦਿ ਸ਼ਕਤ ਮਦ ਕਟਪ ਮਰਦਨ ਮਹਾਰਾਜ ਜਿਹੜੀ ਆਦਿ ਸ਼ਕਤੀ ਹੈ ਪਰਮੇਸ਼ਰ ਦੀ, ਮਦ ਅਤੇ ਕੈਟਵ ਜਿਹੜੇ ਹਨ ਇਹ ਏਡੇ ਵੱਡੇ ਵੱਡੇ ਜਿਹੜੇ ਦੈਂਤ ਨੇ ਉਹਨਾਂ ਨੂੰ ਮਰਦਨ ਮਲਣ ਵਾਲੀ ਜਿਹੜੀ ਸ਼ਕਤੀ ਹੈ। ਰਕਤ ਬੀਜ ਸੰਭਾਦਿਕ ਅਰਦਨ ਫਿਰ ਰਕਤ ਬੀਜ ਉਹਨੂੰ ਕਹਿੰਦੇ ਨੇ। ਇੱਕ ਦੈਂਤ ਸੀ, ਇਹਦੇ ਕੋਈ ਮਾਰਦਾ ਸੀ ਨਾ ਕੋਈ ਕਿਰਪਾਨ ਜਾਂ ਤੀਰ, ਤੇਰੇ ਸਰੀਰ ਚੋਂ ਜਿੰਨੀਆਂ ਲਹੂ ਦੀਆਂ ਬੂੰਦਾਂ ਨਿਕਲਦੀਆਂ ਸਨ ਉਨੇ ਹੀ ਇਹਦੇ ਵਰਗੇ ਹੋਰ ਬਣ ਜਾਂਦੇ ਸਨ। ਤੇ ਉਸ ਵੇਲੇ ਕਹਿੰਦੇ ਰਕਤ ਬੀਜ ਵਰਗੇ ਦੈਂਤ ਸੁੰਭ ਆਦਿਕ ਸੁੰਭ ਨਿਸੁੰਭ ਆਦਿਕ ਜਿਹੜੇ ਦੈਂਤ ਸਨ, ਜਿਨ੍ਹਾਂ ਦਾ ਚੰਡੀ ਦੀ ਵਾਰ ਵਿੱਚ ਮਹਾਰਾਜ ਸਾਹਿਬ ਜੀ ਨੇ ਵਰਣ ਕੀਤਾ ਵੀ ਸੁੰਭ ਨਿਸੁੰਭ ਪਠਾਇਆ ਜਮਦੇ ਧਾਮ ਨੂੰ ਇੰਦਰ ਸਦ ਬੁਲਾਇਆ ਰਾਜਾ ਭਖੇਖ ਨੂੰ ਸਿਰ ਪਰ ਛਤਰ ਵਰਾਇਆ ਰਾਜੇ ਇੰਦਰ ਦਾ। ਉਹ ਜਿਹੜਾ ਮਹਾਰਾਜ ਨੇ ਜ਼ਿਕਰ ਕੀਤਾ, ਕਹਿੰਦੇ ਸੁੰਭ ਆਦਿਕ ਨੂੰ ਵੀ ਮਹਾਰਾਜ ਜਿਹੜੀ ਨਾਸ਼ ਕਰਨ ਵਾਲੀ ਹੈ। ਵਿਸ਼ੇ ਬਿਲੋਚਨ ਕੇ ਸੋ ਕਰਨੀ ਉਹ ਵਿਸ਼ੇ ਬਲੋਚਨ ਕਹਿ ਸੋ ਕਰਨੀ। ਉਹ ਨੇਤਰਾਂ ਦੇ ਵਿਸ਼ੇ ਭਾਵ ਕਿ ਹੈ ਤਾਂ ਗੁਪਤ, ਪਰ ਉਹਨੂੰ ਤੁਸੀਂ ਪ੍ਰਤੱਖ ਕਰਨ ਦੇ ਵਾਸਤੇ ਉਦਮ ਕੀਤਾ ਹੈ। ਕੌਣ ਸਕੇ ਕਰ ਐਸੀ ਕਰਨੀ ਤੁਹਾਡੇ ਤੋਂ ਬਿਨਾ ਮਹਾਰਾਜ ਇਹੋ ਜਿਹਾ ਕੌਣ ਹੈ ਇਹੋ ਜਿਹੀ ਕਰਨੀ ਕਰੇ ਵੀ ਜਿਹੜਾ ਆਦਿ ਸ਼ਕਤੀ ਨੂੰ ਪ੍ਰਗਟ ਕਰ ਸਕੇ। ਸਿੱਖਨ ਸੋ ਗੁਰੂ ਬਖਾਨ ਜਦੋਂ ਪੰਡਤ ਨੂੰ ਜਗ੍ਹਾ ਪਸੰਦ ਆ ਗਈ ਤਾਂ ਨਾਲ ਦੇ ਨਿਕਟਵਰਤੀ ਸਿੱਖਾਂ ਨੂੰ ਦਸਵੇਂ ਪਾਤਸ਼ਾਹ ਕਹਿਣ ਲੱਗੇ ਕਰੋ ਸੁਧਾਰਨ ਭਲੇ ਸਥਾਨ। ਮਹਾਰਾਜ ਕਹਿੰਦੇ ਵੀ ਜਿਵੇਂ ਜਿਵੇਂ ਆ ਪੰਡਤ ਜੀ ਦੱਸਦੇ ਨੇ ਨਾ, ਜਿੱਥੇ ਜਿੱਥੇ ਇਹਨਾਂ ਜੋ ਕਰਨਾ ਹੈ ਚੰਗੀ ਤਰ੍ਹਾਂ ਇਹ ਥਾਂ ਨੂੰ ਪੱਧਰਿਆ ਕਰ ਦੋ। ਉੱਚੇ ਨੀਵੇਂ ਜਿਹੜੇ ਧੋੜੇ ਜੇ ਨੇ ਇਹਨਾਂ ਨੂੰ ਮਿੱਟੀ ਦੇ ਧੋੜਿਆਂ ਨੂੰ ਕਹੀਆਂ ਲੈ ਕੇ ਪੱਧਰੀਆਂ ਕਰਕੇ ਸੋਹਣੀ ਭਲੀ ਸੁਧਾਰ ਦਿਓ। ਉੱਪਰ ਮਹਾਰਾਜ ਕਹਿੰਦੇ ਪੋਚਾ ਫੇਰ ਦਿਓ। ਸੁੰਦਰ ਮੰਦਰ ਦੇਹੋ ਬਣਵਾਏ ਇੱਕ ਸੋਹਣਾ ਮਹਾਰਾਜ ਕਹਿੰਦੇ ਵੀ ਇੱਥੇ ਮਕਾਨ ਵੀ ਸੱਦ ਦਿਓ ਕਿ ਛੱਤ ਦਿਓ, ਸੋਹਣਾ ਘਰ ਬਣਾ ਦਿਓ। ਮੀਂਹ ਹਨੇਰੀ ਦੇ ਵਿੱਚ ਸਮੱਗਰੀ ਵੀ ਰੱਖਣੀ ਹੈ, ਪੰਡਤ ਜੀ ਨੇ ਵੀ ਰਾਤ ਰਹਿਣਾ ਹੈ। ਜਹਾਂ ਸਮੱਗਰੀ ਦੇਹੇ ਟਿਕਾ ਆ ਵੱਡਾ ਸਾਰਾ ਕੋਠਾ ਬਣਾਇਓ ਜਿੱਥੇ ਸਾਰੀਆਂ ਸਮੱਗਰੀਆਂ ਨੂੰ ਟਿਕਾ ਕੇ ਰੱਖ ਦਿੱਤਾ ਜਾਵੇ। ਜਿਹੜੀ ਸਮੱਗਰੀ ਹਵਨ ਦੇ ਵਿੱਚ ਪਾਉਣੀ ਹੋਮ ਕਰਦੇ ਆ। ਹਮਨ ਕੁੰਡ ਕੋ ਜਥਾਕਾਰ ਫਿਰ ਹਵਨ ਕੁੰਡ ਜਿਹਦੇ ਵਿੱਚ ਅੱਗ ਬਾਲਣੀ ਹੈ, ਹਵਨ ਕਰਨਾ ਹੈ। ਕਲਗੀਧਰ ਸਾਹਿਬ ਕਹਿੰਦੇ ਵੀ ਜਿਵੇਂ ਪੰਡਤ ਜੀ ਕਹਿੰਦੇ ਨੇ ਨਾ ਵੀ ਇੰਨਾ ਕੁ ਸਾਨੂੰ ਹਵਨ ਦੇ ਵਾਸਤੇ ਕੁੰਡ ਚਾਹੀਦਾ ਹੈ। ਕਾਰੀਗਰ ਸੋ ਵਿਪਰ ਉਚਾਰ ਬਾਦਸ਼ਾਹ ਜੀ ਕਹਿੰਦੇ ਵੀ ਇਹਦੇ ਕਹੇ ਮੁਤਾਬਕ ਕਰੋ। ਗੁਰੂ ਸਾਹਿਬ ਦਾ ਹੁਕਮ ਮੰਨ ਕੇ ਕਾਰੀਗਰਾਂ ਨੇ ਕੇਸ਼ਵਦਾਸ ਨੂੰ ਪੁੱਛਿਆ ਵੀ ਕਿੱਡਾ ਕੁ ਬਣਾਈਏ। ਉਹ ਦੱਸਦਾ ਹੈ ਲਕੀਰ ਜੀ ਵਾਹ ਕੇ ਕਹਿੰਦਾ ਇੱਥੋਂ ਲੈ ਕੇ ਇੱਧਰ ਤੇ ਇੱਧਰ ਇਹਨੂੰ ਪੱਕਾ ਕਰ ਦਿਓ, ਉਹਦੇ ਵਿੱਚੋਂ ਡੂੰਘਾ ਕਰ ਦਿਓ। ਦੂਰ ਉਰੇ ਚੌਂਕੀ ਨਰ ਥਿਰੇ ਤੇ ਦੂਰ ਦੂਰ ਕਹਿੰਦੇ ਵੀ ਜਿਹੜੇ ਪਾਸਿਓਂ ਕੋਈ ਥੱਲਿਓਂ ਰਾਹ ਆਉਂਦਾ ਉੱਥੇ ਕਹਿੰਦੇ ਵੀ ਇੱਕ ਚੌਂਕੀ ਬਣਾ ਲਓ। ਪਹਿਰਾ ਵੀ ਦਿਓ ਵੀ ਜਦੋਂ ਅਸੀਂ ਜੱਗ ਕਰਾਂਗੇ, ਜਦੋਂ ਹੋਮ ਕਰਾਂਗੇ, ਉਦੋਂ ਹੋਰ ਕੋਈ ਦੂਸਰਾ ਤੀਸਰਾ ਬੰਦਾ ਸਾਡੇ ਨੇੜੇ ਨਾ ਆਵੇ। ਜੇ ਸਭ ਰੀਤ ਸੁਚੇਤੀ ਧਰੈ ਜਿਹੜਾ ਹਰ ਤਰ੍ਹਾਂ ਕਰਕੇ ਮਹਾਰਾਜ ਸੁਚੇਤ ਰਹੇ, ਪਹਿਰੇ ਤੇ ਰਹੇ, ਕਿਸੇ ਨੂੰ ਸਾਡੇ ਨੇੜੇ ਨਾ ਆਉਣ ਦਵੇ। ਇਹਦੇ ਵਾਸਤੇ ਚੌਂਕੀ ਵੀ ਬਣਾ ਲਵੋ ਇੱਕ। ਰਚੋ ਸਥਾਲੀ ਤੇ ਆਦ ਬਤਾਏ ਆਏ ਤੇ ਆਦਿਕ ਮਹਾਰਾਜ ਸਾਹਿਬ ਦੇ ਹੁਕਮ ਦੇ ਨਾਲ ਜਿਵੇਂ ਜਿਵੇਂ ਪੰਡਤ ਕਹਿੰਦਾ ਹੈ, ਸਿੱਖ ਉਸੇ ਤਰ੍ਹਾਂ ਦੀਆਂ ਥਾਵਾਂ ਬਣਾਈ ਜਾ ਰਹੇ ਹਨ। ਆਏ ਪੁਰ ਗੌਰ ਵਿਪਰ ਮਿਲਾਏ ਆਏ ਪੁਰ ਗੁਰ ਵਿਪਰ ਮਲਾਏ। ਸਤਿਗੁਰੂ ਕਲਗੀਧਰ ਮਹਾਰਾਜ ਜੀ ਬ੍ਰਾਹਮਣ ਨੂੰ ਆਪਣੇ ਨਾਲ ਲੈ ਕੇ ਉਹ ਨੈਣੇ ਦੇ ਟਿੱਲੇ ਤੋਂ ਹੇਠਾਂ ਆਨੰਦਪੁਰ ਸਾਹਿਬ ਨੂੰ ਵਾਪਸ ਉਤਰ ਆਏ। ਪੂਰਨ ਤਿਆਰੀ ਸਭ ਕਰਵਾਈ ਇੱਥੇ ਆਉਂਦਿਆਂ ਵੀ ਸਾਰੀ ਤਿਆਰੀ ਬੜੀ ਛੇਤੀ ਨਾਲ ਮਹਾਰਾਜ ਨੇ ਕਰਵਾ ਦਿੱਤੀ। ਹਮਨ ਸਮਗਰੀ ਤਹਾਂ ਪੁਚਾਈ ਆ ਜਿੰਨੀ ਵੀ ਹਵਨ ਦੇ ਵਿੱਚ ਪਾਉਣੀ ਸੀ ਸਮੱਗਰੀ, ਜਿੰਨੀ ਆਹੂਤੀ ਪਾਉਣੀ ਸੀ, ਮਹਾਰਾਜ ਨੇ ਹੁਕਮ ਕੀਤਾ ਸਿੱਖਾਂ ਨੂੰ ਵੀ ਇਹ ਆਪਾਂ ਤਾਂ ਉਦਣ ਚੱਲਾਂਗੇ ਪਰ ਸਮੱਗਰੀ ਪਹਿਲਾਂ ਹੀ ਉੱਤੇ ਕੋਠਾ ਛੱਤ ਕੇ ਉਹਦੇ ਵਿੱਚ ਸੰਭਾਲ ਦਿੱਤੀ ਜਾਵੇ ਤੇ ਕੁਝ ਸਿੱਖ ਉੱਥੇ ਹੀ ਰਹਿਣ। ਇਸ ਪਰ ਦੇਖਣ ਲੱਗੇ ਕਿਰਪਾਲਾ ਸਾਰੀਆਂ ਤਿਆਰੀਆਂ ਹੋ ਗਈਆਂ। ਹੁਣ ਮਹਾਰਾਜ ਦਿਨ ਦੀ ਉਡੀਕ ਕਰ ਰਹੇ ਨੇ, ਕਿਉਂਕਿ ਬ੍ਰਾਹਮਣ ਨੇ ਦਿਨ ਕੱਢਿਆ ਨਾ ਆਪਣੇ ਹਿਸਾਬ ਨਾਲ ਵੀ ਆ ਪਵਿੱਤਰ ਦਿਨ ਹੈ। ਸਾਹਿਬ ਕਹਿੰਦੇ ਕੋਈ ਨਹੀਂ, ਜਿਹੜਾ ਤੈਨੂੰ ਪਵਿੱਤਰ ਲੱਗਦਾ ਤੂੰ ਉਹੀ ਕੰਮ ਕਰ ਲੈ। ਉਹ ਵਿਸਾਖ ਮਹੀਨੇ ਦੀ ਪੂਰਨਮਾਸ਼ੀ ਦਾ ਦਿਨ ਉਡੀਕਣ ਲੱਗੇ ਹਨ। ਕਰੇ ਆਰੰਭ ਪ੍ਰਥਮ ਜਿਸ ਕਾਲਾ ਤਾਂ ਜਿਸ ਦਿਨ ਸਭ ਤੋਂ ਪਹਿਲਾਂ ਚੰਡੀ ਪ੍ਰਗਟ ਕਰਨ ਦੇ ਲਈ ਹਵਨ ਆਰੰਭ ਕਰਨਾ ਹੈ। ਨਿਤ ਮ੍ਰਤ ਦੀ ਜਿਬਰ ਪਹੁੰਚੇ ਪਾਸ ਹਾਲਾਂ ਵਿੱਚ ਕੁਝ ਦਿਨ ਹੈਗੇ ਨੇ ਤੇ ਬ੍ਰਾਹਮਣ ਰੋਜ਼ ਹੀ ਸ਼ਹੀਦੀ ਬਾਗ ਤੋਂ ਚੱਲ ਕੇ ਤੇ ਮਹਾਰਾਜ ਦੇ ਮਹਿਲਾਂ ਦੇ ਵਿੱਚ ਆ ਜਾਂਦਾ ਸਤਿਗੁਰਾਂ ਕੋਲ। ਕਰੇ ਵਾਰਤਾਲਾਪ ਪ੍ਰਕਾਸ਼ ਕਈ ਤਰ੍ਹਾਂ ਦੀਆਂ ਮਹਾਰਾਜ ਨਾਲ ਵਾਰਤਾ ਕਰਦਾ, ਕਈ ਤਰ੍ਹਾਂ ਦੇ ਪ੍ਰਸੰਗ ਕਰਦਾ। ਮਹਾਰਾਜ ਮੈਂ ਫਲਾਨੀ ਚੰਡੀ ਵੀ ਪ੍ਰਗਟ ਕੀਤੀ, ਮੈਂ ਫਲਾਨੀ ਵੀ ਸਿੱਧ ਕੀਤੀ, ਮੈਂ ਫਲਾਨੀ ਵੀ।
ਤੇ ਸਤਿਗੁਰੂ ਮਹਾਰਾਜ ਮੰਨ ਲਓ ਇਹਦੇ ਵੱਲ ਵੇਖ ਕੇ ਹੱਸ ਕੇ ਕਹਿੰਦੇ ਹੁਣ ਬਿਨਾਂ ਬੋਲੇ ਵੀ ਕੋਈ ਨਹੀਂ, ਵੇਖ ਲੈਨੇ ਹੁਣ ਕਿਹੜੀ ਸ਼ਕਤੀ ਪ੍ਰਗਟ ਕਰਦਾ ਏ। ਭੋਜਨ ਹਵਨ ਕਰਨ ਬਿਦ ਸਾਰੀ, ਆ ਜਿਵੇਂ ਪੂਜਾ ਕਰਨੀ ਹੈ, ਜਿਵੇਂ ਹਵਨ ਕਰਨਾ ਹੈ, ਜਿਵੇਂ ਆਹੂਤੀ ਦੇਣੀ, ਇਹੋ ਜਿਹੀਆਂ ਗੱਲਾਂ ਮਹਾਰਾਜ ਨੂੰ ਸਮਝਾਉਂਦਾ ਹੈ। ਸਤਿਗੁਰੂ ਵੀ ਐਨ ਅਣਜਾਨਾਂ ਦੇ ਵਾਂਗ, ਜਿਵੇਂ ਕੁਝ ਨਹੀਂ ਨਾ ਪਤਾ ਹੁੰਦਾ। ਦਸਵੇਂ ਪਾਤਸ਼ਾਹ ਵੀ ਅੱਛਾ ਜੀ, ਅੱਛਾ ਪੰਡਤ ਜੀ, ਠੀਕ ਹੈ ਜੀ, ਹਾਂਜੀ ਹਾਂਜੀ। ਸਤਿਗੁਰੂ ਮਹਾਰਾਜ ਬਿਲਕੁਲ ਇਹਦਾ ਪਖੰਡ ਜ਼ਾਹਰ ਕਰਨ ਦੇ ਲਈ ਜਿਵੇਂ ਬ੍ਰਾਹਮਣ ਕਹਿੰਦਾ, ਮਹਾਰਾਜ ਐਦਾਂ ਜਦੋਂ ਮੈਂ ਆਖਾਂਗਾ ਨਾ, ਤੁਸੀਂ ਇੱਕ ਚਮਚਾ ਭਰ ਕੇ ਤੇ ਉਹਦੇ ਵਿੱਚ ਅੱਗ 'ਚ ਪਾ ਦੇਣਾ ਹੈ। ਮਹਾਰਾਜ ਕਹਿੰਦੇ ਠੀਕ। ਕਹਿੰਦੇ ਫੇਰ ਇੱਕ ਚਮਚਾ ਜਿਹੜਾ ਹੈ ਨਾ ਘਿਓ ਦਾ ਭਰ ਲੈਣਾ, ਕਦੀ ਸਮੱਗਰੀ ਦਾ ਭਰ ਲੈਣਾ, ਉਹ ਅੱਗ ਦੇ ਉੱਤੇ ਜਦੋਂ ਮੈਂ ਕਹੂੰਗਾ ਸਵਾਹਾ ਤੁਸੀਂ ਉਹਦੇ ਵਿੱਚ ਪਾਈ ਜਾਇਓ। ਉਹ ਸਤਿਗੁਰਾਂ ਨੂੰ ਸਮਝਾਉਂਦਾ ਹੈ। ਤੇ ਗੁਰੂ ਗਰੀਬ ਨਵਾਜ ਜਗਤ ਦੇ ਮਾਲਕ ਗੁਰੂ ਗੋਬਿੰਦ ਸਿੰਘ ਜੀ ਬ੍ਰਾਹਮਣਾਂ ਦਾ ਪਖੰਡ ਜ਼ਾਹਰ ਕਰਨ ਦੇ ਲਈ ਉਵੇਂ ਕਹਿੰਦੇ ਠੀਕ ਹੈ ਜੀ, ਜਿਵੇਂ ਤੁਸੀਂ ਕਰੋਗੇ ਉਵੇਂ ਅਸੀਂ, ਜਿਵੇਂ ਕਹੋਗੇ ਉਵੇਂ ਕਰਾਂਗੇ। ਸਭ ਕਿਛ ਠਾਨਸ ਤਿਆਰੀ, ਹਾਂ ਇਸ ਤਰ੍ਹਾਂ ਕਹਿ ਕੇ ਹਰ ਤਰ੍ਹਾਂ ਦੀ ਤਿਆਰੀ ਜਿਹੜੀ ਬ੍ਰਾਹਮਣ ਕਰਾਉਂਦਾ, ਮਹਾਰਾਜ ਆ ਵੀ ਚੀਜ਼ ਲੈ ਲਿਓ, ਆ ਵੀ ਲੈ ਲਿਓ, ਕੁਝ ਰਹਿ ਨਾ ਜਾਵੇ। ਸਤਿਗੁਰੂ ਸਤਿਗੁਰੂ ਸਾਹਿਬ ਕਹਿੰਦੇ ਬ੍ਰਾਹਮਣ ਇਹ ਕੇਸਵ ਦਾਸ ਜੋ ਚਾਹੀਦਾ ਏ ਉਹ ਹੁਣੇ ਦੱਸਦਾ, ਉਸ ਤੋਂ ਵੱਧ ਹੀ ਲੈ ਕੇ ਆਵਾਂਗੇ, ਬਾਅਦ 'ਚ ਬਹਾਨਾ ਨਾ ਕੋਈ ਬਣਾਵੇ। ਸੈਂਕੜ ਮਨ ਮੇਵਾ ਮਿਸ਼ਠਾਨ, ਕਈ ਸੈਂਕੜੇ ਮਣ ਮੇਵਾ ਮਿਸ਼ਠਾਨ ਮਠਿਆਈਆਂ ਵੀ ਇਕੱਠੀਆਂ ਕਰ ਲਈਆਂ। ਤਿਲ ਕ੍ਰਿਤ ਜਬ ਤੰਦੁਲ ਸਭ ਆਨ, ਤੇਲ ਘਿਓ ਜੌ ਚੌਲ ਆਦਿਕ ਸਾਰੇ ਲਿਆ ਕੇ ਰੱਖੇ ਗਏ। ਕਹਿ ਸਭ ਸੋ ਤਹਾਂ ਪੁਚਾਏ, ਕਹਿ ਪ੍ਰਭ ਸੋ ਤਹਾਂ ਬਚਾਏ। ਤੇ ਸਾਰੀ ਸਮੱਗਰੀ ਦਸਵੇਂ ਪਾਤਸ਼ਾਹ ਨੇ ਸਿੱਖਾਂ ਨੂੰ ਕਹਿ ਕੇ ਤੇ ਨੈਣੇ ਦੇ ਟਿੱਲੇ ਦੇ ਉੱਤੇ, ਜਿਹਨੂੰ ਹੁਣ ਨੈਣਾ ਦੇਵੀ ਕਹਿੰਦੇ ਨੇ, ਉਹ ਨੈਣੇ ਜੱਟ ਦੇ ਟਿੱਲੇ ਤੇ ਸਾਰਾ ਕੁਝ ਪਹੁੰਚਾ ਦਿੱਤਾ। ਥਾਂ ਸੁਧਾਰਿਓ ਨੇਕ ਬਣਾਏ, ਸੋਹਣਾ ਸਿੱਖਾਂ ਨੇ ਲੱਗ ਕੇ ਥਾਂ ਸੁਧਾਰ ਦਿੱਤਾ, ਵੱਡਾ ਸਾਰਾ ਕੋਠਾ ਵੀ ਸੱਤ ਦਿੱਤਾ, ਹਵਨ ਕੁੰਡ ਵੀ ਬਣਾ ਦਿੱਤਾ। ਹਵਨ ਕੁੰਡ ਜਿਸ ਜੁਗਤ ਬਤਾਏ, ਜਿਸ ਜੁਗਤੀ ਦਾ ਜਿਸ ਢੰਗ ਦੇ ਨਾਲ ਬ੍ਰਾਹਮਣ ਕਹਿ ਕੇ ਆਇਆ ਸੀ ਵੀ ਹਵਨ ਬਣਨਾ ਚਾਹੀਦਾ, ਹਵਨ ਕੁੰਡ ਬਣਾ ਦਿੱਤਾ। ਸੋ ਵੀ ਭਲੀ ਭਾਂਤ ਕਰਵਾਏ, ਉਹ ਵੀ ਕਹਿੰਦੇ ਵੀ ਬੜੇ ਭਲੇ ਤਰੀਕੇ ਦੇ ਨਾਲ ਉਸੇ ਤਰ੍ਹਾਂ ਕਹਿੰਦੇ ਕਰਾ ਦਿੱਤਾ। ਉਦਾਂ ਕਈ ਗ੍ਰੰਥਾਂ ਦੇ ਵਿੱਚ ਆਉਂਦਾ ਵੀ ਪਹਿਲਾਂ ਸਤਲੁਜ ਦੇ ਕੰਢੇ ਤੇ ਵੀ ਜੱਗ ਕੀਤਾ ਸੀ। ਮਹਾਰਾਜ ਕਹਿੰਦੇ ਜਾ ਪੰਡਤ ਤੇਰੇ ਕੋਲ ਚੰਡੀ ਨਹੀਂ ਪ੍ਰਗਟ ਹੋਈ ਤੇ 2.5 ਸਾਲਾਂ ਬਾਅਦ ਕਹਿੰਦਾ ਮਹਾਰਾਜ ਇੱਕ ਮੌਕਾ ਹੋਰ ਦਿਓ, ਤੇ ਫਿਰ ਨੈਣਾ ਦੇਵੀ ਦੇ ਟਿੱਲੇ ਤੇ ਨੈਣੇ ਦੇ ਟਿੱਲੇ ਤੇ ਗਿਆ। ਇਦਾਂ ਵੀ ਕਈਆਂ ਨੇ ਲਿਖਿਆ। ਸੋ ਉਹ ਜੋ ਵੀ ਹੋਵੇ ਮਹਾਰਾਜ ਨੇ ਦਾ ਪਾਜ ਉਘੇੜਨ ਦੇ ਲਈ ਸਭ ਤਿਆਰੀ ਕਰ ਲਈ ਹੈ। ਦੋਹਰਾ ਪੂਰਨਮਾ ਵੈਸਾਖ ਕੀ, ਇਧਰ ਵਿਸਾਖ ਦੀ ਪੂਰਨਮਾ ਮਾਂ ਨਾਮ ਤੋਂ ਭਾਵ ਹੈ ਮਹੀਨਾ। ਜਿੱਦਣ ਮਹੀਨਾ ਪੂਰਾ ਹੋ ਗਿਆ ਚੰਦਰਮਾ ਦੇ ਹਿਸਾਬ ਦੇ ਨਾਲ, ਜਿੱਦਣ ਪੂਰਨਮਾਸੀ ਹੁੰਦੀ ਹੈ, ਜਿਵੇਂ ਅੱਜ ਅਮਾਵਸ ਹੈ, ਇਹਦਾ ਭਾਵ ਹੈ ਵੀ ਨਹੀਂ ਮਹੀਨਾ ਅੱਧਾ ਮਹੀਨਾ ਪੂਰਾ ਹੋਇਆ ਅੱਜ। ਪੁੰਨਿਆਂ ਵਾਲੇ ਦਿਨ ਮਹੀਨਾ ਪੂਰਾ ਹੁੰਦਾ। ਵਿਸਾਖ ਦੀ ਜਿਹੜੀ ਪੂਰਨਮਾਸੀ ਹੈ, ਜਬ ਦਿਨ ਆਇਓ ਸੋਏ, ਉਹ ਪੰਡਤ ਨੇ ਕਿਹਾ ਸੀ ਵੀ ਮਹਾਰਾਜ ਉਹ ਦਿਨ ਪਵਿੱਤਰ ਹੈ, ਜਗ ਉਦਣ ਆਰੰਭ ਕਰਾਂਗੇ ਜਿੱਦਣ ਵਿਸਾਖ ਮਹੀਨੇ ਦੀ ਪੂਰਨਮਾਸੀ ਦਾ ਦਿਨ ਆ ਗਿਆ। ਮੰਗਲ ਕਰੇ ਅਨੇਕ ਵਿਧ, ਅਨੇਕਾਂ ਤਰ੍ਹਾਂ ਦੇ ਕਹਿੰਦੇ ਵੀ ਮੰਗਲ ਖੁਸ਼ੀਆਂ ਗੁਰੂ ਘਰ ਦੇ ਵਿੱਚ ਤਾਂ ਪਹਿਲਾਂ ਹੀ ਹੁੰਦੀਆਂ ਸੀ। ਸਿੱਖ ਜਿਹੜੇ ਹਨ ਹੋਰ ਖੁਸ਼ੀਆਂ ਕਰਦੇ ਨੇ ਵੀ ਜੋ ਚੋਜੀ ਪ੍ਰੀਤਮ ਕਰ ਰਹੇ ਨੇ ਉਹਦੇ ਵਾਸਤੇ ਅੱਜ ਤੋਂ ਹਵਨ ਆਰੰਭ ਹੋਵੇਗਾ। ਹਰਕਤ ਭੇ ਸਭ ਕੋਏ, ਸਾਰੇ ਖੁਸ਼ ਹੁੰਦੇ ਨੇ ਕਿਉਂਕਿ ਇੱਕ ਵਾਰਾਂ ਦੇ ਇਦਾਂ ਵੀ ਕਈ ਦੱਸਦੇ ਨੇ ਵੀ ਸਿੱਖ ਹੈਰਾਨ ਹੋ ਗਏ ਵੀ ਇਹ ਮਹਾਰਾਜ ਕੀ ਕਰੀ ਜਾਂਦੇ ਆ, ਵੀ ਇਹ ਕਦੀ ਬ੍ਰਾਹਮਣਾਂ ਨੂੰ ਜੱਗ ਕਰਾਈ ਜਾਂਦੇ, ਕਦੀ ਕੁਝ। ਤੇ ਸਾਹਿਬਾਂ ਕਿਹਾ ਸੀ ਵੀ ਤੁਸੀਂ ਵੇਖੋ ਕੌਤਕ ਵੇਖੋ, ਇਹਨਾਂ ਵੇਖ ਲਿਆ ਨਾ ਜਦੋਂ ਵੀ ਉਦੋਂ ਪੰਜ ਮੋਹਰਾਂ ਦੇ ਕੇ ਸੋਨੇ ਦੀਆਂ ਤੇ ਮਾਸ ਖਾਣ ਵਾਲੇ ਬ੍ਰਾਹਮਣ ਜਿਹੜੇ ਸਨ ਉਹਨਾਂ ਨੂੰ ਕਿਹਾ ਵੀ ਤੁਸੀਂ ਲੋਭੀ ਹੋ। ਉਹ ਵੇਖ ਕੇ ਸਿੱਖ ਵੀ ਹੁਣ ਸਮਝ ਗਏ ਵੀ ਮਹਾਰਾਜ ਕੋਈ ਚੋਜ ਕਰ ਰਹੇ ਆ, ਵੀ ਸੱਚੇ ਪਾਤਸ਼ਾਹ ਕੋਈ ਖੇਡ ਰਹੇ ਆ, ਜਿਸ ਕਰਕੇ ਸਾਰੇ ਬੜੇ ਖੁਸ਼ ਹਨ। ਚੌਪਈ ਨੌਬਤ ਬਾਜਦ ਪ੍ਰਭ ਦਰਬਾਰ, ਮਹਾਰਾਜ ਸਾਹਿਬ ਦੇ ਦਰਬਾਰ ਦੇ ਅੱਗੇ ਨੌਬਤ ਵੱਜ ਰਹੀ ਹੈ। ਇੱਕ ਨਗਾਰੇ ਦੀ ਕਿਸਮ ਹੈ, ਇੱਕ ਵੱਡੇ ਨਗਾਰੇ ਹੁੰਦੇ ਉਹ ਜਦੋਂ ਜੰਗ ਚੜ੍ਹਨਾ ਹੋਵੇ ਉਦੋਂ ਨਗਾਰੇ ਵੱਜਦੇ ਨੇ। ਇਹ ਨੌਬਤ ਜਿਹੜੀ ਹੈ ਹਰ ਸਮੇਂ ਮਹਾਰਾਜ ਦੇ ਦਰਵਾਜ਼ੇ ਤੇ ਵੱਜਦੀ ਹੈ। ਲਗ ਤੁੰਦਪ ਕੋ ਸ਼ਬਦ ਉਦਾਰ, ਛੋਟੇ ਵੱਡੇ ਨਗਾਰਿਆਂ ਦਾ ਬੜਾ ਭਾਰੀ ਆਵਾਜ਼ਾ ਹੋ ਰਿਹਾ ਏ। ਸੰਖਨ ਫੀਰਨ ਫੂਕ ਭਰੀ ਹੈ, ਕੋਈ ਸ਼ੰਖ ਵਜਾ ਰਿਹਾ ਹੈ, ਕੋਈ ਨਫੀਰੀਆਂ ਵਜਾ ਰਿਹਾ, ਫੂਕ ਭਰ ਕੇ ਮੂੰਹ ਦੇ ਨਾਲ ਜ਼ੋਰ ਲਾ ਕੇ ਤੁਰੀ ਉਠਾਵਨ ਉੱਚ ਕਰੀ ਹੈ। ਤੇ ਜਦੋਂ ਵਜਾਉਂਦੇ ਨੇ ਸ਼ੰਖ ਜਾਂ ਨਫੀਰੀਆਂ ਤਾਂ ਬੜੀ ਉੱਚੀ ਧੁਨ, ਬੜੀ ਉੱਚੀ ਆਵਾਜ਼ ਦੂਰ ਤਾਈਂ ਸੁਣਾਈ ਦਿੰਦੀ ਹੈ। ਪੜਮ ਪਟਹਿਰ ਢੋਲ ਵਿਸਾਲੇ, ਆਏ ਨਗਾਰਿਆਂ ਦੇ ਢੋਲਾਂ ਦੇ ਇੱਕ ਤਰ੍ਹਾਂ ਦੇ ਪ੍ਰਕਾਰ ਹੀ ਹੁੰਦੇ ਨੇ, ਪਣਮ ਤੇ ਪਟੇ। ਇਹ ਵੀ ਇੱਕ ਤਰ੍ਹਾਂ ਦੇ ਢੋਲ ਦੇ ਨਗਾਰੇ ਦੇ ਹੁੰਦੇ ਨੇ। ਨਗਾਰੇ ਤੇ ਢੋਲ ਬਹੁਤ ਹੀ ਕਹਿੰਦੇ ਵੱਜੇ ਹਨ। ਮੁਰਲੀ ਗੌਮੁਖ ਸ਼ਬਦ ਉਠਾਲੇ, ਮੁਰਲੀਆਂ ਵੱਜੀਆਂ ਨੇ, ਬਾਂਸੁਰੀਆਂ ਵੱਜੀਆਂ ਨੇ, ਗੋਮੁਖ ਸ਼ਬਦ ਉਠਾਲੇ।
ਤੇ ਗੌਮੁਖ ਤੋਂ ਭਾਵ ਨਰਸਿੰਘ ਆਦਿਕ ਜਿਹਨੂੰ ਰਣ ਸਿੰਘਾ ਵੀ ਕਹਿੰਦੇ ਨੇ, ਇਹ ਵੀ ਵੱਜੇ ਹਨ। ਜੈ ਜਗਦੰਬਾ ਊਚ ਉਚਾਰੇ। ਹਾਂ, ਜੈ ਜਗਦੰਬਾ ਊਚ ਉਚਾਰੇ, ਕਹਿੰਦੇ ਵਾਹਿਗੁਰੂ ਦੀ ਆਦ ਸ਼ਕਤੀ ਤੇਰੀ ਜੈ ਜੈਕਾਰ ਹੋਵੇ, ਇਸ ਤਰ੍ਹਾਂ ਕਹਿੰਦੇ ਹਨ। ਰੰਗਨ ਗਨ ਦੇ ਦਰਬੁਦਾ ਜਾਂ ਵਾਹਿਗੁਰੂ ਦੀ ਸਦਾ ਜੈ ਜੈਕਾਰ ਹੈ, ਇਦਾਂ ਕਹਿੰਦੇ ਨੇ। ਤੇ ਮਹਾਰਾਜ ਸਾਹਿਬ ਦੇ ਦਰ ਤੇ ਖੁਸ਼ੀ ਦਾ ਸਮਾਂ ਜਾਣ ਕੇ ਬੜੇ ਮੰਗਤੇ ਚੱਲ ਕੇ ਆਏ ਨੇ, ਤੇ ਬਹੁਤਾ ਉਹਨਾਂ ਨੂੰ ਸਾਹਿਬ ਜੀ ਧਨ ਦਿੰਦੇ ਨੇ, ਕਿਉਂਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇਸ ਸਿਧਾਂਤ ਦੇ ਉੱਤੇ ਚੱਲਦੇ ਆ, ਬੜੇ ਗਰੀਬਾਂ ਨੂੰ ਦਾਨ ਕਰਦੇ ਨੇ ਦਸਮ ਪਾਤਸ਼ਾਹ। ਸਭੋਂ ਜੈ ਗੁਰ ਬਾਤ ਸੁਨਾਏ। ਜਿਹਨੂੰ ਵੀ ਕੋਈ ਗੁਰੂ ਘਰੋਂ ਮਾਇਆ, ਕੱਪੜਾ, ਬਸਤਰ, ਲੀੜਾ ਜੋ ਵੀ ਮਿਲਦਾ ਹੈ, ਜੈ ਹੋ ਗੁਰੂ ਕਲਗੀਧਰ ਦੀ, ਜੈ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਇਦਾਂ ਕਹਿੰਦਾ ਏ। ਬਾਰੇ ਬਾਰ ਪ੍ਰਸ਼ਾਦ ਬਤਾਏ। ਵਾਰ-ਵਾਰ ਮਹਾਰਾਜ ਕਹਿ ਕੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਵਰਤਾਉਂਦੇ ਨੇ। ਇੱਕ ਰਾਂ ਹੋਰ ਵਰਤਾਰਾ ਦਿਓ ਸਾਰਿਆਂ ਨੂੰ ਕਹਿੰਦੇ। ਧੂਪ ਭਾਵਤ ਫੁੱਲਨ ਮਾਲਾ। ਫਿਰ ਸਿੱਖ ਸੁਗੰਧੀਆਂ ਫੈਲਾਉਣ ਦੇ ਲਈ ਧੂਪ ਦਿਖਾਉਂਦੇ ਨੇ। ਮਹਾਰਾਜ ਦੇ ਗਲ ਵਿੱਚ ਪਾਉਣ ਲਈ ਫੁੱਲਾਂ ਦੀਆਂ ਮਾਲਾ ਬਣਾ ਕੇ ਲਿਆਉਂਦੇ ਨੇ। ਚੰਦਨ ਆਦ ਸੁਗੰਧਤ ਸਾਲਾ। ਚੰਦਨ ਆਦਿਕ ਹੋਰ ਜਿੰਨੀਆਂ ਸੁਗੰਧੀ ਵਾਲੀਆਂ ਸਮੱਗਰੀਆਂ ਹੁੰਦੀਆਂ ਨੇ, ਉਹ ਸਾਰੀਆਂ ਦਾ ਛਿੜਕਾਅ ਕਰਕੇ ਥਾਂ ਸੁਗੰਧਿਤ ਕਰ ਦਿੱਤੀ। ਸਮਾਂ ਜਾਣ ਤੇਜ ਕੇਸ਼ਵ ਆਏ। ਆ ਜਦੋਂ ਹੁਣ ਵੇਖਿਆ ਵੀ ਸਮਾਂ ਆ ਗਿਆ, ਜਦੋਂ ਜਾ ਕੇ ਨੈਣੇ ਦੇ ਟਿੱਲੇ ਦੇ ਜੱਗ ਆਰੰਭ ਕਰਨਾ ਹੈ, ਤਾਂ ਕੇਸ਼ਵਦਾਸ ਬ੍ਰਾਹਮਣ ਮਹਾਰਾਜ ਦੇ ਕੋਲ ਆ ਗਿਆ। ਆਸ਼ਿਕ ਤਪਤੇ ਤੇਜ ਸੁਨਾਏ। ਆ ਜਿਵੇਂ ਅਸੀਸ ਜੀ ਦਿੰਦੇ ਹੁੰਦੇ, ਬ੍ਰਾਹਮਣ ਕਹਿਣ ਲੱਗਾ, ਮਹਾਰਾਜ ਤੁਹਾਡਾ ਤੇਜ ਪ੍ਰਤਾਪ ਜਿਹੜਾ ਹੈ ਨਾ, ਉਹ ਸਭ ਥਾਵਾਂ ਦੇ ਪ੍ਰਕਾਸ਼ੇ। ਅਮਰ ਪਿਪਰ ਜੇ ਸਤਿਗੁਰ ਪਾਸ। ਹੋਰ ਵੀ ਜਿਹੜੇ ਬ੍ਰਾਹਮਣ ਮਹਾਰਾਜ ਦੇ ਕੋਲ ਸੀ, ਜਦੋਂ ਜੱਗ ਕਰਾ ਕੇ ਤੇ ਜਿਹੜੇ ਕੋਈ ਖੀਰ ਕੜਾ ਖਾਣ ਵਾਲੇ ਸਨ ਰਹਿ ਗਏ, ਉਹਨਾਂ ਨੂੰ ਮਹਾਰਾਜ ਨੇ ਆਨੰਦਪੁਰੀ ਰੱਖ ਲਿਆ ਸੀ, ਤੇ ਮਾਸ ਖਾਣ ਵਾਲੇ ਸਾਰੇ ਭਜਾਤੇ ਸਨ। ਉਹ ਵੀ ਬ੍ਰਾਹਮਣ ਆਨੰਦਪੁਰੀ ਹੈ ਗੁਰਾਂ ਦੇ ਕੋਲ। ਵੇਦ ਭੋਗ ਕੇ ਕਰਤ ਪ੍ਰਕਾਸ਼। ਆਏ ਵੇਦਾਂ ਦੀਆਂ ਧੁਨੀਆਂ ਪ੍ਰਗਟ ਕਰਦੇ ਨੇ, ਵੇਦ ਪੜ੍ਹ ਕੇ ਉੱਥੇ ਸੁਣਾਉਂਦੇ ਹਨ। ਸਭ ਹਿੰਦਵਾਇਨ ਸਿਰ ਕੋ ਮੋਹ। ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਹਿੰਦੂਆਂ ਦੇ ਸ਼੍ਰੋਮਣੀ ਬ੍ਰਾਹਮਣ ਸਨ, ਉਹ ਇਕੱਠੇ ਕੀਤੇ ਮਹਾਰਾਜ ਨੇ। ਕਿਉਂਕਿ ਕੱਲ ਨੂੰ ਕੋਈ ਇਹ ਕਹਿ ਸਕਦਾ ਸੀ ਵੀ ਸਤਿਗੁਰਾਂ ਨੇ ਤੇ ਉਹ ਬ੍ਰਾਹਮਣ ਲੈ ਆਂਦਾ ਜਿਹਨੂੰ ਜੱਗ ਹੀ ਨਹੀਂ ਸੀ ਕਰਨਾ ਆਉਂਦਾ, ਤੇ ਉਹ ਚੰਡੀ ਪ੍ਰਗਟ ਨਹੀਂ ਕਰ ਸਕਿਆ, ਤੇ ਮਹਾਰਾਜ ਨੇ ਜਾਣ ਕੇ ਉਹਦੀ ਹਾਨੀ ਕੀਤੀ ਹੈ। ਨਹੀਂ, ਸਤਿਗੁਰਾਂ ਨੇ ਚੁਣ ਕੇ ਜਿਹੜੇ ਚੋਟੀ ਦੇ ਵਿਦਵਾਨ ਸਨ ਉਸ ਵੇਲੇ ਹਿੰਦੂਆਂ ਦੇ, ਸਿਰਮੌਰ ਹੁੰਦਾ ਵੀ ਸਭ ਤੋਂ ਸ਼੍ਰੋਮਣੀ ਸਨ ਜੋ ਹਿੰਦੂਆਂ ਵਿੱਚ, ਉਹ ਪੰਡਤ, ਉਹ ਬ੍ਰਾਹਮਣ ਆਨੰਦਪੁਰ ਸਾਹਿਬ ਇਕੱਠੇ ਕੀਤੇ ਨੇ ਵੀ ਤੁਸੀਂ ਕਰੋ ਰਲ ਮਿਲ ਕੇ ਚੰਡੀ ਪ੍ਰਗਟ। ਕਰੇ ਕਰੇ ਨਿਜ ਪੂਰਨ ਪੌਰ। ਇਹ ਸਾਰੇ ਜਿਹੜੇ ਬ੍ਰਾਹਮਣ ਹਨ ਨਾ, ਜਿਹੜੇ ਮਹਾਰਾਜ ਦੇ ਕੋਲ ਆਨੰਦਪੁਰ ਰਹਿੰਦੇ ਨੇ, ਜਲ ਪਾਣੀ ਛਕਦੇ, ਗੁਰਾਂ ਦੇ ਦਰਵਾਜ਼ੇ ਦੇ ਖਲੋਤੇ ਹਨ। ਭਇਓ ਗਲਾਹਲਨ ਕਪਰਕਾਰ। ਮਹਾਰਾਜ ਦੀ ਦਰਸ਼ਨੀ ਡਿਉੜੀ ਦੇ ਅੱਗੇ ਕਹਿੰਦੇ ਵੀ ਬਹੁਤ ਕੋਲਾਹਲ ਹੋ ਰਿਹਾ ਹੈ, ਖੁਸ਼ੀ ਦੀਆਂ ਇੱਕ ਦੂਜੇ ਨੂੰ ਗੱਲਾਂ ਕਰ ਰਹੇ ਨੇ। ਕੇਸ਼ਵ ਕਹੈ ਸੁਕੀਨੀ ਕਾਰ। ਆ ਜਿਵੇਂ ਕੇਸ਼ਵ ਦਾਸ ਪੰਡਤ ਕਹਿੰਦਾ, ਉਸੇ ਤਰ੍ਹਾਂ ਕੰਮ ਹੋ ਰਿਹਾ। ਕਿਉਂਕਿ ਸਿੱਖ ਜਿਹੜੇ ਸਨ ਉਹ ਅੱਗੇ ਜਾ ਕੇ ਫੇਰ ਆਊਗਾ, ਉਹ ਫੇਰ ਵੇਰ ਗਏ ਸੀ ਮਹਾਰਾਜ ਸਾਹਿਬ ਨੂੰ, ਕਹਿੰਦੇ ਮਹਾਰਾਜ ਅਸੀਂ ਨਹੀਂ ਇਹਨਾਂ ਬ੍ਰਾਹਮਣਾਂ ਦੀ ਕੋਈ ਗੱਲ ਮੰਨਣੀ। ਸਤਿਗੁਰੂ ਕਹਿੰਦੇ ਸਾਡਾ ਵਚਨ ਮੰਨੋ, ਸਾਡੇ ਤੁਸੀਂ ਸਿੱਖ ਹੋ, ਜਿਵੇਂ ਕੇਸ਼ਵ ਦਾਸ ਕਵੇ ਉਹ ਗੱਲ ਕਰੀ ਜਾਓ। ਤੇ ਉਹ ਸਿੱਖ ਮਹਾਰਾਜ ਦਾ ਹੁਕਮ ਮੰਨ ਕੇ ਨਾ ਚਾਹੁੰਦਿਆਂ ਹੋਇਆ ਵੀ ਜਿਵੇਂ ਕੇਸ਼ਵ ਦਾਸ ਕਹਿੰਦਾ ਆ ਇਦਾਂ ਕਰੋ, ਆ ਜੋਤ ਜਗਾਓ, ਆ ਧੂਪ ਦਿਖਾਓ, ਆ ਸਮੱਗਰੀ ਇੱਥੇ ਲਿਆਓ, ਆ ਟੱਲ ਖੜਕਾਓ, ਸਿੱਖ ਉਸੇ ਤਰ੍ਹਾਂ ਕਰੀ ਜਾਂਦੇ ਹਨ। ਮਹਾਰਾਜ ਦਾ ਹੁਕਮ ਸੀ ਵੀ ਇਹਦੇ ਕਹੇ ਮੁਤਾਬਕ ਚੱਲਣਾ ਹੈ, ਵੀ ਬ੍ਰਾਹਮਣ ਨੂੰ ਬਹਾਨਾ ਨਾ ਮਿਲੇ ਵੀ ਤੁਹਾਡੇ ਸਿੱਖ ਮੇਰੇ ਆਖੇ ਨਹੀਂ ਲੱਗੇ। ਗਮਨੇ ਗੁਣ ਪਉਨ ਪ੍ਰਭ ਦੇਜ ਸੰਗ ਲੀਨੇ। ਫਿਰ ਸਾਰੀ ਤਿਆਰੀ ਹੋ ਗਈ ਤਾਂ ਚੱਲਣ ਲੱਗੇ ਨੇ ਮਹਾਰਾਜ ਸਾਹਿਬ ਜੀ ਆਨੰਦਪੁਰ ਤੋਂ ਨੈਣੇ ਦੇ ਟਿੱਲੇ ਵੱਲ। ਉਹ ਅਗੰਮੀ ਖੇਡ ਖੇਡਣ, ਅਗੰਮੀ ਕੌਤਕ ਕਰਨ ਵਾਸਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਬ੍ਰਾਹਮਣ ਨੂੰ ਆਪਣੇ ਨਾਲ ਲੈ ਲਿਆ। ਆਸ਼ਿਕ ਬਾਦ ਮਾਤ ਮੇਰੇ ਦੀ। ਸਭ ਤੋਂ ਪਹਿਲਾਂ ਤੁਰਨ ਲੱਗਿਆ ਮਹਾਰਾਜ ਆਪਣੀ ਮਾਤਾ ਸ੍ਰੀ ਗੁਜਰੀ ਜੀ ਦੇ ਕੋਲ ਆਏ, ਨਮਸਕਾਰ ਕੀਤੀ ਤੇ ਮਾਤਾ ਨੇ ਆਸ਼ੀਰਵਾਦ ਦਿੱਤੀ ਵੀ ਪੁੱਤਰ ਜੋ ਕਾਰਜ ਕਰਨ ਲੱਗੇ ਤੁਹਾਡਾ ਪੂਰਾ ਹੋਵੇ। ਗੁਰੂ ਮਨੋਰਥ ਨੌ ਗੁਰ ਆਏ। ਅਰਦਾਸ ਕਰ ਦਿੱਤੀ, ਹੈ ਗੁਰੂ ਨਾਨਕ ਦੇਵ ਸਾਹਿਬ, ਉਹ ਤੋਂ ਲੈ ਕੇ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਤੁਹਾਡੇ ਸੇਵਕ ਹੀ ਹੈ ਗੁਰੂ ਗੋਬਿੰਦ ਸਿੰਘ ਜੀ। ਇਹ ਜਿਹੜਾ ਮਨ ਵਿੱਚ ਇਹਨਾਂ ਮਨੋਰਥ ਰੱਖਿਆ, ਇਹਨਾਂ ਦਾ ਮਨੋਰਥ ਪੂਰਾ ਕਰਦੇ ਹੋਏ ਮਾਂ ਨੇ ਅਸੀਸ ਦਿੱਤੀ ਹੈ। ਜਗ ਮਾਤਾ ਤੁਮ ਹੋਏ ਸਹਾਈ। ਜਗ ਮਾਤਾ, ਮਾਤਾ ਕਹਿੰਦੇ ਨੇ ਮਿਲਿਆ ਹੋਇਆ, ਜਿਹੜਾ ਸਾਰੇ ਜਗਤ ਵਿੱਚ ਮਿਲਿਆ ਹੋਇਆ ਵਾਹਿਗੁਰੂ ਹੈ। ਇਦਾਂ ਸੀਸ ਦਿੰਦੀ ਹੈ ਮਾਂ ਵੀ ਉਹ ਤੁਹਾਡੇ ਸਹਾਈ ਹੋਣਾ, ਅਕਾਲ ਪੁਰਖ ਵਾਹਿਗੁਰੂ ਤੁਹਾਡੇ ਕਾਰਜ ਰਾਸ ਕਰਨਾ। ਸਫਲ ਕਿਰਤ ਕਰਿਓ ਜੋ ਚਾਹਤ। ਆ ਜੋ ਵੀ ਤੁਸੀਂ ਕਾਰਜ ਕਰਿਆ ਚਾਹੁੰਦੇ ਹੋ ਤੁਹਾਡਾ ਕਾਰਜ ਸਫਲ ਹੋ ਜਾਵੇ। ਕਾਰਨ ਪਰਉਪਕਾਰੋ ਮਾਹਤ। ਮਾਤਾ ਜੀ ਕਹਿੰਦੇ ਪਰਉਪਕਾਰ ਵਾਸਤੇ ਤੁਸੀਂ ਬੜਾ ਉਤਸ਼ਾਹ ਕੀਤਾ ਹੈ, ਇਹ ਜੋ ਕਾਰਜ ਕਰਨ ਵਾਸਤੇ ਤੁਹਾਡੇ ਸਾਰੇ ਹੀ ਕਾਰਜ ਸੰਪੰਨ ਹੋਣੇ ਵਿੱਚ ਅਸੀਸਾਂ ਦਿੱਤੀਆਂ। ਉੜਤ ਤੋਪ
ਚਾਲਤ ਗੁਰ ਆਗੇ। ਇਹ ਮਾਤਾ ਜੀ ਨੂੰ ਨਮਸਕਾਰ ਕਰਕੇ ਆਗਿਆ ਲੈ ਕੇ ਗੁਰੂ ਸਾਹਿਬ ਜੀ ਚੱਲ ਪਏ ਅੱਗੇ ਅੱਗੇ। ਮਹਾਰਾਜ ਦੇ ਸੁਗੰਧੀ ਫੈਲਾਉਣ ਦੇ ਲਈ ਧੂਫ ਧੁਖਦੀ ਜਾ ਰਹੀ ਹੈ। ਪੁਸ਼ਪਨ ਬਰਖਾ ਮੋਚਨ ਲਾਗੇ। ਤੇ ਬੁੱਕ ਭਰ ਭਰ ਕੇ ਫੁੱਲਾਂ ਦੀ ਵਰਖਾ ਕਰੀ ਜਾ ਰਹੇ ਨੇ ਗੁਰੂ ਕੇ ਪਿਆਰੇ। ਨੇਮ ਸਮੇਤ ਵਿਪਰ ਲੈ ਨਾਲ। ਜਿਹੜੇ ਸਾਰੇ ਜਮ ਨੇਮ ਯਾਦ ਕਰਨ ਵਾਲੇ ਜਿਹੜੇ ਸਨ, ਉਹ ਜੋ ਵੀ ਪ੍ਰਾਸ਼ਿਤ ਕਰਮ ਹੋਰ ਕਈ ਤਰ੍ਹਾਂ ਦੇ ਨੇਮ ਕਰਨ ਵਾਲੇ ਜਿਹੜੇ ਬ੍ਰਾਹਮਣ ਸਨ, ਕੇਸ਼ਵ ਦਾਸ ਦੇ ਸਮੇਤ ਉਹਨਾਂ ਵਿਪਰਾਂ ਨੂੰ ਬ੍ਰਾਹਮਣਾਂ ਨੂੰ ਨਾਲ ਲੈ ਕੇ ਆਪਣੇ ਮੰਗਲ ਹੋਤ ਕਿਰਪਾ। ਬੜੀਆਂ ਖੁਸ਼ੀਆਂ ਹੋ ਰਹੀਆਂ ਨੇ ਤੇ ਖੁਸ਼ੀਆਂ ਦੇ ਵਿੱਚ ਵਿੱਚ ਮਹਾਰਾਜ ਸਾਹਿਬ ਜੀ ਜਾ ਰਹੇ ਨੇ ਅਨੰਦਪੁਰ ਸਾਹਿਬ ਤੋਂ ਉੱਚੀ ਪਹਾੜੀ ਨੂੰ। ਸਿੱਖ ਮਸੰਦ ਹਜ਼ਾਰਾਂ ਸੰਗ। ਗੁਰੂ ਕੇ ਸਿੱਖ ਮਸੰਦ ਹਜ਼ਾਰਾਂ ਦੀ ਗਿਣਤੀ ਵਿੱਚ ਮਗਰ ਮਗਰ ਜਾ ਰਹੇ ਹਨ। ਨਿਜ ਪਰ ਗੁਣੀ ਸੁਭਾਵਨ ਅੰਗ। ਜਿਹੜਾ ਬ੍ਰਾਹਮਣ ਜਿਹੜਾ ਕਹਿੰਦਾ ਸੀ ਮੈਂ ਬੜਾ ਗੁਣੀ ਗਿਆਨੀ ਹਾਂ ਤੇ ਮੇਰੇ ਅੰਗ ਪਵਿੱਤਰ ਹਨ, ਉਹ ਪਵਿੱਤਰ ਅੰਗਾਂ ਵਾਲਾ ਬਹੁਤ ਵੱਡਾ ਵਿਦਵਾਨ ਬ੍ਰਾਹਮਣ ਵੀ ਨਾਲ ਨਾਲ ਜਾ ਰਿਹਾ ਹੈ। ਜਿਨ ਕੇ ਨਿਕਟ ਪਹੁੰਚੇ ਜਾਏ। ਤੇ ਜਿੱਥੋਂ ਪਹਾੜੀ ਸ਼ੁਰੂ ਹੁੰਦੀ ਹੈ ਨਾ ਨੈਣੇ ਦੇ ਟਿੱਲੇ ਦੀ, ਨੈਣਾ ਦੇਵੀ ਦੀ, ਉਥੋਂ ਤੀਕਰ ਕਹਿੰਦੇ ਵੀ ਏਦਾਂ ਮਹਾਰਾਜ ਦੇ ਨਾਲ ਸਭ ਸਿੱਖ ਸੇਵਕ ਗਏ ਨੇ। ਜਦੋਂ ਉੱਥੇ ਪਹੁੰਚ ਗਏ ਹਰੇ ਭਾਈ ਨਾਲ ਜੁਦ ਸਮੁਦਾਇ। ਸਮੂਹ ਮਾਈ ਭਾਈ ਦੇ ਸਮੇਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਲੋ ਗਏ ਉੱਥੇ। ਜਥਾ ਜੋਗ ਸਭ ਹੰਸੋਂ ਕਰ ਕਰ। ਜਥਾ ਜੋਗ ਜਿਵੇਂ ਹੁਕਮ ਕਰਨਾ ਸੀ ਸਾਰਿਆਂ ਦੇ ਨਾਲ ਕਲਗੀਧਰ ਜੀ ਨੇ ਹੁਕਮ ਕਰ ਕਰਕੇ ਬੈਠੇ ਹੁਕਮ ਕਰੇ ਤਹ ਇਸ ਹੁਕਮ ਦੇ ਦਿੱਤਾ ਵੀ ਅਸੀਂ ਹੁਣ ਚੱਲੇ ਆਂ ਜਿੱਥੇ ਉਥੇ ਕਾਰਜ ਕਰਕੇ ਫੇਰ ਆਵਾਂਗੇ। ਵੀ ਤੁਸੀਂ ਜਿਹੜੇ ਹੈ ਨਾ ਇੱਥੇ ਆਨੰਦਪੁਰ ਦੇ ਵਿੱਚ ਰਹਿ ਗਏ ਗੁਰੂ ਗੁਰੂ ਜਪੋ, ਗੁਰੂ ਨਾਨਕ ਸਾਹਿਬ ਅੱਗੇ ਅਰਦਾਸਾਂ ਕਰੋ। ਆਏ ਆਰੂੜ ਅਰੂਢਤ ਸੈਲ। ਇਸ ਤਰ੍ਹਾਂ ਧੰਨ ਗੁਰੂ ਕਲਗੀਧਰ ਮਹਾਰਾਜ ਜੀ ਸਭ ਸੰਗਤਾਂ ਨੂੰ ਉੱਥੇ ਰੋਕ ਦਿੱਤਾ ਵੀ ਇੱਕ ਅਸੀਂ ਜਾਵਾਂਗੇ, ਇੱਕ ਬ੍ਰਾਹਮਣ ਜਾਵੇਗਾ ਕੇਸ਼ਵ ਦਾਸ, ਇੱਕ ਦੋ ਬ੍ਰਾਹਮਣ ਇਹਦੀ ਮਦਦ ਕਰਨ ਲਈ ਜਿੰਨੇ ਕਿ ਨੂੰ ਲੋੜ ਹੈ ਉਹ ਨਾਲ ਜਾਣਗੇ, ਤੇ ਬਾਕੀ ਕੁਝ ਸਿੱਖ ਜਾਣਗੇ ਜਿਹੜੇ ਉੱਥੇ ਪਹਿਰਾ ਦੇਣਗੇ। ਤੇ ਇਹ ਬਾਕੀ ਹੋਰ ਕੋਈ ਸੰਗਤ ਨਾ ਆਵੇ ਤੇ ਕੋਈ ਹੋਰ ਮਸੰਦ ਨਾ ਆਵੇ। ਏਦਾਂ ਮਹਾਰਾਜ ਜੀ ਨੇ ਕਹਿ ਕੇ ਤੇ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਗਏ। ਗਮਨੇ ਗੁਰੂ ਬਿਖਮ ਬਟ ਗਏ। ਧੰਨ ਗੁਰੂ ਕਲਗੀਧਰ ਮਹਾਰਾਜ ਜਿਹੜਾ ਬੜਾ ਔਖਾ ਰਾਹ ਹੈ, ਹੁਣ ਤਾਂ ਉੱਥੇ ਰਸਤਾ ਬਣਾਇਆ ਹੈ ਨਾ ਉੱਪਰ ਨੂੰ, ਪਰ ਉਹ ਵੀ 13 ਕਿਲੋਮੀਟਰ ਦੀ ਘਰਾਟੀ ਹੈ ਪੂਰੀ। ਤੇ ਜਦੋਂ ਕਿਸੇ ਸਾਧਨ ਤੇ ਟਰੈਕਟਰਾਂ ਤੇ ਕਿਤੇ ਜਾਈਦਾ ਉੱਥੇ ਵੀ ਬੜਾ ਉਹ ਵੇਖਣ ਵਾਲੇ ਨੂੰ ਡਰ ਲੱਗਦਾ। ਤੇ ਉਦੋਂ ਤਾਂ ਉਹ ਰਸਤਾ ਕੋਈ ਨਹੀਂ ਸੀ, ਡੰਡੀ ਜੀ ਤੋਂ ਹੀ ਜਾਣਾ ਪੈਂਦਾ ਸੀ, ਉੱਚਾ ਨੀਵਾਂ ਥਾਂ। ਤੇ ਜਿਹੜਾ ਕਹਿੰਦੇ ਵਿਖਮ ਰਸਤਾ ਹੈ ਨਾ, ਜਿਹੜਾ ਬੜਾ ਔਖਾ ਥਾਂ ਹੈ, ਉਸ ਔਖੇ ਰਾਹ ਥਾਣੀ ਗੁਰੂ ਕਲਗੀਧਰ ਮਹਾਰਾਜ ਜੀ ਘੋੜੇ ਤੇ ਚੜ੍ਹ ਕੇ ਜਾ ਰਹੇ ਨੇ। ਉਸ ਜੋ ਦੇ ਤਹ ਕਰੇ ਟਿਕਾਵਨ। ਤੇ ਜਦੋਂ ਤੁਰਨ ਲੱਗੇ ਕੁਝ ਸੂਰਮਿਆਂ ਨੂੰ ਤਾਂ ਕਹਿਦਾ ਵੀ ਤੁਸੀਂ ਇੱਥੇ ਹੀ ਰਹਿਣਾ, ਵਾਰੀ ਵਾਰੀ ਪਹਿਰਾ ਦੇਣਾ ਹੈ। ਜਿੱਥੋਂ ਪਹਾੜੀ ਦਾ ਰਾਹ ਆਰੰਭ ਜਿਹਾ ਹੁੰਦਾ ਤੁਸੀਂ ਇੱਥੇ ਤਿਆਰ ਬਰ ਤਿਆਰ ਹੋ ਕੇ ਰਹੋ ਵੀ ਕੋਈ ਉੱਪਰ ਨੂੰ ਨਾ ਆਵੇ। ਆਵੇ ਕੋਈ ਤਾਂ ਕਰਤੇ ਹਟਾ। ਤੇ ਜੇ ਕੋਈ ਆਉਣ ਦੀ ਕੋਸ਼ਿਸ਼ ਕਰੇ ਉਹਨੂੰ ਹਟਾ ਦਿਓ, ਉਹਨੂੰ ਕਹੋ ਵੀ ਬਿਲਕੁਲ ਸਖਤ ਮਨਾਹੀ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਨੇ ਜਦੋਂ ਬਾਣੀ ਦੀ ਇਕੱਤਰਤਾ ਕਰਨੀ ਆਰੰਭ ਕੀਤੀ ਤਾਂ ਹੁਕਮ ਕੀਤਾ ਸੀ ਵੀ ਰਾਮਸਰ ਵਾਲੇ ਥਾਂ ਤੇ ਕੋਈ ਨਾ ਆਵੇ। ਪਹਿਰੇ ਲਾ ਦਿੱਤੇ ਸਨ ਵੀ ਜਿਹੜਾ ਆਵੇ ਉਹਨੂੰ ਮੋੜ ਦਿਓ। ਦਰਸ਼ਨ ਜਿਹੜੇ ਹਨ ਹੋਣਗੇ ਪਰ ਸਾਨੂੰ ਉੱਥੇ ਵਾਰ-ਵਾਰ ਕੋਈ ਆ ਕੇ ਮਿਲੇ ਨਾ। ਇਵੇਂ ਕਲਗੀਧਰ ਮਹਾਰਾਜ ਹੁਣ ਕੌਤਕ ਕਰਨ ਲੱਗੇ ਆ, ਸਿੱਖਾਂ ਨੂੰ ਪਹਿਰਾ ਲਵਾ ਗਏ ਵੀ ਕੋਈ ਵੀ ਸਾਡੇ ਮਗਰ ਨੈਣੇ ਦੇ ਟਿੱਲੇ ਤੇ ਨਾ ਆਵੇ ਉੱਚੀ ਪਹਾੜੀ ਤੇ, ਜਿਹੜਾ ਆਵੇ ਉਹਨੂੰ ਰੋਕ ਦਿਓ। ਗਿਰ ਪਰ ਚੜੇ ਤੁਰੰਗ ਉਤੰਗ। ਮਹਾਰਾਜ ਸਾਹਿਬ ਵੀ ਉੱਚੀ ਪਹਾੜੀ ਨੂੰ ਘੋੜੇ ਦੇ ਉੱਤੇ ਕਹਿੰਦੇ ਵੀ ਚੜ੍ਹ ਕੇ ਜਾ ਰਹੇ ਹਨ, ਘੋੜੇ ਤੇ ਸਵਾਰ ਹੋ ਕੇ ਜਾ ਰਹੇ ਨੇ। ਤਿਜ ਕੇ ਸ਼ਿਵ ਬਿਖ ਅਚਰਜ ਸੰਗ। ਹਾਂ, ਵੇਖ ਕਰਕੇ ਜਿਹੜਾ ਕੇਸ਼ਵ ਦਾਸ ਬ੍ਰਾਹਮਣ ਹੈ ਨਾ, ਵੇਖ ਵੇਖ ਕੇ ਅਚਰਜ ਮੰਨ ਰਿਹਾ, ਹੈਰਾਨ ਹੋ ਰਿਹਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਘੋੜੇ ਤੇ ਚੜ੍ਹ ਕੇ ਕਿਵੇਂ ਤਾਂ ਨੂੰ ਜਾ ਰਹੇ ਹਨ। ਨਰਪੀ ਨੀਠ ਨੀਠ ਧਰ ਪਾਏ। ਵੀ ਜਿਹੜਾ ਬੰਦਾ ਪੈਦਲ ਜਾ ਰਿਹਾ ਹੈ ਉਹ ਵੀ ਕਹਿੰਦੇ ਮਸਾਂ ਪੈਰ ਰੱਖ ਕੇ ਤੇ ਉੱਪਰ ਨੂੰ ਜਾ ਰਿਹਾ ਹੈ। ਮਹਾਰਾਜ ਘੋੜੇ ਦੇ ਚੜੇ ਚੜਾਏ ਉੱਚੇ ਥਾਂ ਤੇ ਬੜਾ ਔਖਾ ਹੁੰਦਾ ਘੋੜਾ ਚਲਾਉਣਾ। ਡੈ ਤ੍ਰਿਣ ਨੀਠ ਹੀ ਜਾਏ। ਇਹ ਬ੍ਰਾਹਮਣ ਵੇਖ ਵੇਖ ਕੇ ਹੈਰਾਨ ਹੋਈ ਜਾਂਦਾ ਵੀ ਆਪਣੇ ਪੈਰ ਜਿਹੜੇ ਨੇ ਉਹ ਟਕਾ ਕੇ ਰੱਖਣੇ ਪੈਂਦੇ ਨੇ, ਠਾਂ ਡਿੱਗ ਨਾ ਪਈਏ। ਤੇ ਜਿਹੜਾ ਪਹਾੜੀ ਦੇ ਉੱਤੇ ਘਾਹ ਉੱਗਿਆ ਏ ਉਹ ਹੱਥਾਂ ਦੇ ਨਾਲ ਘਾਹ ਫੜ ਕੇ ਮਸਾਂ ਨੂੰ ਤਾਂ ਚੜਿਆ ਜਾਂਦਾ ਹੈ। ਪਰ ਚੜ ਗਮਨੇ ਤਹ ਕੋਏ। ਇਸ ਤਰ੍ਹਾਂ ਮਹਾਰਾਜ ਵੱਲ ਵੇਖ ਵੇਖ ਕੇ ਹੈਰਾਨ ਹੋ ਰਿਹਾ ਵੀ ਘੋੜੇ ਦੇ ਚੜੇ ਚੜਾਏ ਵੀ ਸਿੱਧਾ ਤਾਂ ਨੂੰ 13 ਮੀਲ ਦੀ ਘਾਟੀ ਹੋਣੇ ਆ, ਪਰ ਉਦੋਂ ਮੀਲ ਥੋੜੇ ਘੱਟ ਹੋਣਗੇ ਕਿਉਂਕਿ ਸਿੱਧਾ ਗਏ ਸਨ ਮਹਾਰਾਜ। ਹੁਣ ਵਿੰਗ ਵੱਲ ਪਾ ਕੇ ਰਾਹ ਜਾਂਦਾ ਹੈ ਤਾਂ 13 ਕਿਲੋਮੀਟਰ ਬਣਦਾ। ਉਹ ਵੇਖ ਕੇ ਹੈਰਾਨ ਹੋਈ ਜਾਂਦਾ ਵੀ ਸਿੱਧਾ ਤਾਂ ਨੂੰ ਘੋੜੇ ਤੇ ਚੜ੍ਹ ਕੇ ਕਿਵੇਂ ਕੋਈ ਆ ਸਕਦਾ ਹੈ। ਇਵੇਂ ਇਹ ਵੇਖ ਹੈਰਾਨ ਹੁੰਦਾ ਹੈ। ਤੇ ਸੋਚਾਂ ਇਹਦੀਆਂ ਸੋਚਦਿਆਂ ਮਹਾਰਾਜ ਪਹਾੜੀ ਦੀ ਸਿਖਰ ਦੇ ਉੱਤੇ ਪਹੁੰਚ ਗਏ, ਚੋਟੀ ਤੇ ਪਹੁੰਚ ਗਏ। ਕਲਗੀਧਰ ਹੀ ਇਮ ਹੋਏ। ਆ ਇਸ ਤਰ੍ਹਾਂ ਵੇਖ ਕਰਕੇ ਨਾ ਹੈ ਪਰ ਚੜ ਗਮਨੇ ਤਹ ਕੋਏ। ਬ੍ਰਾਹਮਣ ਕਹਿੰਦਾ ਵੀ ਉਸ ਪਹਾੜੀ ਦੇ ਉੱਤੇ
ਚੜ੍ਹ ਕੇ ਕੌਣ ਜਾ ਸਕਦਾ ਹੈ। ਕਵੀ ਜੀ ਇਸ ਗੱਲ ਦੀ ਹੋਰ ਪ੍ਰੋੜਤਾ ਕਰਦੇ ਨੇ ਵੀ ਇੱਦਾਂ ਦਾ ਕੇਵਲ ਕਲਗੀਧਰ ਮਹਾਰਾਜ ਹੀ ਹੋ ਸਕਦੇ ਨੇ। ਇੱਕ ਇੱਦਾਂ ਦਾ ਬਚਨ ਵੀ ਪ੍ਰਸਿੱਧ ਹੈ, ਬਾਬਾ ਜਵੰਦ ਸਿੰਘ ਜੀ ਠੱਠੇ ਸਾਹਿਬ ਵਾਲੇ, ਜਿਨ੍ਹਾਂ ਨੇ ਬਾਬਾ ਰਾਮ ਸਿੰਘ ਜੀ ਤਰਨਾ ਦਲ ਦੇ ਜਥੇਦਾਰ, ਉਹਨਾਂ ਦੀ ਸੇਵਾ ਕੀਤੀ ਸੀ। ਬਾਬਾ ਗੁਰਮੁਖ ਸਿੰਘ ਦੇ ਗੁਰ ਭਾਈ ਸਨ, ਸੁਨਹਿਰੀਏ ਸਨ। ਉਹਨਾਂ ਦੇ ਬਾਰੇ ਮਹਾਰਾਜ ਨੇ ਜਦੋਂ ਇਹ ਬਚਨ ਹੋਇਆ ਸੀ ਨਾ, ਮਹਾਰਾਜ ਤੁਸੀਂ ਘੋੜੇ 'ਤੇ ਚੜ੍ਹ ਗਏ ਏਡੀ ਉੱਚੀ ਪਹਾੜੀ। ਸਾਹਿਬ ਕਹਿੰਦੇ ਵੀ ਸਾਡੇ ਤੋਂ ਬਾਅਦ ਇੱਕ ਸਾਡਾ ਸਿੱਖ ਵੀ ਹੋਵੇਗਾ ਜਿਹੜਾ ਘੋੜੇ ਦੇ ਚੜ੍ਹ ਕੇ ਉੱਤੇ ਪਹਾੜੀ 'ਤੇ ਚੜ੍ਹੇਗਾ। ਅਤੇ ਉਹ ਬਾਬਾ ਜਵੰਦ ਸਿੰਘ ਜੀ ਜਿਹੜੇ ਤਰਨਾ ਦਲ ਦੇ ਮਹਾਂਪੁਰਖ, ਠੱਠਾ ਨਗਰ ਹੈ ਸਰਹਾਲੀ ਦੇ ਬਿਲਕੁਲ ਨੇੜੇ, ਉਸ ਨਗਰ ਦੇ ਹੋਏ ਨੇ। ਅਤੇ ਉਹ ਵੀ ਘੋੜੇ ਦੇ ਉੱਤੇ ਚੜ੍ਹ ਕੇ ਉੱਪਰ ਗਏ ਸਨ। ਉਦੋਂ ਰਾਹ ਰੂਹ ਜੇ ਨਹੀਂ ਸੀ ਬਣੇ ਜਿਵੇਂ ਹੁਣ ਬਣੇ ਆ, ਇਹਦੇ ਉੱਤੇ ਤਾਂ ਹੁਣ ਵੀ ਘੋੜੇ ਦੇ ਉੱਤੇ ਜਾਣਾ ਔਖਾ ਏ, ਪਰ ਉਹ ਸ਼ਕਤੀ ਵਰਤੀ ਨਾ ਮਹਾਰਾਜ ਸਾਹਿਬ ਦੀ। ਸੋ ਇਸ ਤਰ੍ਹਾਂ ਦੀ ਇਹ ਸਾਖੀ ਆਉਂਦੀ ਹੈ ਵੀ ਕਵੀ ਜੀ ਕਹਿੰਦੇ ਵੀ ਕਲਗੀਧਰ ਮਹਾਰਾਜ ਵਰਗਾ ਦੱਸੋ ਕੌਣ ਹੋ ਸਕਦਾ ਇੱਦਾਂ ਦਾ ਜਿਹੜਾ ਉੱਚੇ ਥਾਂ ਦੇ ਘੋੜੇ ਦੇ ਉੱਤੇ ਚੜ੍ਹਿਆ ਚੜ੍ਹਾਇਆ ਪਹੁੰਚ ਜਾਵੇ। ਸਿਖਰ ਸੈਲ ਕੇ ਪਹੁੰਚੇ ਜਾਏ, ਚਲਦਿਆਂ ਚਲਦਿਆਂ ਪਹਾੜੀ ਦੀ ਚੋਟੀ ਦੇ ਉੱਤੇ ਮਹਾਰਾਜ ਪਹੁੰਚੇ ਹਨ। ਉਤਰੇ ਹੈ ਪਰ ਤੇ ਸੁਖਦਾਏ, ਸੁੱਖਾਂ ਦੇ ਦੇਣ ਹਾਰੇ ਕਲਗੀਧਰ ਜੀ ਘੋੜੇ ਤੋਂ ਹੇਠਾਂ ਉਤਰ ਆਏ। ਪਹੁੰਚਿਓ ਵਿਪਰ ਜਾਏ ਤਿਸ ਥਾਨ, ਮਹਾਰਾਜ ਪਹਿਲਾਂ ਪਹੁੰਚ ਗਏ। ਬਾਹਮਣ ਹੌਲੀ ਹੌਲੀ ਤੁਰ ਕੇ ਆ ਰਿਹਾ ਸੀ, ਘੋੜੇ ਦੇ ਆਂਦਾ ਡਰ ਲੱਗਦਾ ਮੈਂ ਚਲਾਇਆ ਕਦੀ ਨਹੀਂ। ਇਹ ਵੀ ਸਹਿਜੇ ਸਹਿਜੇ ਕਰਦਿਆਂ ਕਰਦਿਆਂ ਪਹੁੰਚ ਗਿਆ ਉਸ ਥਾਂ ਤੇ। ਹਰੀ ਪਤਾਵਨ ਹਵਨ ਵਿਧਾਨ, ਤੇ ਜਾਂਦਿਆਂ ਸਾਰੀ ਫਿਰ ਜਿਵੇਂ ਮਹਾਰਾਜ ਕਹਿੰਦੇ ਆਓ ਪੰਡਤ ਜੀ ਕਰੋ ਹੁਣ ਫਿਰ ਚੰਡੀ ਪ੍ਰਗਟ। ਤੇ ਜਿਵੇਂ ਹਵਨ ਕਰਨਾ ਸੀ, ਜਿਵੇਂ ਜੱਗ ਕਰਨਾ ਸੀ, ਸਾਰਾ ਜਿਹੜਾ ਵਿਧਾਨ ਹੁੰਦਾ ਹੈ ਨਾ, ਕਹਿ ਲਓ ਵੀ ਜੋ ਵੀ ਮਰਿਆਦਾ ਹੁੰਦੀ ਹੈ, ਵਿਧੀ ਹੁੰਦੀ ਹੈ, ਗੁਰੂ ਕਲਗੀਧਰ ਜੀ ਨੂੰ ਦੱਸਣ ਲੱਗ ਪਿਆ। ਫਿਰ ਦੁਬਾਰਾ ਦੱਸਿਆ, ਕਈ ਵਾਰਾਂ ਦੱਸਿਆ। ਹੁਣ ਫਿਰ ਕਹਿੰਦਾ ਮਹਾਰਾਜ ਹੁਣ ਆਪਾਂ ਜਦੋਂ ਜੱਗ ਆਰੰਭ ਕਰਾਂਗੇ ਮੈਂ ਇੱਦਾਂ ਕਰੂੰਗਾ, ਤੁਸੀਂ ਇੱਦਾਂ ਕਰਨਾ ਹੈ। ਸਗਲ ਸਮਗਰੀ ਲੈ ਸਮੁਦਾਇ, ਬਾਕੀ ਵੀ ਜਿਹੜੀ ਸਾਰੀ ਸਮੱਗਰੀ ਸੀ ਜਿਹੜੀ ਹਵਨ ਕੁੰਡ ਵਿੱਚ ਪੈਣੀ ਹੈ। ਗਣਦਾਸਨ ਪ੍ਰਭ ਢਿੱਗ ਪਹੁੰਚਾ, ਉਹ ਜਿਹੜੇ ਕੁਝ ਸੇਵਕ ਪੱਕਾ ਹੀ ਉੱਪਰ ਨਾਲ ਚਲੇ ਗਏ ਨੇ ਚੋਟੀ ਤੇ, ਉਹਨਾਂ ਨੇ ਮਹਾਰਾਜ ਸਾਹਿਬ ਦੇ ਕੋਲ ਪਹੁੰਚਾ ਦਿੱਤੀ। ਉਹਨਾਂ ਨੂੰ ਹੁਕਮ ਸੀ ਵੀ ਜਦੋਂ ਵੇਖੋ ਨਾ ਵੀ ਸਮੱਗਰੀ ਮੁੱਕਣ ਵਾਲੀ ਹੈ, ਭਾਂਡੇ ਭਰ ਕੇ ਸਮੱਗਰੀ ਦੇ ਕੋਠੇ 'ਚੋਂ ਲਿਆ ਕੇ ਇੱਥੇ ਰੱਖ ਦੇਣੇ, ਜਿਹੜੇ ਖਾਲੀ ਨੇ ਚੁੱਕ ਕੇ ਲੈ ਜਾਣੇ ਆ, ਫਿਰ ਭਰੇ ਰੱਖ ਦੇਣੇ, ਖਾਲੀ ਲੈ ਜਾਣੇ ਨੇ। ਉਹਨਾਂ ਨੇ ਸਮੱਗਰੀ ਲਿਆ ਕੇ ਮਹਾਰਾਜ ਦੇ ਨੇੜੇ ਰੱਖ ਦਿੱਤੀ ਜੋ ਹਵਨ ਕੁੰਡ ਵਿੱਚ ਪੈਣੀ ਹੈ। ਹਵਨ ਕੁੰਡ ਕੀ ਪੱਛਮ ਦਿਸ਼ ਮੈਂ, ਆ ਜਿੱਥੇ ਹਵਨ ਬਣਾਇਆ ਸੀ ਨਾ, ਜਿੱਥੇ ਕੁੰਡ ਬਣਾਇਆ ਹੈ, ਉਹਦੀ ਪੱਛਮ ਵਾਲੀ ਬਾਹੀ 'ਚ ਮਹਾਰਾਜ ਨੂੰ ਪੰਡਤ ਕਹਿੰਦਾ ਮਹਾਰਾਜ ਪੱਛਮ ਵਾਲੇ ਪਾਸੇ ਤੁਸੀਂ ਬੈਠਣਾ ਚੌਂਕੜਾ ਮਾਰ ਕੇ। ਦੱਖਣ ਦਿਸ਼ ਦਿਜ ਥਿਰ ਹੋਰ ਬੈਸਮੈ, ਤੇ ਜਿਹੜੀ ਦੱਖਣ ਵਾਲੀ ਬਾਹੀ ਹੈ ਉਸ ਪਾਸੇ ਬ੍ਰਾਹਮਣ ਹੈਰਾਨ ਹੋ ਰਿਹਾ ਹੈ, ਨਾਲੇ ਮਹਾਰਾਜ ਵੱਲ ਵੇਖ ਵੇਖ ਕੇ, ਤੇ ਨਾਲੇ ਸਾਧ ਸੰਗਤ ਪੱਛਮ ਵਾਲੇ ਪਾਸੇ ਗੁਰੂ ਕਲਗੀਧਰ ਮਹਾਰਾਜ ਜੀ ਬੈਠ ਗਏ। ਤੇ ਦਿਲ 'ਚ ਹੈਰਾਨ ਹੁੰਦਾ ਹੋਇਆ ਬ੍ਰਾਹਮਣ ਦੱਖਣ ਵਾਲੀ ਬਾਹੀ ਵਿੱਚ ਬੈਠ ਗਿਆ, ਭਾਵ ਆਮੋ ਸਾਹਮਣੇ ਬੈਠ ਗਏ। ਕਰੇ ਪਖਾਰਨ ਦੋਇਨ, ਧੰਨ ਗੁਰੂ ਕਲਗੀਧਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦਾ ਮਹਾਰਾਜ ਤੁਸੀਂ ਵੀ ਚਰਨ ਧੋ ਲਓ, ਹੱਥ ਧੋ ਲਓ ਇੱਕ ਵਾਰਾਂ। ਸਾਹਿਬ ਕਹਿੰਦੇ ਅੱਛਾ ਜੀ, ਉਸੇ ਤਰ੍ਹਾਂ ਹੀ ਕਰ ਲਿਆ। ਫਿਰ ਇਹਨੇ ਆਪਣੇ ਦੋਵੇਂ ਹੱਥ ਧੋਤੇ, ਆਪਣੇ ਵੀ ਪੈਰ ਧੋਤੇ ਬ੍ਰਾਹਮਣ ਨੇ। ਜੇ ਅਮਰ ਰਹਿਓ ਤਾਂ ਕੋਈ ਨਾ, ਬਾਕੀ ਵਰਜ ਦਿੱਤਾ ਵੀ ਸਾਡੇ ਨੇੜੇ ਕੋਈ ਨਾ ਆਵੇ, ਜਿਹਨੇ ਬਹਿਣਾ ਉਹ ਦੂਰ ਜਾ ਕੇ ਜਿੱਥੇ ਸਮੱਗਰੀ ਲਈ ਕੋਠਾ ਬਣਾਇਆ ਉੱਥੇ ਰਹੋ। 16 ਅੱਖਰ ਮੰਤਰ ਬਤਾਇਓ, ਫਿਰ ਮਹਾਰਾਜ ਨੂੰ ਕਹਿਣ ਲੱਗਾ ਸਤਿਗੁਰੂ ਜੀ ਹੁਣ ਆਪਾਂ ਜੱਗ ਆਰੰਭ ਕਰਨਾ, ਤੇ ਇਦਾਂ ਕਰੋ ਵੀ 16 ਅੱਖਰਾਂ ਦਾ ਇੱਕ ਮੰਤਰ ਹੈ, ਉਹ ਜਿਵੇਂ ਜਿਵੇਂ ਮੈਂ ਕਹਾਂਗਾ ਨਾ ਮੈਂ ਵੀ ਪੜਾਂਗਾ, ਤੇ ਤੁਸੀਂ ਵੀ ਕਹਿੰਦੇ ਵੀ ਉਹ 16 ਅੱਖਰਾਂ ਦਾ ਔਣ ਔਣ ਮੌਣ ਮੌਣ ਗੁਣ ਗੁਣ ਰੌਣ ਰੌਣ, ਇੱਦਾਂ ਦਾ ਕਹਿੰਦਾ ਮੰਤਰ ਮਹਾਰਾਜ ਤੁਸੀਂ ਪੜ੍ਹਨਾ ਹੈ। ਇੱਕ ਮਨ ਹੋਏ ਪਠੀਐ ਸਿਖਰਾਇਓ, ਤੇ ਇੱਦਾਂ ਮਹਾਰਾਜ ਨੂੰ ਸਿਖਾਉਂਦਾ ਹੈ ਵੀ ਮੈਂ ਬਹੁਤ ਵਿਦਵਾਨ ਹੈ, ਮੈਨੂੰ ਬਹੁਤ ਕੁਝ ਆਉਂਦਾ, ਤੇ ਗੁਰੂ ਸਾਹਿਬ ਨੂੰ ਕੁਝ ਪਤਾ ਨਹੀਂ ਹੈ। ਮਹਾਰਾਜ ਨੂੰ ਸਿਖਾ ਰਿਹਾ ਹੈ, ਸਤਿਗੁਰੂ ਵੀ ਸਿੱਖ ਰਹੇ ਨੇ ਇਹਦੇ ਕੋਲ। ਕਹਿੰਦੇ ਕੋਈ ਨਹੀਂ, ਤੇਰਾ ਹੀ ਪਹਿਲਾਂ ਪਲੰਮਾ ਪਾਜ ਲੰਮੀ ਨਿਬੇੜਾਂਗੇ, ਤੇਰੇ ਵਾਲਾ ਹੀ ਸਾਰਾ ਕੁਝ ਝੂਠ ਪ੍ਰਗਟ ਕਰਾਂਗੇ। ਕਹਿੰਦਾ ਮਹਾਰਾਜ ਇੱਦਾਂ ਤੁਸੀਂ ਪੜ੍ਹੀ ਜਾਣਾ, ਮੈਂ ਵੀ ਪੜ੍ਹੀ ਜਾਊਂਗਾ। ਕਲਗੀਧਰ ਨੂੰ ਸਿਖਾਉਂਦਾ ਹੈ ਵੀ ਕਿਵੇਂ ਹਵਨ ਕਰਨਾ ਹੈ। ਸਵਾਹਾ ਕਹੋ ਮੰਤਰ ਪਠ ਜਪੈ, ਤੇ ਜਦੋਂ ਕਹਿੰਦਾ ਮਹਾਰਾਜ ਮੈਂ ਮੰਤਰ ਪੜ੍ਹ ਕੇ ਇਸ਼ਾਰਾ ਜਾਂ ਕਰੂੰਗਾ, ਤੁਸੀਂ ਕਹਿਣਾ ਸਵਾਹਾ। ਜਦੋਂ ਮੈਂ ਕਹਾਂਗਾ ਨਾ ਸਵਾਹਾ, ਤੇ ਉਦੋਂ ਤੁਸੀਂ ਉਸੇ ਵੇਲੇ ਕੀ ਕਰਨਾ ਹੈ, ਆਹੂਤੀ ਪਾਵੋ। ਵੀ ਜਿਹੜੀ ਕੁੰਡ ਦੇ ਵਿੱਚ ਅੱਗ ਬਲ ਰਹੀ ਹੈ ਨਾ, ਇਹਦੇ ਵਿੱਚ ਆਹੂਤੀ ਪਾ ਦੇਣੀ ਹੈ, ਸਮੱਗਰੀ ਪਾ ਦੇਣੀ, ਘਿਓ ਦੇ ਚਮਚੇ ਭਰ ਭਰ ਕੇ, ਹੋਰ ਵੀ ਜੋ ਸਮੱਗਰੀ ਇਕੱਠੀ ਕੀਤੀ ਹੈ। ਜਦੋਂ ਪੰਡਤ ਕਹਿੰਦਾ ਮੈਂ ਕਹੂੰਗਾ ਨਾ ਸਵਾਹਾ, ਤੇ ਤੁਸੀਂ ਮਹਾਰਾਜ ਉਸੇ ਵੇਲੇ ਕੁੰਡ ਦੇ ਵਿੱਚ ਆਹੂਤੀ ਪਾਉਣੀ ਹੈ। ਸਤਿਗੁਰੂ ਮਹਾਰਾਜ ਸੁਣਦੇ ਨੇ,
ਚਿਹਰੇ ਦੇ ਮੁਸਕਰਾਹਟ ਹੈ, ਪਰ ਥੋੜੀ ਪੰਡਤ ਨੂੰ ਗੰਭੀਰਤਾ ਵਿਖਾ ਰਹੇ ਹਨ। ਇਤਿਆਦਿਕ ਵਿਧਾ ਪਰ ਬਤਾਏ। ਇਹ ਤੇ ਆਦਿਕ ਹੋਰ ਵੀ ਵਿਧੀਆਂ ਦੱਸਦਾ, ਕਹਿੰਦਾ ਇੱਕ ਮਨ ਹੋ ਕੇ ਜਾਪ ਕਰਨਾ ਹੈ, ਏਦਾਂ ਮਹਾਰਾਜ ਆਹੂਤੀ ਪਾਉਣੀ ਹੈ, ਜਿਵੇਂ ਜੇ ਮੈਂ ਕਹਾਂ ਉਸੇ ਤਰ੍ਹਾਂ ਕਰਨਾ ਹੈ। ਹੁਤਾਸਨ ਕੁੰਡ ਜਗਾਏ। ਆ ਫਿਰ ਬ੍ਰਾਹਮਣ ਨੇ ਮੰਤਰ ਪੜ੍ਹ ਕੇ ਜਿਵੇਂ ਕੋਈ ਅੱਗ ਪ੍ਰਗਟ ਕਰਦੇ ਸਨ, ਇਹ ਲੱਕੜਾਂ ਜੀਆਂ ਨੂੰ ਘਸਾ ਕੇ ਜਿਹੜੀ ਅੱਗ ਪ੍ਰਗਟ ਕਰਨੀ ਨਾ, ਉਹਨੂੰ ਇਹ ਪਵਿੱਤਰ ਮੰਨਦੇ ਸਨ। ਉਹ ਇਦਾਂ ਕਰਦੇ ਵੀ ਇੱਕ ਲੱਕੜ ਦੇ ਵਿੱਚ ਗੋਲ ਜਿਹਾ ਸਰਾਖ ਕਰਕੇ ਤੇ ਇੱਕ ਜਿਹੜੀ ਲੱਕੜ ਹੈ ਉਹਦੇ ਜਿੰਨਾ ਕੁ ਸਰਾਖ ਹੈ ਉਹਦੇ ਆਕਾਰ ਦੀ ਲੰਮੀ ਜੀ ਬਣਾ ਕਰਕੇ ਤੇ ਫਿਰ ਉਹਨੂੰ ਰਗੜਦੇ ਸਨ। ਉਹ ਜਦੋਂ ਰਗੜਦੇ ਸਨ ਨਾਲ ਮੰਤਰ ਪੜ੍ਹਦਾ ਹੈ ਬ੍ਰਾਹਮਣ, ਜਦੋਂ ਮੰਤਰ ਪੜ੍ਹਦਾ ਹੈ ਤੇ ਫਿਰ ਉਹਦੇ ਵਿੱਚੋਂ ਅੱਗ ਨਿਕਲਦੀ ਗਰਮ ਹੋ ਕੇ ਲੱਕੜ ਚੋਂ, ਜਦੋਂ ਅੱਗ ਨਿਕਲਦੀ ਉਹਦੇ ਨਾਲ ਫਿਰ ਹਵਨ ਦੀ ਹੈ ਜਿਹੜੀ ਅੱਗ ਪ੍ਰਗਟ ਕਰਦੇ ਸਨ। ਇਹਨੇ ਮੰਤਰ ਪੜ੍ਹ ਕੇ ਤੇ ਥੋੜੀਆਂ ਜਿਹੀਆਂ ਲੱਕੜਾਂ ਸਿੱਟੀਆਂ, ਉਹਦੇ ਉੱਤੇ ਦੇਸੀ ਘਿਓ ਪਾਇਆ, ਹੋਰ ਸਮੱਗਰੀ ਪਾ ਕੇ ਤੇ ਬ੍ਰਾਹਮਣ ਨੇ ਹਵਨ ਕੁੰਡ ਦੀ ਜਿਹੜੀ ਅੱਗ ਸੀ ਨਾ ਉਹ ਜਗਾ ਦਿੱਤੀ, ਭਾਵ ਕੇ ਅੱਗ ਬਾਲ ਲਈ। ਸ਼ੁੱਧ ਮਹਾਸੁਰ ਮੰਤਰ ਉਚਾਰੇ। ਆ ਕਹਿੰਦੇ ਵੀ ਸ਼ੁੱਧ ਮਹਾਸੁਰ ਮੰਤਰ ਉਚਾਰੇ, ਕਹਿੰਦੇ ਬੜੀ ਉੱਚੀ ਸੁਰ ਦੇ ਵਿੱਚ, ਇੱਕ ਉੱਚੀ ਬੋਲਦਾ ਹੈ ਤੇ ਇੱਕ ਬੜੇ ਸ਼ੁੱਧ ਬੋਲਦਾ ਹੈ। ਸ਼ੁੱਧ ਤਾਂ ਬੋਲਦਾ ਹੈ ਵੀ ਇਹਨੇ ਅਭਿਆਸ ਕੀਤਾ ਹੈ, ਮਿਹਨਤ ਕੀਤੀ ਹੈ। ਸ਼ੁੱਧ ਪੜ੍ਹ ਰਿਹਾ ਹੈ, ਜਿਹੜੇ ਵੀ ਕੋਈ ਮੰਤਰ ਹਨ ਉਹਦੇ ਵਿੱਚ ਕੋਈ ਅੱਖਰ ਦੇ ਉਚਾਰਨ ਦਾ ਕੋਈ ਫਰਕ ਨਹੀਂ ਹੈ। ਸਵਾਹਾ ਕਹਿ ਆਹਤ ਕੋ ਡਾਰੇ। ਤੇ ਜਦੋਂ ਸਵਾਹਾ ਕਹਿੰਦਾ ਏ ਮਹਾਰਾਜ ਸਾਹਿਬ ਨੂੰ ਇਸ਼ਾਰਾ ਕਰਦਾ ਤੇ ਗੁਰੂ ਕਲਗੀਧਰ ਸਾਹਿਬ ਜੀ ਉਸੇ ਵੇਲੇ ਅੱਗ ਵਿੱਚ ਆਹੂਤੀ ਪਾ ਦਿੰਦੇ ਹਨ। ਸੁਮਨਸ ਅਰਪਤ ਧੂਪ ਤੁਖਾਵਤ। ਆ ਫਿਰ ਫੁੱਲਾਂ ਦੀ ਫੁੱਲ ਵੀ ਅਰਪਦੇ ਨੇ, ਧੂਪ ਵੀ ਲਾਗੇ ਤੁਖਾਇਆ ਹੋਇਆ ਵੀ ਸੁਗੰਧੀ ਰਹੇ। ਰਿਤਕੇ ਦੀਪਕ ਕਿਤਕ ਜਗਾਵਤ। ਦੇਸੀ ਘਿਓ ਦੇ ਕਿੰਨੇ ਹੀ ਦੀਵੇ ਬਾਲ ਦਿੱਤੇ, ਕਿਉਂਕਿ ਦੇਸੀ ਘਿਓ ਦਾ ਜਿੱਥੇ ਦੀਵਾ ਬਲੇ ਉਥੇ ਬੜੀ ਸੋਹਣੀ ਜਿਹੜੀ ਵਾਤਾਵਰਨ ਦੀ ਖੁਸ਼ਬੂ ਆਉਂਦੀ, ਬੜਾ ਸੋਹਣਾ ਆਨੰਦ ਆਉਂਦਾ ਹੈ ਉਹਦੀ। ਦੇਸੀ ਘਿਓ ਦੀ ਜਿਹੜਾ ਲਾੜ ਜਦੋਂ ਹੁੰਦੀ ਦੀਵਾ ਬਲਦਾ ਤੇ ਵਾਤਾਵਰਨ ਦੇ ਵਿੱਚ ਅਜੀਬ ਤਰ੍ਹਾਂ ਦੀ ਸੁਗੰਧੀ ਆ ਜਾਂਦੀ ਹੈ। ਚੰਦਨ ਚਰਚਾ ਛਿੜਕ ਗੁਲਾਬ। ਚੰਦਨ ਅਤੇ ਹੋਰ ਕਈ ਤਰ੍ਹਾਂ ਦੇ ਖੁਸ਼ਬੂ ਵਾਲੀਆਂ ਚੀਜ਼ਾਂ ਨੂੰ ਛਿੜਕਦੇ ਨੇ। ਗੁਲਾਬ ਆਦਿਕ ਜਿਹੜੇ ਸ਼ੀਸ਼ੇ ਭਰ ਕੇ ਮੰਗਾਏ ਸਨ ਉਹਦਾ ਅਤਰ ਛਿੜਕਦੇ ਨੇ। ਚੌਦਿਸ਼ ਮਹਿਕਤ ਗੰਧ ਸ਼ਤਾਬ। ਚਾਰ ਸਫੇਰੇ ਕਹਿੰਦੇ ਵੀ ਬੜੀ ਛੇਤੀ ਨਾਲ ਇਹ ਖੁਸ਼ਬੂਆਂ ਛਿੜਕ ਕੇ ਤੇ ਸੁਗੰਧੀ ਵਾਲਾ ਵਾਤਾਵਰਨ ਬਣਾਉਂਦਾ ਹੈ ਪੰਡਤ। ਓਮ ਕੋ ਉਠਿਓ ਚੇਰੇ। ਤੇ ਜਦੋਂ ਹਵਨ ਹੋਣ ਲੱਗ ਪਿਆ, ਉਹਦੇ ਸਮੱਗਰੀ ਪੈਣ ਲੱਗ ਪਈ ਤਾਂ ਉਹਦਾ ਜਿਹੜਾ ਹਵਨ ਦਾ ਧੂਆਂ ਸੀ ਉੱਚਾ ਉੱਪਰ ਤੀਕਰ ਅਸਮਾਨ ਤੀਕਰ ਚਲਾ ਗਿਆ। ਤਾਰਕ ਗਨ ਪਹੁੰਚੀ ਸੁਰਨੇ। ਉਹ ਜਿਹੜੀ ਧੂਏ ਦੀ ਧਾਰ ਸੀ ਨਾ, ਭਾਵ ਜਿਉਂ ਧੂਆਂ ਉੱਪਰ ਨੂੰ ਉੱਠਦਾ ਹੈ ਤਿਉਂ ਹਵਾ ਦੇ ਨਾਲ ਮਿਲ ਕੇ ਉਹ ਬੜੀ ਦੂਰ ਤੀਕਰ ਆਕਾਸ਼ ਨੂੰ ਚਲਾ ਗਿਆ, ਮਾਨੋ ਵੀ ਦੇਵਤਿਆਂ ਦੇ ਨੇੜੇ ਹੀ ਪਹੁੰਚ ਗਿਆ ਹੋਵੇ। ਮੰਤਰ ਪਾਠ ਕੋ ਭਾਗਸ ਜਿਉਂ ਜਿਵੇਂ ਜਿਹੜਾ ਕੇਸ਼ਵਦਾਸ ਪੰਡਤ ਹੈ ਮੰਤਰ ਪੜ੍ਹਦਾ ਏ, ਜਿਵੇਂ ਮੁਖੋਂ ਕਹਿੰਦਾ ਏ, ਆਮਤ ਪਰਹਿ ਹੁਤਾਸਨ ਤਿਉਂ ਤਿਵੇਂ ਮਹਾਰਾਜ ਇਹਦਾ ਸਵਾਹਾ ਜਿਹਾ ਸੁਣ ਕੇ, ਜਦੋਂ ਕਹਿੰਦੇ ਨਾ ਸਵਾਹ, ਉਹ ਸੁਣ ਕੇ ਮਹਾਰਾਜ ਸਾਹਿਬ ਜੀ ਆਹੂਤੀ ਪਾ ਦਿੰਦੇ ਹਨ। ਆਦਿ ਸ਼ਕਤ ਕੋ ਧਾਰਤ ਧਿਆਨ। ਹੁਣ ਇਹ ਜਿਹੜਾ ਪੰਡਤ ਹੈ ਨਾ, ਇਹ ਆਦਿ ਸ਼ਕਤੀ ਦਾ ਧਿਆਨ ਧਾਰਦਾ। ਹੁਣ ਇਹਦੇ ਧਿਆਨ ਤੇ ਗੁਰੂ ਸਾਹਿਬ ਦੇ ਧਿਆਨ ਵਿੱਚ ਕੀ ਫਰਕ ਹੈ ਉਹ ਕਵੀ ਜੀ ਦੱਸਣਗੇ। ਇਹ ਜਿਹੜਾ ਧਿਆਨ ਧਾਰਦਾ ਹੈ ਇਹਨੇ ਕੋਈ ਹੋਰ ਹੀ ਰੂਪ ਬਣਾਏ ਨੇ, ਤੇ ਮਹਾਰਾਜ ਸਾਹਿਬ ਜੀ ਦਾ ਧਿਆਨ ਧਾਰਦੇ ਨੇ ਉਹ ਕੋਈ ਹੋਰ ਹੀ ਰੂਪ ਹੈ। ਇੱਕ ਤੋਂ ਚਤਰ ਭੁਜੀ ਥਲਵਨ। ਆ ਜਿਹੜਾ ਬ੍ਰਾਹਮਣ ਜਿਹੜੀ ਚੰਡੀ ਦਾ ਧਿਆਨ ਧਾਰਦਾ ਨਾ, ਉਹਦਾ ਧਿਆਨ ਹੈ ਵੀ ਚਾਰ ਬਾਹਾਂ ਵਾਲੀ ਚਤੁਰ ਭੁਜੀ ਬਲਵਾਨਾ। ਇਹ ਮਨ ਵਿੱਚ ਧਿਆਨ ਧਾਰਦਾ ਵੀ ਉਹ ਚੰਡੀ ਹੈ, ਉਹਦੀਆਂ ਚਾਰ ਬਾਹਾਂ ਨੇ, ਉਹ ਬੜੀ ਬਲ ਵਾਲੀ ਹੈ। ਇਹਨੇ ਤਾਂ ਬਾਹਾਂ ਵਾਲੀ ਬਣਾ ਲਈ। ਮਹਾਰਾਜ ਸਾਹਿਬ ਕਹਿੰਦੇ ਵੀ ਉਹਦਾ ਕੋਈ ਆਕਾਰ ਨਹੀਂ ਹੈ, ਉਹਦੇ ਆਕਾਰ ਤੋਂ ਰਹਿਤ ਸ਼ਕਤੀ ਹੈ ਪਰਮੇਸ਼ਰ ਦੀ, ਜਿਹਦੇ ਨਾਲ ਜਗਤ ਦੀ ਰਚਨਾ ਹੋਈ ਹੈ। ਪਰ ਇਹਨੇ ਉਹ ਚਾਰ ਬਾਹਾਂ 8 ਬਾਹਾਂ ਮੰਨੀਆਂ ਨੇ ਪੰਡਤ ਨੇ। ਹੁਣ ਪੰਡਤ ਜਗ ਕਰਦਿਆਂ ਧਿਆਨ ਧਾਰਦਾ ਹੈ, ਧਿਆਨ ਵਿੱਚ ਕਹਿੰਦਾ ਇਹ ਚਾਰ ਬਾਹਾਂ ਵਾਲੀ ਬਲ ਵਾਲੀ ਸ਼ਕਤੀ। ਚੰਦਰ ਸ਼ੇਖਰੀ ਆਜੁਦ ਧਰਨੀ। ਚੰਦਰ ਸ਼ੇਖਰੀ ਤੋਂ ਭਾਵ ਜਿਹਦੇ ਮੱਥੇ ਤੇ ਚੰਦਰਮਾ ਹੈ, ਚੰਦਰਮਾ ਵਾਲਾ ਜਿਹੜਾ ਸ਼ਿਵ ਜੀ ਹੈ, ਸ਼ਿਵ ਜੀ ਦੀ ਅੱਗੇ ਜਿਹੜੀ ਸ਼ਕਤੀ ਹੈ ਦੁਰਗਾ, ਜਾਂ ਜਿਹਦੇ ਮੱਥੇ ਉੱਤੇ ਚੰਦਰਮਾ ਹੈ, ਇਸ ਤਰ੍ਹਾਂ ਦੀ ਜਿਹੜੀ ਸ਼ਕਤੀ ਹੈ। ਆਜੁਦ ਧਰਨੀ, ਜਿਹਨੇ ਸ਼ਸਤਰ ਧਾਰਨ ਕੀਤੇ ਹਨ। ਉਗਰ ਤੇਜ ਦੁਸ਼ਟਨ ਕੋ ਦਰਨੀ। ਬੜਾ ਉਗਰ ਤੇਜ ਹੈ, ਉਗਰ ਹੁੰਦਾ ਵੀ ਭਿਆਨਕ, ਜਿਵੇਂ ਅੱਗ ਬਲਦੀ ਏਦਾਂ ਦਾ ਜਿਹਦਾ ਤੇਜ ਹੈ। ਦੁਸ਼ਟਾਂ ਨੂੰ ਕਹਿੰਦੇ ਦਰਨੀ। ਦਰਨੀ ਕੀ ਹੈ ਵੀ ਦੁਸ਼ਟਾਂ ਨੂੰ ਨਾਸ਼ ਕਰਨ ਵਾਲੀ ਹੈ ਜਿਹੜੀ।
ਪਾਠਾਂਦਾ ਸਨ ਕੀ ਰੱਖੇ। ਇਹ ਇਦਾਂ ਕਹਿੰਦਾ, ਹੇ ਦੇਵੀ ਜੋ ਕਿਰਪਾ ਕਰਕੇ ਆਪਣੇ ਦਾਸਾਂ ਦੀ ਤੂੰ ਰੱਖਿਆ ਕਰਦੀ ਹੈ। ਕ੍ਰੋਧ ਭੂਰ ਤੇ ਦੁਰਜਨ ਭਖੇ। ਤੇ ਜਦੋਂ ਤੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਏ ਤਾਂ ਭੈੜੇ ਜਨਾਂ ਨੂੰ ਕਹਿੰਦੇ ਵੀ ਤੂੰ ਭਖਣ ਕਰ ਜਾਨੀ ਹੈ, ਨਸ਼ਟ ਕਰ ਦਿੰਨੀ, ਸਵਾਹ ਕਰ ਦਿੰਨੀ ਹੈ। ਇਸੇ ਅਸ਼ਟਭੁਜੀ ਕੋ ਧਿਆਨ ਆ ਪਹਿਲਾਂ ਚਾਰ ਬਾਹਾਂ ਵਾਲੀ ਦਾ ਧਿਆਨ ਧਾਰ ਲਿਆ, ਮੁੜ ਕੇ ਅਸ਼ਟਭੁਜੀ ਦਾ ਧਿਆਨ ਧਾਰ ਲਿਆ। ਦੱਸੋ ਦੋ ਦੇਵੀਆਂ ਦਾ ਧਿਆਨ ਇਕੱਠਾ, ਦੋ ਪਾਸੇ ਧਿਆਨ ਲਾਉਣਾ ਹੋਵੇ ਹੋ ਨਹੀਂ ਨਾ ਸਕਦਾ। ਧਿਆਨ ਇੱਕ ਪਾਸੇ ਲੱਗ ਸਕਦਾ ਹੈ। ਇੱਥੋਂ ਪਤਾ ਲੱਗ ਰਿਹਾ ਏ ਵੀ ਇਹ ਜਿਹੜਾ ਪੰਡਤ ਹੈ ਇਹਨੇ ਜਿਹੜੀ ਦੇਵੀ ਮੰਨੀ ਹੈ ਨਾ ਚੰਡੀ, ਉਹ ਦੇਵੀ ਇਹ ਹੋਰ ਕਲਪੀ ਫਿਰ ਰਿਹਾ ਏ। ਤੇ ਜਿਹੜੀ ਅਸਲ ਵਿੱਚ ਚੰਡੀ ਹੈ ਮਾਲਕ ਦੀ ਸ਼ਕਤੀ, ਉਹਨੂੰ ਕਲਗੀਧਰ ਅਖੀਰ 'ਚ ਪ੍ਰਗਟ ਕਰਨਗੇ। ਫਿਰ ਉਹ ਸ਼ਕਤੀ ਮਹਾਰਾਜ ਦੱਸਣਗੇ ਕਿਹੜੀ ਹੈ। ਦਸਮ ਗ੍ਰੰਥ ਪੜ੍ਹੀਏ ਤੇ ਉਹ ਸਾਰਾ ਸਪਸ਼ਟ ਹੋ ਜਾਂਦਾ ਹੈ। ਜਿਹਨੂੰ ਆਨੰਦ ਸਾਹਿਬ ਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਸਿਵ ਸਗਤੇ ਆਪ ਉਪਾਏ ਕੇ ਕਰਤਾ। ਮਹਾਰਾਜ ਸਾਹਿਬ ਕਹਿੰਦੇ ਵਾਹਿਗੁਰੂ ਨੇ ਆਪ ਹੀ ਨਾ ਸ਼ਿਵ ਰੂਪ ਕਹਿੰਦੇ ਨੇ ਕਲਿਆਣ ਨੂੰ, ਸ਼ਕਤ ਤੋਂ ਭਾਵ ਹੈ ਉਹਦੀ ਸ਼ਕਤੀ ਚੰਡੀ। ਉਹ ਰੱਬ ਨੇ ਆਪ ਹੀ ਆਪਣੇ ਰੂਪ ਤੋਂ ਆਪਣੀ ਸ਼ਕਤੀ ਪੈਦਾ ਕੀਤੀ। ਆਨੰਦ ਸਾਹਿਬ ਰੋਜ਼ ਪੜ੍ਹਦੇ ਹਾਂ ਆਪਾਂ, ਦੂਰ ਜਾਣ ਦੀ ਤੇ ਲੋੜ ਹੀ ਨਹੀਂ ਵੀ ਕਿੱਥੇ ਲਿਖਿਆ। ਸਿਵ ਸਗਤ ਆਪ ਉਪਾਏ ਕੇ ਕਰਤਾ। ਮਹਾਰਾਜ ਸਾਹਿਬ ਕਹਿੰਦੇ ਵੀ ਆਪ ਹੀ ਰੱਬ ਨੇ ਆਪਣੀ ਚੰਡੀ ਨੂੰ ਪੈਦਾ ਕੀਤਾ। ਤੇ ਇਹ ਹੁਣ ਪੰਡਤ ਚੰਡੀ ਮੰਨ ਰਿਹਾ, ਕਹਿੰਦਾ ਚਾਰ ਬਾਹਾਂ ਵਾਲੀ ਹੈ। ਉਹ ਚਾਰ ਬਾਹਾਂ ਵਾਲੀ ਦਾ ਧਿਆਨ, ਫਿਰ ਹੁਣ ਇਹਨੇ 8 ਬਾਹਾਂ ਵਾਲੀ ਦਾ ਧਿਆਨ ਲਾ ਲਿਆ ਵੀ ਉਹ 8 ਬਾਹਾਂ ਵਾਲੀ ਹੈ। ਜਵਾਲਾ ਮੁਕਤੇ ਥਮਤ ਮਹਾਨਾ। ਕਿਹੋ ਜਿਹਾ ਧਿਆਨ ਲਾ ਰਿਹਾ ਹੈ? ਕਹਿੰਦਾ ਜਵਾਲਾ ਮੁਖ ਹੈ। ਜਵਾਲਾ ਮੁਖੀ ਕਿਉਂ ਕਹਿੰਦੇ? ਉਹਦੇ ਮੂੰਹ ਦੇ ਵਿੱਚੋਂ ਕਹਿੰਦੇ ਵੀ ਅੱਗ ਨਿਕਲਦੀ ਆ। ਜਵਾਲਾ ਮੁਖ ਤੇ ਬਾਮ ਬਮਤ ਮਹਾਨਾ, ਮੂੰਹ ਵਿੱਚੋਂ ਕਹਿੰਦੇ ਅੱਗ ਕੱਢਦੀ ਹੈ ਜਿਹੜੀ ਦੇਵੀ, ਉਹ ਮੇਰੀ ਚੰਡੀ ਹੈ। ਲਾਲ ਬਿਲੋਚਨ ਮੁੰਡਨ ਮਾਲੀ। ਜਿਹਦੀਆਂ ਅੱਖਾਂ ਲਾਲ ਹਨ, ਨੇਤਰ ਲਾਲ ਨੇ। ਤੇ ਮੁੰਡਨ ਕੀ ਹੈ ਵੀ ਲੋਕਾਂ ਦੇ ਜਿਹੜੇ ਸਿਰ ਹਨ, ਸਿਰ ਦੀਆਂ ਖੋਪਰੀਆਂ ਦੀ ਮਾਲਾ ਪਾਈ ਹੈ ਜਿਹਨੇ ਗਲ ਵਿੱਚ। ਛੋਟੇ ਬਾਲ ਕਰਾਰ ਵਿਸਾਲੀ। ਜਿਹਦੇ ਵਾਲ ਖੁੱਲੇ ਹੋਏ ਨੇ ਤੇ ਬੜਾ ਭਿਆਨਕ ਜਿਹਾ ਸਰੂਪ ਹੈ। ਦੱਸੋ ਵੀ ਪੂਜਾ ਜਿਹਦੀ ਆਪਾਂ ਕਰਦੇ ਆਂ ਉਹਦਾ ਹੁੰਦਾ ਹੈ ਵੀ ਸੋਹਣਾ ਰੂਪ ਹੋਵੇ, ਉਹਦੇ ਸਰੂਪ ਦਾ ਧਿਆਨ ਧਰੀਏ। ਐਡਾ ਭਿਆਨਕ ਸਰੂਪ ਜਿਹੜਾ ਹੈ, ਇਸੇ ਕਰਕੇ ਕਹਿੰਦੇ ਨਾ ਵੀ ਜਿੰਨੇ ਵੀ ਚੋਰ ਡਾਕੂ ਜੇ ਹੁੰਦੇ ਨੇ ਉਹ ਇਹੋ ਜੀ ਚੰਡੀ ਦੇ ਭਗਤ ਨੇ। ਜਿਹੋ ਜੀ ਆ ਕਵੀ ਜੀ ਇੱਥੇ ਦੱਸ ਰਹੇ ਨੇ ਨਾ ਵੀ ਬ੍ਰਾਹਮਣ ਨੇ ਧਿਆਨ ਧਾਰਿਆ, ਕੋਈ 4 ਬਾਹਾਂ ਵਾਲੀ, ਕੋਈ 8 ਬਾਹਾਂ ਵਾਲੀ, ਕੋਈ ਕਾਲੀ ਦੇਵੀ। ਤੇ ਜਿੰਨੇ ਵੀ ਡਾਕੂ ਜੇ ਹੁੰਦੇ ਨੇ ਨਾ ਉਹ ਸਾਰਿਆਂ ਦੀ ਇਸ਼ਟ ਦੇਵਤੀ ਜਿਹੜੀ ਇਹੋ ਹੀ ਹੁੰਦੀ ਹੈ। ਉਹ ਕਹਿੰਦੇ ਅਸੀਂ ਕਾਲੀ ਨੂੰ ਮੰਨਦੇ ਹਾਂ। ਕੰਮ ਕੀ ਕਰਦੇ? ਲੋਕਾਂ ਨੂੰ ਮਾਰਦੇ, ਲੁੱਟਦੇ, ਕੁੱਟਦੇ ਡਾਕੂ ਨੇ। ਪਰ ਉਹ ਮਨਾਉਂਦੇ ਕਿਹਨੂੰ ਨੇ? ਕਹਿੰਦੇ ਕਾਲੀ ਦੇਵੀ ਨੂੰ ਮੰਨਦੇ ਆ। ਜਿਹੋ ਜੇ ਕਹਿੰਦੇ ਉਹਨੂੰ ਮੰਨਣ ਵਾਲੇ ਉਹੋ ਜੀ ਗਾੜੀ ਫਿਰ ਦੇਵੀ ਹੋਵੇਗੀ। ਬ੍ਰਾਹਮਣ ਧਿਆਨ ਧਾਰ ਰਿਹਾ, 8 ਬਾਹਾਂ, ਮੂੰਹ ਚੋਂ ਅੱਗ ਨਿਕਲ ਰਹੀ, ਅੱਖਾਂ ਲਾਲ ਨੇ, ਗਲ ਦੇ ਵਿੱਚ ਕਹਿੰਦੇ ਸਿਰਾਂ ਦੀ ਮਾਲਾ ਪਾਈ ਹੋਈ ਆ, ਵਾਲ ਖੁੱਲੇ ਨੇ ਤੇ ਬੜਾ ਭਿਆਨਕ ਸਰੂਪ ਹੈ। ਧਾਰਨ ਟੁੰਡਾ ਚੰਡ ਕਪਾਲੀ। ਧਾਰਨ ਟੁੰਡਾ ਕਹਿੰਦੇ ਉਹਦਾ ਆਪਣਾ ਮੂੰਹ ਵੀ ਕਹਿੰਦੇ ਬੜਾ ਭਿਆਨਕ ਹੈ। ਚੰਡ ਕਪਾਲੀ ਤੇ ਹੱਥ ਦੇ ਵਿੱਚ ਕਪਾਲ ਖੋਪਰ ਪਕੜੇ ਹੋਏ ਨੇ, ਸਿਰਾਂ ਦੀ ਮਾਲਾ ਧਾਰਨ ਕੀਤੀ ਹੋਈ ਹੈ। ਅੰਗ ਦਿਗੰਬਰ ਭੀਖਨ ਕਾਲੀ। ਤੇ ਫਿਰ ਇਹਦੇ ਨਾਲ ਹੀ ਕਹਿੰਦੇ ਨੇ ਵੀ ਅੰਗ ਦਿਗੰਬਰ, ਸਰੀਰ ਤੋਂ ਨਗਨ ਹੈ, ਕੋਈ ਕੱਪੜਾ ਨਹੀਂ ਪਾਇਆ, ਭੀਖਨ ਕਾਲੀ, ਬੜੀ ਭਿਆਨਕ ਹੈ। ਕਾਲਾ ਜਿਹਾ ਮੂੰਹ ਹੈ ਉਹਦਾ, ਕਾਲਾ ਜਿਹਾ ਰੰਗ ਹੈ, ਕਾਲੀ ਦੇ ਵੀ ਕਹਿੰਦੇ ਨੇ। ਦਾੜਨ ਦੀਰਘ ਪੰਕਤ ਵਾਲੀ। ਅਤੇ ਫਿਰ ਨਾਲ ਹੀ ਕਹਿੰਦੇ ਨੇ ਵੀ ਇਦਾਂ ਹੈ ਵੀ ਦਾੜਨ ਦੀਰਘ, ਵੱਡੀਆਂ ਵੱਡੀਆਂ ਦਾੜਾਂ ਹਨ, ਪੰਕਤ ਵਾਲੀ। ਤੇ ਜਿਹੜੀਆਂ ਦਾੜਾਂ ਦੀਆਂ ਪੰਕਤਾਂ ਕਤਾਰਾਂ ਲੱਗੀਆਂ ਹੋਈਆਂ ਨੇ ਵੱਡੀਆਂ ਦੀਆਂ, ਜਿਹਦੇ ਨਾਲ ਕਹਿੰਦੇ ਭਖਣ ਕਰਦੀ ਹੈ ਬਲੀਆਂ ਨੂੰ। ਸਰਪ ਫੁੰਕਾਰੇ ਹੱਥ ਕਰਾਲੀ। ਤੇ ਜਿਹੜੇ ਫੂਕਾਂ ਮਾਰਦੇ ਭਿਆਨਕ ਸਾਪੇ ਨੇ ਦੇਵੀ ਨੇ ਹੱਥ ਵਿੱਚ ਫੜੇ ਹੋਏ ਨੇ। ਇਦਾਂ ਦਾ ਪੰਡਤ ਨੇ ਧਿਆਨ ਧਾਰਿਆ ਹੈ। ਪੰਡਤ ਦਾ ਧਿਆਨ ਹੈ ਚਰਮਨ ਸ਼ੁਸ਼ਕਾ ਨਖਨ ਵਿਸਾਲੀ। ਚਰਮਨ ਸ਼ੁਸ਼ਕਾ, ਸਰੀਰ ਦੀ ਚਮੜੀ ਕਹਿੰਦੇ ਸਾਰੀ ਖੁਸ਼ਕ ਜੀ ਹੋਈ ਐ, ਐਵੇਂ ਝੁਰੜੀਆਂ ਜੀਆਂ ਪਈਆਂ ਹੋਈਆਂ ਨੇ। ਤੇ 9 ਬੜੇ ਵੱਡੇ ਵੱਡੇ ਨੇ, ਕਦੀ 9 ਕੱਟੇ ਹੀ ਨਾ ਹੋਣ ਜਿਵੇਂ। ਅਧਿਕ ਉਗਾਲਤ ਜਵਾਲਾ ਮਾਲੀ। ਤੇ ਅਧਿਕ ਉਗਾਲਤ ਜਵਾਲਾ ਮਾਲੀ। ਤੇ ਬਹੁਤ ਜ਼ਿਆਦਾ ਕਵੀ ਜੀ ਕਹਿੰਦੇ ਜਿਸ ਦੇਵੀ ਦਾ ਧਿਆਨ ਧਾਰਿਆ ਉਹ ਅੱਗ ਦੀਆਂ ਲਾਟਾਂ ਮੂੰਹ ਦੇ ਵਿੱਚੋਂ ਕੱਢਣ ਵਾਲੀ ਹੈ। ਇਤਿਆਦਿਕ ਤਰ ਧਿਆਨ ਦੋਹਨ ਕੋ। ਇਸ ਤਰ੍ਹਾਂ ਦੋਵਾਂ ਦੇਵੀਆਂ ਦਾ ਇਹ ਧਿਆਨ ਤਾਂ ਇੱਕ ਚੀਜ਼ ਤੇ ਲੱਗ ਸਕਦਾ ਏ, ਪਰ ਕਦੀ 4 ਬਾਹਾਂ ਵਾਲੀ ਦਾ, ਕਦੀ 8 ਬਾਹਾਂ ਵਾਲੀ ਦਾ। ਇਹ ਤੋਂ ਭਾਵ ਹੈ ਵੀ ਪੰਡਤ ਦੀਆਂ ਕਈ ਦੇਵੀਆਂ ਮੰਨੀਆਂ ਹੋਈਆਂ ਨੇ। ਜਦੋਂ ਤੇ ਉਹ ਆਦ ਸ਼ਕਤੀ ਇੱਕ ਹੀ ਹੈ, ਮਾਲਕ ਇੱਕ ਹੈ ਤੇ ਉਹਦੀ ਸ਼ਕਤੀ ਵੀ ਇੱਕ ਹੀ ਹੈ। ਤੇ ਮਹਾ ਮਾਇਆ ਤਾਕੀ ਹੈ ਛਾਇਆ, ਪਰਛਾਵਾਂ ਜਿਹੜਾ ਹੈ ਉਹ ਮਾਇਆ ਹੈ, ਕੁਦਰਤ ਹੈ ਉਸ ਮਾਲਕ ਦੀ। ਤੇ ਕਵੀ ਜੀ ਕਹਿੰਦੇ ਵੀ ਇਹ ਦੋਵਾਂ ਦੇਵੀਆਂ ਦਾ ਇਦਾਂ ਦਾ ਭਿਆਨਕ ਜਿਹਾ ਰੂਪ ਵੇਖ ਕੇ ਉਹਦਾ ਧਿਆਨ ਲਾਉਂਦਾ।
ਪੰਡਤ ਦੇ ਵਾਸਤੇ ਉਹ ਇਦਾਂ ਦੀ ਹੈ ਵੀ ਉਹਨੇ ਕੱਪੜੇ ਪਾਏ ਨਹੀਂ ਹੈ, ਰੰਗ ਕਾਲਾ ਏ, ਉਹਦੇ ਨਹੁੰ ਵਧੇ ਹੋਏ ਨੇ, ਮੂੰਹ ਚੋਂ ਅੱਗ ਨਿਕਲ ਰਹੀ ਹੈ, ਇਹਨੂੰ ਪੰਡਤ ਸ਼ਕਤੀ ਮੰਨ ਰਿਹਾ ਆਪਣੀ। ਫਿਰਤਾ ਦੇ ਕਰ ਚੰਚਲ ਮਨ ਕੋ, ਆਪਣੇ ਮਨ ਨੂੰ ਕਹਿੰਦੇ ਟਿਕਾਉਣ ਦਾ ਯਤਨ ਕਰਦਾ ਵਾਰ-ਵਾਰ। ਹਮਨ ਕਰਤ ਉਠ ਲਾਤ ਉਚੇਰੀ, ਤੇ ਹਵਨ ਕਰਦੇ ਨੇ, ਹਵਨ ਦੇ ਵਿੱਚ ਜਦੋਂ ਘਿਓ ਪੈਂਦਾ ਤੇ ਉੱਚੀਆਂ ਉੱਚੀਆਂ ਲਾਟਾਂ ਉੱਠਦੀਆਂ ਨੇ ਅੱਗ ਦੀਆਂ। ਸੋਚ ਕਿਰ ਧਾਤਕ ਪਰਤ ਕਨੇਰੀ, ਬਹੁਤ ਘਿਓ ਆਦਿਕ ਸਮੱਗਰੀ ਹਵਨ ਦੇ ਵਿੱਚ ਪੈ ਰਹੀ ਹੈ। ਪ੍ਰਥਮ ਦਿਵਸ ਬੈਠੇ ਕੇ ਆਸਨ, ਇਸ ਤਰ੍ਹਾਂ ਪਹਿਲੇ ਦਿਨ ਇੱਕ ਆਸਣ ਤੇ ਬੈਠਿਆਂ ਹੋਇਆ ਹਵਨ ਕਰਦੇ ਆ। ਏਕ ਆਸ ਬਿਨ ਦੂਜੀ ਆਸ ਨ, ਇੱਕੋ ਆਸ ਰੱਖੀ ਵੀ ਚੰਡੀ ਪ੍ਰਗਟ ਕਰਨੀ ਹੈ। ਮਹਾਰਾਜ ਸਾਹਿਬ ਨੇ ਆਪਣੀ ਸ਼ਕਤੀ, ਆਦਿ ਸ਼ਕਤੀ ਭਾਵ ਪਰਮੇਸ਼ਰ ਦਾ ਧਿਆਨ ਧਾਰਿਆ ਹੈ। ਤੇ ਜਿਹੜਾ ਬ੍ਰਾਹਮਣ ਹੈ ਇਸ ਨੇ 8 ਬਾਹਾਂ ਵਾਲੀ 4 ਬਾਰੀ ਦਾ ਧਿਆਨ ਧਾਰਿਆ ਲਗਾਤਾਰ। ਪਾਂਚ ਪਹਿਰ ਲਾਗੇ ਕਿ ਸ਼ਰਮ ਕੀਨੋ, 5 ਪਹਿਰ ਤੀਕਰ ਸ਼ਰਮ ਕੀਤਾ, ਕਠਨ ਤਪੱਸਿਆ ਕੀਤੀ। ਇੱਕ ਪਹਿਰ 3 ਘੰਟਿਆਂ ਦਾ ਹੁੰਦਾ, ਭਾਵ 15 ਘੰਟੇ ਪਹਿਲੇ ਦਿਨ ਬੈਠਾ ਰਿਹਾ ਬ੍ਰਾਹਮਣ ਵੀ ਤੇ ਮਹਾਰਾਜ ਵੀ ਚੌਂਕੜਾ ਮਾਰ ਕੇ। ਨਿਰੰਤਰ ਹੋਮ ਪਰ ਖਿੰਨੋ, ਤਾਂ ਕਹਿੰਦੇ ਲਗਾਤਾਰ ਹੋਮ ਹੁੰਦਾ ਰਿਹਾ, ਅੱਗ ਬਲਦੀ ਰਹੀ, ਮੰਤਰ ਪੜ੍ਹੇ ਜਾਂਦੇ ਰਹੇ, ਵੇ ਸਮਗਰੀ ਪੈਂਦੀ ਰਹੇ। ਸਹਿਤ ਮੰਤਰ ਕੇ ਜੇਤਕ ਭਾਇਓ, ਮੰਤਰਾਂ ਦੇ ਸਮੇਤ ਜਿੰਨਾ ਕੁ ਕਹਿੰਦੇ ਵੀ ਹਵਨ ਹੋਇਆ 15 ਘੰਟੇ, ਜੇਤਕ ਸੋਜ ਹਮਨ ਕਰਦਾ ਏ, ਉਨੀ ਕੁ ਸਮਗਰੀ ਜਿਹੜੀ ਆ ਉਹ ਹਵਨ ਕਰਤੀ, ਭਾਵ ਅੱਗ ਵਿੱਚ ਪਾ ਕੇ ਸਾੜ ਦਿੱਤੀ ਮਹਾਰਾਜ ਸਾਹਿਬ ਨੇ। ਵਿਪਰ ਸਮੇਤ ਉਠੀ ਪ੍ਰਭ ਫੇਰ, ਹਾਂ ਵਿਪਰ ਸਮੇਤ ਪਹਿਲਾਂ ਬਾਹਮਣ ਉੱਠਿਆ, ਕਹਿਣ ਲੱਗਾ ਮਹਾਰਾਜ ਬਸ ਅੱਜ ਇੰਨਾ ਹੀ ਬੜਾ। ਸਾਹਿਬ ਕਹਿੰਦੇ ਵੇਖ ਲਾ ਹੋਰ ਬਹਿਣਾ, ਕਹਿੰਦਾ ਨਹੀਂ ਮਹਾਰਾਜ 5 ਪਹਿਰ ਤਾਂ ਅੱਗੇ ਹੀ ਹੋ ਗਏ ਆ, ਇਹਦੇ ਕੋਲ ਬੈਠਾ ਨਹੀਂ ਸੀ ਜਾਂਦਾ, ਵੇਲੀਆਂ ਖਾਂਦਾ ਸੀ, ਫਸ ਗਿਆ ਨਾ। ਤੇ ਮਹਾਰਾਜ ਸਾਹਿਬ ਜੀ ਨੂੰ ਨਾਲ ਲੈ ਕੇ ਉੱਠ ਪਿਆ ਪਹਿਲੇ ਦਿਨ। ਕਾਰਨ ਨਿਸ ਭਾਈ ਸਵੇਰ, ਹਾਂ ਤੇ ਰਾਤ ਦੇ ਸਮੇਂ ਕਹਿੰਦੇ ਵਿਸ਼ਰਾਮ ਕੀਤਾ, ਕਰ ਆਰਾਮ ਨਿਸ ਭਈ ਸਵੇਰ, ਰਾਤ ਵਿਸ਼ਰਾਮ ਕੀਤਾ ਤੇ ਫਿਰ ਸਵੇਰ ਹੋਈ ਹੈ। ਪਹਿਲਾ ਦਿਨ ਇਦਾਂ ਲੰਘਿਆ, 5 ਪਹਿਰ 15 ਘੰਟੇ ਤੀਕਰ ਮਹਾਰਾਜ ਵੀ ਚੌਂਕੜਾ ਮਾਰੀ ਰੱਖਿਆ, ਪੰਡਤ ਨੇ ਵੀ ਮਾਰੀ ਰੱਖਿਆ। ਸਤਿਗੁਰੂ ਸਾਹਿਬ ਨੂੰ ਤੇ ਕੋਈ ਫਰਕ ਨਹੀਂ ਸੀ, ਮਹਾਰਾਜ ਨੇ ਤਾਂ ਕਈ ਯੁੱਗ ਹੇਮਕੁੰਡ ਪਰਬਤ ਹੈ ਜਹਾਂ ਸ਼ਬਦ ਸਿੰਘ ਸੋਭਤ ਹੈ ਤਹਾਂ ਤਹਾਂ ਵਦਕ ਤਪੱਸਿਆ ਸਾਧੀ, ਉੱਥੇ ਤਾਂ ਮਹਾਰਾਜ ਕਹਿੰਦੇ ਅਸੀਂ ਤਪੱਸਿਆ ਕੀਤੀ ਹੈ। ਪਰ ਬਾਹਮਣ ਵੇਲੀਆਂ ਖਾਣ ਵਾਲਾ ਸੀ, ਸਹਿਜੇ ਸਹਿਜੇ 15 ਘੰਟੇ ਕੋ ਬੈਠਾ ਨਾ ਗਿਆ, ਫਿਰ ਘਟਾਉਂਦਾ ਘਟਾਉਂਦਾ 1.25 ਪਹਿਰ ਤੇ ਆ ਗਿਆ ਸੀ। ਕਹਿੰਦਾ ਮਹਾਰਾਜ 1.25 ਪਹਿਰ ਹੀ ਬਹੁਤ ਹੈ। ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਕਹੇਗਾ ਉਦਾਂ ਹੀ ਕਰ ਲਾਂਗੇ, ਜੇ ਆਖੇ ਵੀ ਰਾਤ ਦੇ ਨਹੀਂ ਬਹਿਣਾ ਤੇ ਅਸੀਂ ਰਾਤ ਦੇ ਨਹੀਂ ਬਹਿ ਜਾਾਂਗੇ। ਇੱਦਾਂ ਫਿਰ ਇਹ ਮਹਾਰਾਜ ਸਾਹਿਬ ਜਿਹੜੇ ਲੀਲਾ ਪੁਰਸ਼ੋਤਮ ਨੇ, ਗੁਰੂ ਗੋਬਿੰਦ ਸਿੰਘ ਦੇ ਕਈ ਨਾਮ ਨੇ, ਜਿਵੇਂ ਆਪਾਂ ਮਹਾਰਾਜ ਨੂੰ ਚਿੱਟਿਆਂ ਬਾਜਾਂ ਵਾਲੇ ਵੀ ਕਹਿੰਦੇ ਆ, ਨੀਲੇ ਦੇ ਸਵਾਰ ਵੀ ਕਹਿੰਦੇ ਆ, ਕਲਗੀਆਂ ਵਾਲੇ ਵੀ ਕਹਿੰਦੇ ਆ, ਪੁੱਤਰਾਂ ਦੇ ਦਾਨੀ ਵੀ ਕਹਿੰਦੇ ਆ, ਅੰਮ੍ਰਿਤ ਕੇ ਦਾਤੇ ਵੀ ਕਹਿੰਦੇ। ਇੱਦਾਂ ਮਹਾਰਾਜ ਦਾ ਇੱਕ ਨਾਮ ਹੈ ਚੋਜੀ ਪ੍ਰੀਤਮ। ਉਹ ਨਾਮ ਇਸੇ ਕਰਕੇ ਪਿਆ ਵੀ ਮਹਾਰਾਜ ਇਹੋ ਜਿਹੇ ਕੌਤਕ ਬੜੇ ਕਰਦੇ ਸੀ ਵੀ ਕਦੀ ਕਿਸੇ ਬਾਹਮਣ ਦਾ, ਕਦੀ ਕਿਸੇ ਪਖੰਡੀ ਦਾ ਪਾਜੋ ਘੇੜਤਾ। ਜਿਵੇਂ ਸਾਖੀ ਉਹ ਆਪਾਂ ਕਹੀ ਸੀ ਨਾ ਵੀ ਸਿੱਖਾਂ ਨੇ ਪਖੰਡ ਕੀਤਾ ਤੇ ਉਹ ਵੀ ਮਹਾਰਾਜ ਨੇ ਪਾਜੋ ਘੇੜਤਾ। ਜਿਵੇਂ ਖੋਤੇ ਦੇ ਸ਼ੇਰ ਦੀ ਖੱਲ ਪਵਾ ਕੇ ਉਹ ਮਹਾਰਾਜ ਸਾਹਿਬ ਨੇ ਵਿਖਾਇਆ ਵੀ ਇਹ ਬਾਹਰੋਂ ਸ਼ੇਰ ਦੀ ਖੱਲ ਪੈਣ ਨਾਲ ਵੀ ਖੋਤਾ ਖੋਤਾ ਹੀ ਰਹਿੰਦਾ, ਉਹ ਕਦੀ ਸ਼ੇਰ ਨਹੀਂ ਬਣ ਜਾਂਦਾ। ਇੱਦਾਂ ਦੀਆਂ ਜਿੰਨੀਆਂ ਲੀਲਾ ਕੀਤੀਆਂ ਨੇ ਉਹਨਾਂ ਕਰਕੇ ਮਹਾਰਾਜ ਨੂੰ ਕਹਿੰਦੇ ਨੇ ਚੋਜੀ ਪ੍ਰੀਤਮ। ਤੇ ਇਹ ਵੀ ਜਿਹੜਾ ਹਵਨ ਹੋ ਰਿਹਾ ਹੈ ਨਾ, ਜੱਗ ਹੋ ਰਿਹਾ, ਇਹ ਵੀ ਮਹਾਰਾਜ ਜੀ ਚੋਜ ਕਰ ਰਹੇ ਨੇ ਆਪਣਾ। ਇਹ ਆਪਾਂ ਫਿਰ ਸਾਖੀ ਜਿਹੜੇ ਵਿੱਚੋਂ ਸੁਣਦੇ ਨਾ ਉਹਨਾਂ ਨੂੰ ਭੁਲੇਖਾ ਆ ਸਕਦਾ, ਜਿਹੜੇ ਤੁਸੀਂ ਰੋਜ਼ ਹੀ ਸੁਣਦੇ ਹੋ 4-5 ਦਿਨ ਤੋਂ ਵਾਰ-ਵਾਰ ਆਪਾਂ ਇਹੀ ਗੱਲ ਕਹਿ ਰਹੇ ਹਾਂ। ਤੇ ਫਿਰ ਅਖੀਰ ਤੇ ਵੀ ਜਾ ਕੇ ਜਿਵੇਂ ਮਹਾਰਾਜ ਸਾਹਿਬ ਜੀ ਚੰਡੀ ਖੁਦ ਪ੍ਰਗਟ ਕਰਨਗੇ ਵੀ ਸਾਡੀ ਚੰਡੀ ਕਿਹੜੀ ਹੈ, ਜਿਹਨੂੰ ਮਹਾਰਾਜ ਕਹਿੰਦੇ ਨੇ ਪ੍ਰਥਮ ਭਗਵਤੀ ਸਿਮਰਕ ਹੈ, ਜਿਵੇਂ ਉਹਨੂੰ ਪ੍ਰਗਟ ਕਰਦੇ ਨੇ। ਜਿਵੇਂ ਬ੍ਰਾਹਮਣ ਮਹਾਰਾਜ ਸਾਹਿਬ ਦੇ ਜਿਹੜਾ ਅਸੀਂ ਵੇਖ ਕੇ ਸਤਿਗੁਰੂ ਸਾਹਿਬ ਜੀ ਨੂੰ ਤੇ ਡਰ ਕੇ ਭੱਜ ਗਿਆ ਵੀ ਮੈਨੂੰ ਕਿਤੇ ਮਹਾਰਾਜ ਬਲੀ ਦੇ ਰੂਪ ਦੇ ਵਿੱਚ ਹੀ ਨਾ ਦੇ ਦੇਣ। ਮਹਾਰਾਜ ਕਹਿੰਦੇ ਸੀ ਤੇਰਾ ਪਵਿੱਤਰ ਖੂਨ ਹੈ ਤੇ ਤੇਰੀ ਬਲੀ ਦਿੰਦੇ ਆ, ਫਿਰ ਚੰਡੀ ਪ੍ਰਗਟ ਹੋਏਗੀ। ਉਹ ਸਾਰਾ ਜਿਹੜਾ ਮਹਾਰਾਜ ਦਾ ਪ੍ਰਸੰਗ ਹੈ ਆਪਾਂ ਆਉਣ ਵਾਲੇ ਸਮੇਂ 'ਚ ਇੱਦਾਂ ਹੀ ਸਰਵਣ ਕਰਦੇ ਜਾਵਾਂਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਲੀਲਾ ਕਰ ਰਹੇ ਨੇ, ਕੌਤਕ ਕਰ ਰਹੇ ਨੇ। ਇਹ ਕਥਾ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਆ, 100 ਸਾਖੀ ਦੇ ਵਿੱਚ ਲਿਖੀ ਆ। ਭਾਈ ਸੁੱਖਾ ਸਿੰਘ ਨੇ ਗੁਰਬਿਲਾਸ ਪਾਤਸ਼ਾਹੀ 10ਵੀਂ ਦੇ ਵਿੱਚ ਵੀ ਲਿਖੀ ਆ। ਕੱਲਾ ਭਾਈ ਸੰਤੋਖ ਸਿੰਘ ਨੇ ਨਹੀਂ ਇਹ ਪ੍ਰਸੰਗ ਲਿਖੇ, ਕਵੀ ਜੀ ਨੇ ਥੋੜਾ ਉਹਦਾ ਵਿਸਥਾਰ ਕਰਕੇ ਖੋਲ ਕੇ ਲਿਖਿਆ ਹੈ। ਵਿਦਵਾਨ ਪਹਿਲੇ ਜਿਹੜੇ ਨੇ ਉਹਨਾਂ ਨੇ ਸੰਕੋਚ ਕੇ ਲਿਖਿਆ ਤੇ ਕਵੀ ਜੀ ਗੱਲ ਨੂੰ ਖੋਲ ਕੇ ਦੱਸਦੇ ਐਨ ਚੰਗੀ ਤਰ੍ਹਾਂ। ਤੇ ਮਹਾਰਾਜ ਕਿਰਪਾ ਕਰਨ, ਸਾਡੀ ਤਾਂ ਇੰਨੀ ਮੱਤ ਨਹੀਂ ਹੈ ਸਤਿਗੁਰੂ ਦੀ ਲੀਲਾ ਨੂੰ ਸਮਝ ਸਕੀਏ। ਉਸ ਵੇਲੇ ਸਿੱਖ ਵੀ ਵੇਖ ਕੇ ਹੈਰਾਨ ਹੋ ਗਏ ਸੀ ਵੀ ਮਹਾਰਾਜ ਇਹ ਕੀ ਕਰਨ ਲੱਗ ਪਏ ਆ, ਇਹ ਹਵਨ ਦੇ ਵਿੱਚ ਸਮੱਗਰੀ ਪਾਉਣ ਲੱਗ ਪਏ ਆ। ਉਹਦੋਂ ਬਾਅਦ ਪਤਾ ਲੱਗਾ ਵੀ ਆਹ ਕਾਰਨ ਸੀ ਵੀ ਮਹਾਰਾਜ ਨੇ ਤਾਂ ਆਹ ਕੰਮ ਕਰਨਾ ਸੀ। ਅਸੀਂ ਐਵੇਂ ਕਿਤੇ ਡੋਲੀ ਜਾਂਦੇ ਸਾਂ ਵੀ ਮਹਾਰਾਜ ਸਾਹਿਬ ਕਿਉਂ ਪੰਡਤ ਦੇ ਆਖੇ ਲੱਗਦੇ ਆ।
ਜਦੋਂ ਮਹਾਰਾਜ ਨੇ ਫਿਰ ਸ਼ਕਤੀ ਪ੍ਰਗਟ ਕੀਤੀ, ਜਦੋਂ ਪਾਤਸ਼ਾਹ ਨੇ ਫਿਰ ਖਾਲਸਾ ਪ੍ਰਗਟ ਕੀਤਾ, ਜਦੋਂ ਸਾਰਿਆਂ ਨੂੰ ਦੱਸ ਦਿੱਤਾ ਵੀ ਇਹਨਾਂ ਪਖੰਡੀਆਂ ਦੇ ਮਗਰ ਨਾ ਲੱਗਿਓ ਬ੍ਰਾਹਮਣ, ਇਹ ਜਿਹੜੀ ਚੰਡੀ ਕਹਿੰਦੇ ਆ ਇਹ ਬਸ ਲੋਕਾਂ ਨੂੰ ਠੱਗਣ ਵਾਸਤੇ ਕਹਿੰਦੇ ਆ ਵੀ ਅਸੀਂ ਸਿੱਧ ਕੀਤੀ ਹੈ, ਇਹਨਾਂ ਦੇ ਪੱਲੇ ਹੈ ਕੁਝ ਨਹੀਂ। ਇਹਦਾ ਪਖੰਡ ਦਾ ਮਹਾਰਾਜ ਨੇ ਪਾਜ ਉਗੇੜਿਆ ਸੀ। ਗੁਰੂ ਮਹਾਰਾਜ ਦੇ ਪਵਿੱਤਰ ਇਤਿਹਾਸ ਨੂੰ ਕਹਿੰਦੇ ਆ ਅਨੇਕਾਂ ਭੁੱਲਾਂ ਗਲਤੀਆਂ ਹੋਈਆਂ ਨੇ। ਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਬਖਸ਼ਿੰਦ ਹੈ, ਬਖਸ਼ਣਹਾਰ ਹੈ ਤੇ ਬਖਸ਼ ਲੈਣਾ। ਸਹਿਤ ਮੰਤਰ ਕੇ ਜੇਤਕ ਭਇਓ, ਤੇਤਿਕ ਸੋਜ ਹਮਨ ਕਰ ਦਇਓ। ਸੋਚ ਇਸ਼ਨਾਨ ਠਾਨ ਗੁਰ ਤਹਾਂ, ਤਿਨਹੀ ਵਿਪਰ ਕਰੀ ਸੁਧ ਮਹਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਜੀ ਕਾ ਖਾਲਸਾ।